पतत पावन भगत वत्सल कृपा निधान जुगो जुग अटल प्रगट गुरां की देह प्रतख हर धन धन सतगुरु श्री गुरु ग्रंथ साहिब महाराज जी की परम पवित्र हजूरी दे अंदर धन धन श्री गुरु तेग बहादुर साहिब महाराज शहीद सतगुरु धर्म रखियक बंदगी स्वरूप श्री गुरु तेग बहादुर साहिब महाराज के पवित्र तप अस्थान गुरुद्वारा श्री भोरा साहिब जी विखे साहिबां दे हजूर हाजरियां भर रहे दर्शन दीदारे प्राप्त कर रहे गुरु प्यारी खालसा साध संगत जी सतगुरां दी दया दा सदका गुर इतिहास की कथा विचार दे प्रसंग सरवण करन दा आपां समा प्राप्त होया है। श्री गुरु हरकृष्ण साहिब महाराज राजा जय सिंह मिर्जा ਉਹਦੇ प्रेम ਦੇ खिंचे ਹੋਏ ਉਹਦੇ ਦੂਤ ਵੱਲੋਂ ਬੇਨਤੀਆਂ ਕਰਨੇ ਕਰਕੇ ਕੀਰਤਪੁਰ ਸਾਹਿਬ ਤੋਂ ਦਿੱਲੀ ਨੂੰ ਜਾ ਰਹੇ ਹਨ। ਪਹਿਲਾ ਪੜਾਅ ਰੋਪੜ ਕੀਤਾ, ਸਦਾਵਰਤ ਗੁਰਦੁਆਰਾ ਸਾਹਿਬ ਬਣਿਆ ਹੈ। ਅਗਲੇ ਦਿਨ ਇੱਥੋਂ ਤੁਰਨ ਲੱਗੇ ਤਾਂ ਦੋ ਸਿੱਖ ਭੱਜੇ ਭੱਜੇ ਆਏ, ਸਾਓ ਸਾਈ ਹੋਏ। ਮਹਾਰਾਜ ਕੁਝ ਸੰਗਤ ਆ ਰਹੀ ਹੈ, ਦਰਸ਼ਨ ਦੇ ਕੇ ਫੇਰ ਅੱਗੇ ਜਾਇਓ। ਮਹਾਰਾਜ ਰੁਕ ਗਏ। ਇੱਥੋਂ ਸਤਿਗੁਰੂ ਸਾਹਿਬ ਜੀ ਚੱਲ ਕੇ ਫੇਰ ਅਗਲੇ ਪੜਾਅ 'ਤੇ ਰੁਕੇ, ਅੰਮ੍ਰਿਤ ਵੇਲੇ ਤੁਰਨ ਲੱਗੇ। ਫਿਰ ਇਸੇ ਤਰ੍ਹਾਂ ਗੁਰਸਿੱਖ ਭੱਜੇ ਗਏ। ਮਹਾਰਾਜ ਕਾਬਲ ਤੋਂ, ਪਿਸ਼ੌਰ ਤੋਂ, ਕਸ਼ਮੀਰ ਤੋਂ ਹਜ਼ਾਰਾਂ ਹੀ ਸਿੱਖ ਆ ਰਹੇ ਨੇ। ਤੁਹਾਡਾ ਦਿੱਲੀ ਨੂੰ ਜਾਣਾ ਸੁਣ ਕੇ ਬੜੀ ਤੇਜ਼ੀ ਨਾਲ ਆ ਰਹੇ ਨੇ, ਥੱਕ ਚੁੱਕੇ ਨੇ, ਬੱਚੇ ਵੀ ਹਨ, ਮਾਈਆਂ ਵੀ, ਬਜ਼ੁਰਗ ਵੀ ਆ। ਅਤੇ ਪਾਤਸ਼ਾਹ ਜੇ ਤੁਸੀਂ ਤੁਰੇ ਗਏ ਤਾਂ ਤੁਹਾਡੇ ਨਾਲ ਅਸੀਂ ਮਿਲ ਨਹੀਂ ਸਕਾਂਗੇ, ਆਪ ਠਹਿਰ ਜਾਓ। ਸਤਿਗੁਰੂ ਪ੍ਰੇਮ ਵੇਖ ਕੇ ਫਿਰ ਠਹਿਰ ਕੇ ਸੰਗਤ ਨੂੰ ਦਰਸ਼ਨ ਦੀਦਾਰ ਬਖਸ਼ੇ। ਇੱਥੋਂ ਚੱਲਦੇ ਹਾਂ ਪੰਜੋਖਰਾ ਨਗਰ ਆ, ਉੱਥੇ ਪਹੁੰਚੇ ਨੇ। ਇੱਥੇ ਜਦੋਂ ਮਹਾਰਾਜ ਸਾਹਿਬ ਪਹੁੰਚੇ ਆ ਅਤੇ ਇੱਥੇ ਵੀ ਇੱਕ ਸਿੱਖ ਆ ਗਿਆ, ਬੇਨਤੀ ਕੀਤੀ ਸਤਿਗੁਰੂ ਸੰਗਤ ਆ ਰਹੀ ਹੈ, ਆਪ ਦਰਸ਼ਨ ਦੇਣ ਲਈ ਇੱਥੇ ਰੁਕੇ ਰਹੋ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਵੇਖਿਆ ਵੀ ਸੰਗਤ ਬਹੁਤ ਆ ਰਹੀ ਹੈ, ਸਾਨੂੰ ਮਿਲਣ ਲਈ ਕਾਹਲੀ ਨਾਲ ਤੁਰਦੇ ਆ, ਸਰੀਰ ਨੂੰ ਦੁੱਖ ਝੱਲਦੇ ਆ, ਕਸ਼ਟ ਝੱਲਦੇ ਆ, ਵੀ ਸੰਗਤ ਦੁਖੀ ਨਾ ਹੋਵੇ, ਸਾਡੇ ਮਗਰ ਕਸ਼ਟ ਨਾ ਝੱਲਣ। ਐਸਾ ਕੋਈ ਯਤਨ ਕਰਨਾ ਚਾਹੀਦਾ, ਕਿਉਂਕਿ ਐਸਾ ਵੀ ਪ੍ਰਸੰਗ ਸੁਣਨ ਵਿੱਚ ਆਉਂਦਾ ਹੈ ਵੀ ਕੀਰਤਪੁਰ ਸਾਹਿਬ ਕੇਵਲ ਬਾਬੇ ਸੂਰਜਮਲ ਦਾ ਪਰਿਵਾਰ ਰਹਿ ਗਿਆ ਸੀ, ਬਾਕੀ ਸਾਰੀ ਹੀ ਸੰਗਤ ਮਹਾਰਾਜ ਦੇ ਪਿੱਛੇ ਹੀ ਤੁਰ ਪਈ ਵੀ ਸਤਿਗੁਰੂ ਜੀ ਅਸੀਂ ਵੀ ਦਿੱਲੀ ਜਾਣਾ ਹੈ ਤੁਹਾਡੇ ਨਾਲ। ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਦਾ ਉਹ ਮਹਾਰਾਜ ਦੇ ਮਗਰੋਂ ਨਹੀਂ ਸੀ ਹਟਦੇ, ਸਤਿਗੁਰੂ ਦਰਸ਼ਨ ਦੇ ਕੇ ਵਾਪਸ ਮੋੜਦੇ ਸਨ। ਇੱਥੇ ਸਤਿਗੁਰੂ ਸਾਹਿਬ ਨੇ ਵਿਚਾਰਿਆ ਵੀ ਹੁਣ ਕੋਈ ਯਤਨ ਕਰਨਾ ਚਾਹੀਦਾ। ਦੂਤ ਨੇ ਵੀ ਬੇਨਤੀ ਕੀਤੀ, ਮਹਾਰਾਜ ਕਈ ਦਿਨ ਹੋ ਗਏ ਆ ਕੀਰਤਪੁਰ ਸਾਹਿਬ ਤੋਂ ਆਇਆ, ਆ 2 ਦਿਨਾਂ ਦਾ ਰਾਹ ਸੀ, 10 ਦਿਨਾਂ 'ਚ ਆਪਾਂ ਤੈਅ ਕੀਤਾ, ਅਤੇ ਅੱਗੇ ਫਿਰ ਕਦੋਂ ਦਿੱਲੀ ਪਹੁੰਚਾਂਗੇ। ਸਾਹਿਬ ਕਹਿੰਦੇ ਵੀ ਅਸੀਂ ਇਹੀ ਵਿਚਾਰ ਕਰ ਰਹੇ ਹਾਂ। ਰੇਤਾ ਖਿਲਰੀ ਹੋਈ ਸੀ, ਸੋਹਣਾ ਥਾਂ ਵੇਖ ਕੇ ਮਹਾਰਾਜ ਆਪਣੇ ਕੋਮਲ ਹੱਥਾਂ ਨਾਲ ਇਕੱਠੀ ਕਰਕੇ ਇੱਕ ਥਾਂ ਢੇਰ ਲਾਤਾ, ਵਿੱਚ ਨਿਸ਼ਾਨ ਸਾਹਿਬ ਇੱਕ ਝੰਡਾ ਗੱਡ ਦਿੱਤਾ ਅਤੇ ਮਹਾਤਮ ਸੁਣਾਇਆ ਵੀ ਜਿਹੜੀ ਸੰਗਤ ਦਰਸ਼ਨ ਕਰਨ ਲਈ ਸਾਡੇ ਮਗਰ ਆ ਰਹੀ ਹੈ ਉਹ ਇੱਥੋਂ ਅੱਗੇ ਨਾ ਆਵੇ, ਇੱਥੇ ਖਲੋ ਕੇ ਇਹ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੇ, ਇੱਥੇ ਅਰਦਾਸ ਕਰੇ, ਇੱਥੇ ਭੇਟਾਵਾਂ ਰੱਖੇ, ਅਤੇ ਜੋ ਵੀ ਸਾਡੇ ਦਰਸ਼ਨਾਂ ਦਾ ਫਲ ਮਿਲਦਾ ਹੈ ਇੱਥੇ ਦਰਸ਼ਨ ਕਰਨ ਦਾ ਉਹੀ ਫਲ ਮਿਲੂਗਾ। ਜਿਵੇਂ ਅਰਦਾਸ ਸਾਡੇ ਹਜ਼ੂਰ ਹੁੰਦੀ ਅਸੀਂ ਪ੍ਰਵਾਨ ਕਰਦੇ ਹਾਂ, ਤਿਵੇਂ ਹੀ ਇਸ ਨਿਸ਼ਾਨ ਸਾਹਿਬ ਦੇ ਥੱਲੇ ਖੜ੍ਹ ਕੇ ਅਰਦਾਸ ਕਰੂ ਜਿਹੜਾ ਸਿੱਖ, ਉਹਦੀ ਅਰਦਾਸ ਅਸੀਂ ਕਬੂਲ ਕਰਾਂਗੇ। ਜੋ ਵੀ ਭੇਟਾ ਇੱਥੇ ਚੜਾਓਗੇ ਉਹ ਸਤਿਗੁਰੂ ਸਾਹਿਬ ਕਹਿੰਦੇ ਸਿੱਖ ਸਾਡੇ ਤੀਕਰ ਪਹੁੰਚਾ ਦੇਣਗੇ। ਇੱਦਾਂ ਮਹਾਤਮ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਜਣਾਇਆ। ਗੁਰਦੁਆਰਾ ਵੀ ਪੰਜੋਖਰਾ ਸਾਹਿਬ ਹੀ, ਨਗਰ ਦਾ ਨਾਮ ਹੀ ਪੰਜੋਖਰਾ ਸਾਹਿਬ, ਅਤੇ ਗੁਰਦੁਆਰੇ ਦਾ ਨਾਮ ਪੰਜੋਖਰਾ ਸਾਹਿਬ ਪ੍ਰਗਟ ਹੋ ਗਿਆ। ਉਹ ਨਿਸ਼ਾਨ ਸਾਹਿਬ ਤੋਂ ਅੱਗੇ ਜਾਣ ਤੋਂ ਸੰਗਤ ਨੂੰ ਮਨ੍ਹਿਆ ਕਰਤਾ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਵੀ ਇੱਥੋਂ ਅੱਗੇ ਨਹੀਂ ਕਿਸੇ ਨੇ ਜਾਣਾ, ਜਿਹਨੇ ਵੀ ਆਉਣਾ ਇੱਥੋਂ ਤੀਕਰ ਹੀ ਰਹੇ।
ਇਹਦੇ ਹੀ ਦਰਸ਼ਨ ਕਰਕੇ ਦੇ ਵਾਪਸ ਮੁੜਦੇ ਜਾਓ। ਭਾਈ ਗੁਰਬਖਸ਼ ਮਸੰਦ ਉਹਨੂੰ ਉੱਥੋਂ ਦਾ ਮੁੱਖ ਸੇਵਾਦਾਰ ਠਹਿਰਾ ਦਿੱਤਾ। ਹੁਣ ਤੀਕਰ ਵੀ ਭਾਈ ਗੁਰਬਖਸ਼ ਮਸੰਦ ਦੇ ਕੁਲ ਦੇ ਲੋਕ ਪੰਜੋਖਰਾ ਸਾਹਿਬ ਰਹਿੰਦੇ ਨੇ। ਪੱਤੀ ਹੀ ਮਸੰਦਾਂ ਦੀ ਬਣੀ ਹੈ। ਜਿਹੜੇ ਮਹਾਰਾਜ 8ਵੇਂ ਪਾਤਸ਼ਾਹ ਨੇ ਉੱਥੇ ਠਹਿਰਾਏ ਸਨ, ਉਹਨਾਂ ਦੇ ਅੱਗੇ ਤੋਂ ਅੱਗੇ ਸੰਤਾਨ, ਉਹਨਾਂ ਦਾ ਪੂਰਾ ਪਿੰਡ ਵਿੱਚ ਇੱਕ ਪੱਤੀ ਹੀ ਬਣੀ ਹੋਈ ਹੈ। ਭਾਰੀ ਸੰਘਣੀ ਆਬਾਦੀ ਦੇ ਵਿੱਚ ਵਸ ਰਹੇ ਨੇ। ਸੋ ਇਸ ਤਰ੍ਹਾਂ ਇਹ ਖੇਡ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕੀਤੀ। ਇਹ ਤੋਂ ਅੱਗੇ ਜਿਵੇਂ ਇੱਕ ਝੀਵਰ ਦੇ ਕੋਲੋਂ, ਛੱਜੂ ਦੇ ਕੋਲੋਂ ਮਹਾਰਾਜ ਨੇ ਗੀਤਾ ਦੇ ਅਰਥ ਕਰਾਏ, ਪੰਡਤ ਦਾ ਮਾਨ ਤੋੜਿਆ। ਇਹ ਪ੍ਰਸੰਗ ਆਪਾਂ ਸਰਵਣ ਕਰਾਂਗੇ। ਆਓ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤ ਨੂੰ ਸਤਿਗੁਰੂ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਸਾਰੇ ਦੁੱਖ ਕੱਟੇ ਜਾਂਦੇ ਨੇ, ਸ਼ਰਵਣ ਦਰਸ਼ਨ ਕਰੀਏ ਉਹਨਾਂ ਦੇ। ਰਸਨਾ ਕਰੋ ਪਵਿੱਤਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਸਕਲ ਬਤਾਈ ਜਾਣਨੀ। ਇਸ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਉਹ ਸਥਾਨ ਨਿਸ਼ਾਨ ਸਾਹਿਬ ਆਪਣੀ ਹੱਥੀਂ ਲਾ ਕੇ, ਨਿਸ਼ਾਨ ਸਾਹਿਬ ਲਾ ਕੇ ਇਤਿਹਾਸਕ ਸਥਾਨ 8ਵੇਂ ਸਤਿਗੁਰਾਂ ਨੇ ਪ੍ਰਗਟ ਕੀਤਾ। ਤੇ ਉਸ ਤੋਂ ਬਾਅਦ ਭੋਜਨ ਪ੍ਰਸ਼ਾਦਾ ਛਕ ਕੇ ਸੁੱਖ ਦੇ ਨਾਲ ਆਸਣ ਤੇ ਸੁੱਤੇ। ਸਾਰੀ ਰਾਤ ਬਤੀਤ ਹੋਈ ਹੈ। ਕਈ ਪੁਨਹ ਪ੍ਰਭਾਤ। ਤੇ ਕਹਿੰਦੇ ਫਿਰ ਇੰਨੇ ਚਿਰ ਨੂੰ ਫਿਰ ਪ੍ਰਭਾਤ ਦਾ ਸਮਾਂ, ਪੋਹ ਫਟਾਲੇ ਦਾ, ਅੰਮ੍ਰਿਤ ਵੇਲੇ ਦਾ ਸਮਾਂ ਹੋ ਆਇਆ। ਕਰ ਇਸ਼ਨਾਨ ਸ੍ਰੀ ਸਤਿਗੁਰੂ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਇਸ਼ਨਾਨ ਸੋਧਿਆ। ਤਿਆਰ ਬੁਰ ਤਿਆਰ ਹੋਏ ਇਸ਼ਨਾਨ ਕਰਕੇ। ਆਹਤ ਪੰਥ ਪ੍ਰਯਾਤ। ਤੇ ਹੁਣ ਇੱਥੋਂ ਪਾਤਸ਼ਾਹ ਜੀ ਅੱਗੇ ਰਸਤੇ ਦੇ ਚੱਲਣਾ ਚਾਹੁੰਦੇ, ਦਿੱਲੀ ਵੱਲ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਾਣਾ ਚਾਹੁੰਦੇ ਹਨ। ਪਈ ਤਾਜ ਪੰਜੋਖਰੇ ਗ੍ਰਾਮ ਮਸੰਦ। ਤੇ ਪਾਤਸ਼ਾਹ ਨੇ ਤੁਰਨ ਤੋਂ ਪਹਿਲਾਂ ਪੰਜੋਖਰਾ ਸਾਹਿਬ ਨਗਰ ਦੇ ਵਿੱਚ, ਉਸ ਪਿੰਡ ਦੇ ਵਿੱਚ ਆਪਣੇ ਸੇਵਾਦਾਰ ਮਸੰਦ ਛੱਡੇ ਵੀ ਤੁਸੀਂ ਇੱਥੇ ਟਿਕੋ ਜਿੱਥੇ ਆ ਅਸੀਂ ਝੰਡਾ ਗੱਡ ਦਿੱਤਾ, ਹੁਣ ਇੱਥੇ ਪਹਿਰਾ ਦੇਣਾ ਤੁਸੀਂ। ਸੰਗਤ ਐਂਦੀ ਹੋਈ ਜਾਊਗੀ ਦਿੱਲੀ ਨੂੰ, ਜਿਹੜਾ ਵੀ ਆਊਗਾ ਉਹਨੂੰ ਇੱਥੇ ਰੋਕ ਕੇ ਤੇ ਜੋ ਅਸੀਂ ਮਹਾਤਮ ਦੱਸ ਰਹੇ ਹਾਂ ਉਹ ਮਹਾਤਮ ਸੰਗਤ ਨੂੰ ਵੀ ਤੁਸੀਂ ਦੱਸਣਾ ਹੈ। ਘਟ ਕਹਿ ਸੰਗਤ ਇਹਾਂ ਬਿਲੰਦ। ਬਿਲੰਦ ਜੋ ਬਹੁਤ ਭਾਰੀ ਸੰਖਿਆ ਚ ਗਿਣਤੀ ਚ ਸਿੱਖ ਸੰਗਤਾਂ ਸਾਡੇ ਮਗਰ ਆ ਰਹੀਆਂ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਉਹ ਸਾਰੀ ਸੰਗਤ ਇੱਥੇ ਹੀ ਅਟਕੇਗੀ, ਉਹਨਾਂ ਨੂੰ ਇੱਥੇ ਹੀ ਰੋਕੋ ਸਾਡਾ ਹੁਕਮ ਦੱਸ ਕੇ। ਗੁਰ ਕੋ ਬਾਤ ਸੁਨਾਵਹਿ ਸ਼ਰਾਨ। ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਸਾਡਾ ਬਚਨ ਹੈ ਤੁਸੀਂ ਆਪਣੇ ਗੁਰੂ ਦਾ ਬਚਨ ਸੰਗਤਾਂ ਦੇ ਕੰਨਾਂ ਤੱਕ ਪਹੁੰਚਾਉਣਾ, ਉਹਨਾਂ ਨੂੰ ਬੋਲ ਕੇ ਦੱਸਣਾ ਵੀ ਅਸੀਂ ਕੀ ਕਿਹਾ ਹੈ, ਵੀ ਇਹ ਤੋਂ ਅੱਗੇ ਨਹੀਂ ਆਉਣਾ ਕਿਸੇ ਨੇ। ਤੇ ਜੋ ਕਿਸੇ ਨੂੰ ਚਾਹੀਦਾ ਹੈ ਇੱਥੇ ਖਲੋ ਕੇ ਅਰਦਾਸ ਕਰੋ, ਇੱਥੇ ਹੀ ਪ੍ਰਾਪਤ ਹੋਵੇਗਾ। ਆਗੇ ਗਮਨ ਕਰਿਨ ਕੌਣ। ਸੋ ਇਸ ਤਰ੍ਹਾਂ ਜਿਹੜਾ ਵੀ ਸਾਡਾ ਸਿੱਖ ਹੈ ਉਹਦੇ ਤਾਈਂ ਤਾਂ ਆਗਿਆ ਇਹੀ ਹੈ ਵੀ ਇਹ ਪੰਜੋਖਰਾ ਸਾਹਿਬ, ਇਹ ਨਿਸ਼ਾਨ ਸਾਹਿਬ ਵਾਲੇ ਥਾਂ ਤੋਂ ਅੱਗੇ ਕੋਈ ਗਮਨ ਨਾ ਕਰੇ, ਕੋਈ ਸਾਡੇ ਪਿੱਛੇ ਨਾ ਆਵੇ। ਇਸ ਥਰ ਦਰਸ਼ਨ ਕਰ ਹਟ ਜਾਏ। ਜੋ ਵੀ ਆ ਰਿਹਾ ਹੈ ਇੱਥੇ ਦਰਸ਼ਨ ਕਰੇ, ਇੱਥੋਂ ਦਰਸ਼ਨ ਕਰਕੇ ਤੇ ਵਾਪਸ ਆਪਣੇ ਨਗਰਾਂ ਨੂੰ ਚਲਿਆ ਜਾਵੇ। ਇਹ ਸਾਧ ਸੰਗਤ ਜੀ, ਕਿਉਂਕਿ ਉਸ ਵੇਲੇ ਸੰਗਤ ਮਹਾਰਾਜ ਦੇ ਮਗਰ ਆ ਹੀ ਬਹੁਤ ਰਹੀ ਸੀ ਤੇ ਦਿੱਲੀ ਪਹੁੰਚਣਾ ਸੀ। ਫਿਰ ਦਿੱਲੀ ਦੇ ਵਿੱਚ ਕਾਰਜ ਜਿਹੜੇ ਸਤਿਗੁਰਾਂ ਕਰਨੇ, ਸੰਗਤ ਨੂੰ ਮੁਸ਼ਕਲ ਨਾ ਆਵੇ, ਉਹਨਾਂ ਦੇ ਭਲੇ ਨੂੰ ਸੋਚ ਕੇ 8ਵੇਂ ਪਾਤਸ਼ਾਹ ਨੇ ਇਹ ਨਿਰਣਾ ਕੀਤਾ ਸੀ ਵੀ ਤੋਂ ਅੱਗੇ ਸੰਗਤ ਨਾ ਆਵੇ। ਇਹ ਉਦੋਂ ਦੇ ਬਚਨ ਸਨ, ਉਦੋਂ ਦੀ ਸੰਗਤ ਨੂੰ ਰੋਕਣ ਵਾਸਤੇ ਸੀ। ਉਹ ਵਾਰਤਾ ਉਸੇ ਤਰ੍ਹਾਂ ਹੀ ਹੈ, ਲਾਭ ਤਾਂ ਉਨਾ ਹੀ ਹੁੰਦਾ ਉੱਥੇ ਦਰਸ਼ਨ ਕਰਨ ਦੇ ਨਾਲ। ਪਰ ਉੱਥੇ ਹੁਣ ਐਸਾ ਨਹੀਂ ਵੀ ਕੋਈ ਦਿੱਲੀ ਦੇ ਸਥਾਨਾਂ ਦੇ ਦਰਸ਼ਨ ਕਰਨ ਸਿੱਖ ਨਹੀਂ ਜਾ ਸਕਦਾ। ਇਹ ਮੌਕੇ ਦੇ ਹਿਸਾਬ ਦੇ ਨਾਲ ਮਹਾਰਾਜ ਦੇ ਜਿਹੜੇ ਬਚਨ ਹੋਏ ਸਨ ਉਦੋਂ ਦੀ ਸੰਗਤ ਨੂੰ ਰੋਕਣਾ ਸੀ ਤੇ ਨਾਲ ਹੀ ਸਦਾ ਵਾਸਤੇ ਸਿੱਖਾਂ ਦੀ ਕਲਿਆਣ ਦੇ ਲਈ ਅਸਥਾਨ ਪ੍ਰਗਟ ਹੀ ਕਰ ਗਏ ਪਾਤਸ਼ਾਹ। ਸਤਿਗੁਰ ਕੀ ਹੈ ਰਜਾਈ। ਇਸ ਤਰ੍ਹਾਂ ਮਹਾਰਾਜ ਨੇ ਮਸੰਦਾਂ ਨੂੰ ਸਮਝਾ ਦਿੱਤਾ ਵੀ ਜੋ ਵੀ ਸੰਗਤ ਆਵੇ ਉਹਨਾਂ ਨੂੰ ਕਹੋ ਵੀ ਜਿਹੜਾ ਸਾਡੇ ਦਰਸ਼ਨ ਕਰਨਾ ਚਾਹੁੰਦਾ ਇਸ ਥਾਂ ਦੇ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਹਟ ਜੇ। ਤੇ ਇਹ ਸਤਿਗੁਰੂ ਦੀ ਰਜਾ ਆਗਿਆ ਇਹੀ ਹੈ
ਇਹ ਸੰਗਤ ਦੇ ਤਾਈਂ ਹੁਕਮ ਸਾਡਾ ਪਹੁੰਚਾ ਦਿਓ। ਏਮ ਸਿੱਖਨ ਸੋ ਕਹਿ ਗੁਰ ਚਾਲੀ। ਇਸ ਤਰ੍ਹਾਂ ਸਿੱਖਾਂ ਨੂੰ ਕਹਿ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਪੰਜੋਖਰਾ ਸਾਹਿਬ ਤੋਂ ਚੱਲ ਪਏ ਅੱਗੇ ਨੂੰ। ਸਿਅੰਦਨ ਪਰ ਆਰੂੜ ਸੁਖਾਲੀ। ਤੇ ਮਹਾਰਾਜ ਸਾਹਿਬ ਸੋਹਣੇ ਰਥਾਂ ਦੇ ਉੱਤੇ ਸੁੱਖ ਦੇ ਨਾਲ ਅਸਵਾਰ ਹੋ ਗਏ। ਇੱਥੇ ਇਸ ਗੱਲ ਦਾ ਥੋੜਾ ਜਿਹਾ ਧਿਆਨ ਰੱਖਣਾ ਕਿ ਕਿਉਂਕਿ ਪ੍ਰਸੰਗ ਜਿਹੜਾ ਛੱਜੂ ਝੀਵਰਨਾ ਹੋਇਆ, ਉਹ ਸਥਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਆਪਣੇ ਅਨੁਭਵ ਦੁਆਰਾ ਧਿਆਨ ਲਾ ਕੇ ਅਰਦਾਸਾਂ ਬੇਨਤੀਆਂ ਕਰਕੇ ਵੀ ਮਹਾਰਾਜ ਉਹ ਨਿਸ਼ਾਨਦੇਹੀ ਨਹੀਂ ਹੋ ਰਹੀ, ਤੁਸੀਂ ਕਿੱਥੇ ਉਹ ਗੁੰਗੇ ਕੋ ਗੀਤਾ ਦੇ ਅਰਥ ਕਰਾਏ ਸਨ। ਤੇ ਫਿਰ ਮਹਾਰਾਜ ਨੂੰ ਅਨੁਭਵ ਹੋਇਆ ਸੀ ਬਾਬਾ ਗੁਰਬਚਨ ਸਿੰਘ ਜੀ ਨੂੰ ਵੀ ਉਹ ਪੰਜੋਖਰਾ ਸਾਹਿਬ ਦੇ ਵਿੱਚ ਉਹ ਘਟਨਾ ਵਾਪਰੀ। ਉਂਝ ਹੁਣ ਇਹ ਕਵੀ ਜੀ ਨੇ ਜਿਹੜਾ ਲਿਖਿਆ, ਇਹਨਾਂ ਨੇ ਅੱਗੇ ਜਾ ਕੇ ਕਿਸੇ ਨਗਰ 'ਚ ਲਿਖਿਆ। ਉਹ ਗਿਆਨੀ ਗਿਆਨ ਸਿੰਘ ਜੀ ਨੇ ਉਹ ਥਨੇਸਰ ਜਾਂ ਕੁਰਸ਼ੇਤਰ ਦਾ ਜ਼ਿਕਰ ਕੀਤਾ ਵੀ ਉੱਥੇ ਰੁਕੇ ਸਨ ਮਹਾਰਾਜ। ਹਾਂ, ਗਏ ਤਾਂ ਉਧਰ ਨੂੰ ਵੀ ਸੀ 8ਵੇਂ ਪਾਤਸ਼ਾਹ, ਪਰ ਜਿਹੜਾ ਅਰਥ ਕਰਾਉਣ ਵਾਲਾ ਪ੍ਰਸੰਗ ਆ ਪੰਜੋਖਰਾ ਸਾਹਿਬ ਹੀ ਹੋਇਆ ਸੀ। ਇੱਥੇ ਹੀ ਉਹ ਲਾਲ ਚੰਦ ਪੰਡਤ ਦਾ ਹੰਕਾਰ ਮਹਾਰਾਜ ਨੇ ਭੰਨਿਆ ਸੀ। ਇਸ ਲਈ ਇੰਨਾ ਕੁ ਫਰਕ ਹੁੰਦਾ ਹੀ ਆ, ਬਾਕੀ ਪ੍ਰਸੰਗ ਤਾਂ ਜੋ ਸੱਚ ਹੈ ਹੀ ਹੈ। ਤੇ ਥੋੜ੍ਹਾ ਬਹੁਤ ਇਤਿਹਾਸ, ਕਿਉਂਕਿ ਉਦੋਂ ਕਿਹੜਾ ਕੋਈ ਅੱਜ ਦੇ ਤਰ੍ਹਾਂ ਦਾ ਮੀਡੀਆ ਸੀ। ਉਹਨਾਂ ਪੁਰਾਣੇ ਗੁਰਮੁਖ ਇਤਿਹਾਸਕਾਰਾਂ ਨੇ ਆਪ ਤੁਰ ਤੁਰ ਕੇ ਜਾ ਕੇ ਖੋਜ ਕੀਤੀ ਹੈ। ਇੱਕ ਦੋ ਪਿੰਡਾਂ ਦੇ ਮੰਜ਼ਲ ਦਾ ਹੀ ਫਰਕ ਹੈ, ਬਾਕੀ ਹੋਰ ਕੋਈ ਇਤਿਹਾਸ 'ਚ ਫਰਕ ਨਹੀਂ। ਵੀ ਥਨੇਸਰ ਤੇ ਪੰਜੋਖਰੇ 'ਚ ਫਰਕ ਸੀ, ਪਰ ਹੁਣ ਤੀਕਰ ਜਿਹੜਾ ਬੋਰਡ ਲਿਖਿਆ ਹੋਇਆ ਉੱਥੇ, ਉਹ ਜਿੱਦਾਂ ਇਤਿਹਾਸ ਲਿਖਿਆ ਹੈ, ਉਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਉਹ ਇਤਿਹਾਸ ਆਪ ਲਿਖਾਇਆ ਸੀ ਆਪਣੇ ਅਨੁਭਵ ਦੁਆਰਾ ਵੀ ਇੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਅਰਥ ਕਰਾਏ ਨੇ। ਸੋ ਇਸ ਕਰਕੇ ਉਹ ਨਗਰ ਪੰਜੋਖਰਾ ਹੀ ਜਾਣਨਾ, ਬਾਕੀ ਜੋ ਸ਼ਬਦ ਥੋੜਾ ਬਹੁਤ ਆਵੇ ਉਹ ਫਰਕ ਸਮਝ ਲੈਣਾ। ਬਲੀ ਤਰੰਗ ਸੰਗ ਜਿਸ ਲਾਗੀ। ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਰਥ ਤੇ ਸਵਾਰ ਹੋਏ ਨੇ, ਸੁਖ ਨਾ ਜਾ ਰਹੇ ਨੇ। ਬਲੀ ਘੋੜੇ ਜਿਸ ਰਥ ਦੇ ਨਾਲ ਜੋਤੇ ਹੋਏ ਹਨ। ਰਤ ਚੰਚਲ ਜਾਨਾ ਚਰਨ ਭਾਗੀ। ਜਿਨ੍ਹਾਂ ਦੀ ਚਾਲ ਬੜੀ ਚੰਚਲ ਹੈ, ਬੜੀ ਤੇਜ਼ੀ ਨਾਲ ਤੁਰਦੇ ਆ। ਵੇਖਣ ਵਾਲੇ ਨੂੰ ਇਉਂ ਹੀ ਲੱਗਦਾ ਵੀ ਘੋੜੇ ਭੱਜੇ ਜਾ ਰਹੇ ਹਨ, ਪਰ ਉਹਨਾਂ ਦੀ ਚਾਲ ਹੀ ਇੰਨੀ ਚੰਚਲ ਹੈ ਵੀ ਆਪਣੇ ਤਾਂ ਤੌਰ 'ਤੇ ਤਾਂ ਤੁਰ ਹੀ ਰਹੇ ਨੇ ਸਹਿਜੇ ਸਹਿਜੇ, ਪਰ ਉਹਨਾਂ ਦੀ ਚਾਲ ਵੇਖ ਕੇ ਉਹ ਪ੍ਰਤੀਤ ਹੁੰਦਾ ਵੀ ਨੱਸੇ ਹੋਏ ਜਾ ਰਹੇ, ਇੰਨਾ ਪੈਂਡਾ ਤੈਅ ਕਰਦੇ ਨੇ। ਹੋਰ ਮਹਾਰਾਜ ਦੇ ਵੱਡੇ ਵੱਡੇ ਸੂਰਮੇ, ਵੱਡੇ ਵੱਡੇ ਬਲੀ, ਜੋ ਚੰਗੀ ਕਮਾਈ ਕਰਨ ਵਾਲੇ ਉਸ ਵੇਲੇ ਮਸੰਦ, ਉਹ ਵੀ ਸਤਿਗੁਰਾਂ ਦੇ ਨਾਲ ਚੱਲ ਰਹੇ ਹਨ। ਸ਼ਸਤਰ ਵਸਤਰ ਤੀ ਸ਼ੁਭਤ ਉਤੰਗ। ਸੋਹਣੇ ਵਸਤਰ ਚੋਲੇ ਪਹਿਨੇ ਹੋਏ ਨੇ, ਸੋਹਣੇ ਸ਼ਸਤਰ ਸਜਾਏ ਨੇ ਸੂਰਮਿਆਂ ਨੇ। ਸ਼ੁਭਤ ਉਤੰਗ ਬਹੁਤ ਹੀ ਲੰਮੇ ਲੰਮੇ ਤੇ ਸ਼ੋਭਾ ਪਾ ਰਹੇ ਹਨ। ਸਤਿਗੁਰ ਕੀ ਪਾਛੀ ਲਗ ਚਲੀ। ਅੱਗੇ ਅੱਗੇ ਨਿਸ਼ਾਨ ਸਾਹਿਬ ਜਾ ਰਿਹਾ ਹੈ, ਫਿਰ ਨਗਾਰੇ ਵੱਜ ਰਹੇ ਨੇ। ਮਗਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਾ ਰਹੇ ਨੇ, ਉਹ ਤੋਂ ਮਗਰ ਸੂਰਮੇ ਜਾ ਰਹੇ ਹਨ। ਦਿਨ ਵਹਿ ਗਮਨ ਪੰਥ ਦਸਾਲੀ। ਦੇਣ ਦੇ ਸਮੇਂ ਮਹਾਰਾਜ ਸਾਹਿਬ ਜੀ ਰਸਤਾ ਹੀ ਤੈਅ ਕਰਦੇ ਨੇ ਵੀ ਜਿੰਨਾ ਪੈਂਡਾ ਤੈਅ ਹੋਵੇ, ਵੱਧ ਤੋਂ ਵੱਧ ਮੰਜ਼ਿਲ ਤੈਅ ਕੀਤੀ ਜਾਵੇ। ਸੇਵਰ ਕਰਿ ਜਾਮਨ ਭੂਪਾਈ। ਤੇ ਜਦੋਂ ਰਾਤ ਦਾ ਸੰਧਿਆ ਦਾ ਸਮਾਂ ਨੇੜੇ ਆਉਂਦਾ, ਉਦੋਂ ਡੇਰਾ ਕਰ ਲੈਂਦੇ ਆ, ਕਿਉਂਕਿ ਚਾਨਣੇ ਰੁਕਣਾ ਹੁੰਦਾ ਨਾ, ਵੀ ਚੰਗੀ ਤਰ੍ਹਾਂ ਆਸਣ ਵੀ ਚਾਨਣ ਵਿੱਚ ਲੱਗ ਜਾਣ। ਫਿਰ ਲੰਗਰ ਤਿਆਰ ਕਰਨ ਲਈ ਲੋਹਾ, ਜਿੱਥੇ ਵੀ ਚੁੱਲ੍ਹੇ ਪੱਟਣੇ ਆ ਲੰਗਰ ਬਣਾਉਣ ਦੇ ਲਈ, ਉਹ ਲਾਂਗਰੀ ਵੀ ਆਪਣੀ ਤਿਆਰੀ ਕਰ ਲੈਣ। ਇਵੇਂ ਮਹਾਰਾਜ ਸਾਹਿਬ ਦਿਨ ਸਮੇਂ ਚੱਲਦੇ ਨੇ। ਥੋੜਾ ਜਿਹਾ ਦਿਨ ਰਹੇ ਤੋਂ ਰੁਕ ਜਾਂਦੇ ਹਨ ਰਾਤ ਵਿਸ਼ਰਾਮ ਕਰਨ ਵਾਸਤੇ। ਖਾਨ ਪਾਨ ਕਰਕੇ ਸਮੁਦਾਈ। ਜਦੋਂ ਲੰਗਰ ਤਿਆਰ ਹੋ ਗਿਆ, ਪ੍ਰਸ਼ਾਦਾ ਛਕ ਲਿਆ ਸਮੂਹ ਸਿੱਖ ਸੰਗਤਾਂ ਨੇ। ਬੜੇ ਸੁੱਖ ਨਾਲ ਗੁਰੂ ਜਪਦਿਆਂ ਸੁੱਤੇ ਆ। ਰਾਤ ਦਾ ਸਮਾਂ ਬਤੀਤ ਹੋ ਗਿਆ। ਅੰਮ੍ਰਿਤ ਵੇਲਾ ਹੋਇਆ ਤਾਂ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਅਗਲੀ ਮੰਜ਼ਿਲ ਨੂੰ ਸੰਭਾਲ ਲੈਂਦੇ ਨੇ। ਉਸੇ ਵੇਲੇ ਕਹਿੰਦੇ ਵੀ ਹੁਣ ਇੱਥੋਂ ਚਾਲਾ ਪਾਓ, ਅੱਗੇ ਜਿੰਨਾ ਵੱਧ ਤੋਂ ਵੱਧ ਮੰਜ਼ਿਲ ਪੈਂਡਾ ਤੈਅ ਹੋਵੇ ਚੱਲਣਾ ਕਰੀਏ। ਇਸੇ ਤਰ੍ਹਾਂ ਹੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਰਸਤੇ ਵਿੱਚ ਚੱਲਦੇ ਹੋਏ, ਮਾਰਗ ਵਿੱਚ ਚੱਲਦੇ ਹੋਏ ਮਹਾਰਾਜ ਜਾ ਰਹੇ ਨੇ। ਰਾਤ ਵਿਸ਼ਰਾਮ ਕਰਦੇ, ਸਵੇਰੇ ਤੜਕੇ ਹੀ ਉੱਠ ਕੇ ਫਿਰ ਤੋਰ ਦਿੰਦੇ ਨੇ।
ਤੇ ਦਿਨੇ ਚੱਲਦੇ ਰਹਿੰਦੇ ਹਨ, ਫਿਰ ਵਿਸ਼ਰਾਮ ਕਰਦੇ ਹਨ। ਏਕ ਨਗਰ ਤਬ ਆਈ ਅਗਾਰੀ। ਤੇ ਚਲਦਿਆਂ ਕਹਿੰਦੇ ਵੀ ਅੱਗੇ ਇੱਕ ਨਗਰ ਆਇਆ ਥਨੇਸਰ ਜਾਂ ਕੁਰਖੇਤਰ, ਇਹ ਲਿਖਿਆ ਤਾਂ ਜ਼ਰੂਰ ਹੈ ਪਰ ਅਸਲ ਵਿੱਚ ਇਹ ਸਮਝ ਲੈਣਾ ਵੀ ਪੰਜੋਖਰੇ ਸਾਹਿਬ ਹੀ ਮਹਾਰਾਜ ਠਹਿਰੇ ਹੋਏ ਹਨ। ਕਰਿਓ ਸਿਵਰ ਤਹ ਉੱਤਰ ਪਰੀ ਹੈ। ਜਦੋਂ ਡੇਰਾ ਕੀਤਾ ਪੰਜੋਖਰੇ ਸਾਹਿਬ, ਮਹਾਰਾਜ ਵੀ ਉਤਰੇ, ਸਤਿਗੁਰਾਂ ਦਾ ਵੀ ਆਸਣ ਲੱਗ ਪਿਆ, ਮਸੰਦ ਸੂਰਮੇ ਪਰਿਵਾਰ ਸਾਰੇ ਥਾਂ ਥਾਈਂ ਠਹਿਰ ਗਏ। ਵਾਹਨ ਪਾਈ ਜੀਨ ਖਰੀ ਹੈ। ਵਾਹਨ ਪਾਏ ਜੀਨ ਖਰੇ ਹੈ, ਤੇ ਜਿਹੜੇ ਵਾਹਨ ਨੇ ਉਹਨਾਂ ਦੇ ਨਾਲ ਘੋੜੇ ਜੁੱਤੇ ਹੋਏ ਹਨ, ਰਥਾਂ ਦੇ ਨਾਲ ਜਾਂ ਘੋੜਿਆਂ ਦੇ ਉੱਤੇ ਕਾਠੀਆਂ ਪਾਈਆਂ ਨੇ, ਤਿਆਰ ਹਨ। ਇੱਕ ਪੰਡਤ ਵਿਦਿਆ ਕਨੀ। ਇੱਥੇ ਕੀ ਫਿਰ ਇੱਕ ਘਟਨਾ ਵਾਪਰੀ ਵੀ ਬੜੀ ਘਣੀ ਵਿਦਿਆ ਪੜ੍ਹੀ ਇੱਕ ਪੰਡਤ ਨੇ। ਪੰਡਤ ਦਾ ਅਰਥ ਹੀ ਹੁੰਦਾ ਵਿਦਵਾਨ, ਬਹੁਤਾ ਹੀ ਵੱਡਾ ਵਿਦਵਾਨ ਸੀ। ਇਹਨੇ ਸਾਰੀ ਉਮਰ ਆਪਣੀ ਧਰਮ ਗ੍ਰੰਥਾਂ ਨੂੰ, ਵੇਦਾਂ ਸ਼ਾਸਤਰਾਂ ਨੂੰ ਘੋਖਦਿਆਂ, ਵਿਚਾਰਦਿਆਂ, ਕੰਠ ਕਰਦਿਆਂ, ਅਰਥ ਪੜ੍ਹਦਿਆਂ ਪੜ੍ਹਾਉਂਦਿਆਂ ਬਤੀਤ ਕੀਤੀ। ਬੁੱਧੀ ਬੜ ਹੰਕਾਰ ਸੋ ਸਨੇ। ਤੇ ਫਿਰ ਇਹ ਤਾਂ ਬਹੁਤ ਘੱਟ ਹੀ ਹੁੰਦਾ ਹੈ ਨਾ ਵੀ ਕੋਈ ਪੜ੍ਹਿਆ ਵੀ ਚੰਗਾ ਹੋਵੇ ਤੇ ਉਹਨੂੰ ਹੰਕਾਰ ਨਾ ਹੋਵੇ ਤਾਂ ਕੋਈ ਬਿਰਲਾ ਹੁੰਦਾ, ਨਹੀਂ ਤਾਂ ਇਹ ਹੰਕਾਰ ਜਿਹੜਾ ਹੈ ਬਹੁਤਾ ਹੀ ਸਿਰ ਚੜ੍ਹ ਕੇ ਬੋਲਦਾ। ਬੁੱਧੀ ਬੜ ਹੰਕਾਰ ਸੋ ਸਨੀਏ। ਜਿਹੜਾ ਪੰਡਤ, ਇਹਦਾ ਨਾਮ ਲਾਲ ਨਾਮੀ ਪੰਡਤ ਲਾਲ ਚੰਦ ਵੀ ਲਿਖਿਆ ਕਈ ਥਾਈਂ। ਇਹ ਲਾਲਚਲ ਜਿਹੜਾ ਪੰਡਤ ਹੈ ਬੜਾ ਹੰਕਾਰਿਆ ਹੈ। ਇਹਨੂੰ ਇਹ ਆ ਵੀ ਮੈਂ ਬੜਾ ਪੜ੍ਹਿਆ ਹੋਇਆ ਹਾਂ। ਇਹਦੀ ਬੁੱਧ ਪੜ੍ਹਾਈ ਦੇ ਹੰਕਾਰ ਦੇ ਨਾਲ ਮਿਲੀ ਹੋਈ ਹੈ। ਇੱਕ ਤੋ ਵਿਦਿਆ ਕਹੋ ਮਦ ਭਾਰੀ। ਇੱਕ ਤਾਂ ਇਹਨੂੰ ਆਪਣੀ ਵਿਦਿਆ ਪੜ੍ਹੀ ਹੋਣ ਦਾ ਬੜਾ ਹੰਕਾਰ ਆ ਵੀ ਮੈਂ ਬੜਾ ਪੜ੍ਹਾਕੂ ਆ, ਮੇਰੇ ਵਰਗਾ ਕੋਈ ਵਿਦਵਾਨ ਨਹੀਂ ਆ ਇਲਾਕੇ ਵਿੱਚ। ਪ੍ਰਜਾਤ ਮਦ ਹਿਰਦੇ ਮਧਾਰੀ। ਤੇ ਦੂਸਰਾ ਇਹਨੂੰ ਹੰਕਾਰ ਇਹ ਆ ਵੀ ਮੈਂ ਬ੍ਰਾਹਮਣਾਂ ਤੋਂ ਸਭ ਤੋਂ ਉੱਚੀ ਜਾਤ ਦਾ ਹਾਂ। ਇਹ ਕਿਹਦਾ ਇਹਨੂੰ ਹੰਕਾਰ ਹੈ? ਇਹ ਵੀ ਹੰਕਾਰ ਜਾਤੀ ਦਾ, ਇਹ ਵੀ ਲੈ ਡੁੱਬਦਾ। ਇਹ ਦੋ ਤਰ੍ਹਾਂ ਦੇ ਹੰਕਾਰ 'ਚ ਫਸਿਆ ਵੀ ਇੱਕ ਮੈਂ ਵਿਦਵਾਨ ਹਾਂ, ਦੂਜਾ ਮੈਂ ਉੱਚੀ ਜਾਤ ਦਾ ਬ੍ਰਾਹਮਣ ਹਾਂ। ਆਪਣੇ ਸਾਮਨ ਜਾਣਹ ਕਾਹੂ। ਇੰਨਾ ਹੰਕਾਰ ਆ ਇਹ ਲਾਲਚਲ ਪੰਡਤ। ਕਵੀ ਜੀ ਕਹਿੰਦੇ ਆਪਣੇ ਬਰਾਬਰ ਜਾਣਦਾ ਹੀ ਕਿਸੇ ਨੂੰ ਨਹੀਂ, ਕਿਸੇ ਨੂੰ ਕੁਝ ਸਮਝਦਾ ਹੀ ਨਹੀਂ ਹੈ। ਜਿਵੇਂ ਇੰਨਾ ਹੰਕਾਰ ਜਾਫਰ ਕੇ ਤੁਰਦਾ ਏ ਵੀ ਮੈਂ ਉੱਚੀ ਜਾਤ ਦਾ, ਮੈਂ ਪੜ੍ਹਿਆ ਲਿਖਿਆ ਵਿਦਵਾਨ, ਕਿਸੇ ਨੂੰ ਕਹਿੰਦੇ ਆਪਣੇ ਬਰਾਬਰ ਜਾਣਦਾ ਹੀ ਨਹੀਂ। ਜੋ ਸਵਿਦਿਆ ਬਾਧਹ ਸੰਗਤਾਹੂ। ਜੋ ਸਵਿਦਿਆ ਬਾਧੇ ਸੰਗਤਾਹੂ। ਕਹਿੰਦੇ ਜਿਹੜਾ ਵੀ ਕੋਈ ਵਿਦਵਾਨ ਮਿਲੇ ਨਾ ਇਹਨੂੰ, ਕੋਈ ਪੜ੍ਹਿਆ ਲਿਖਿਆ, ਜਿਹਨੇ ਕੋਈ ਵਿਚਾਰੇ ਨੇ ਗ੍ਰੰਥ ਪੜ੍ਹਿਆ ਹੋਵੇ ਤੇ ਲਾਲਚਲ ਪੰਡਤ ਦੇ ਨਾਲ ਉਹਦਾ ਹੋ ਜਾਵੇ ਮਿਲਾਪ, ਉਹਦੇ ਨਾਲ ਫਿਰ ਇਹ ਝਗੜਾ ਕਰਦਾ, ਚਰਚਾ ਕਰਦਾ, ਉਹਦੀ ਕਹਿੰਦੇ ਵੀ ਵਿਦਿਆ ਨੂੰ ਘੱਟ ਜਣਾਉਂਦਾ ਵੀ ਤੂੰ ਤੇ ਪੜ੍ਹੇ ਕੁੱਖ ਨਹੀਂ, ਤੇਰੀ ਕੀ ਪੜ੍ਹਾਈ ਮੇਰੇ ਸਾਹਮਣੇ, ਤੂੰ ਤਾਂ ਮੇਰੇ ਸਾਹਮਣੇ ਅਨਪੜ੍ਹ ਹੀ ਐ, ਤੈਨੂੰ ਤੇ ਆਉਂਦਾ ਹੀ ਕੱਖ ਨਹੀਂ। ਇੱਦਾਂ ਝਗੜਾ ਕਰਕੇ ਦਲੀਲਬਾਜ਼ੀ ਦੇ ਨਾਲ ਨਰਾਦਰ ਕਰਦਾ ਹੈ ਹਰ ਇੱਕ ਦਾ। ਵਿਜੈ ਕਰਹਿ ਬਹਮਾਨ ਘਟਾਵੈ। ਤੇ ਕਹਿੰਦੇ ਵੀ ਫਿਰ ਹੁਣ ਪੜ੍ਹਿਆ ਜ਼ਿਆਦਾ ਹੋਣ ਕਰਕੇ ਤੇ ਜਿੱਤ ਲੈਂਦਾ ਹੈ, ਦੂਸਰੇ ਨੂੰ ਹਰਾ ਦਿੰਦਾ, ਤੇ ਜਦੋਂ ਹਰਾ ਦਿੰਦਾ ਹੈ ਤੇ ਫਿਰ ਉਹਦੀ ਨਰਾਦਰੀ ਕਰਦਾ ਹੈ, ਉਹਦਾ ਮਾਣ ਘਟਾਉਂਦਾ ਹੈ ਵੀ ਤੂੰ ਕਹਿੰਦਾ ਘਰੇ ਬੈਠ, ਤੂੰ ਮੇਰੇ ਵਰਗੇ ਵਿਦਵਾਨ ਨਾਲ ਕਦੇ ਫੇਰ ਨਾ ਪੰਗਾ ਲੈ ਲਈ। ਇਹ ਹੁੰਦਾ ਹੈ ਨਾ ਪੜ੍ਹਾਈ ਵਿੱਚ। ਹੁਣ ਪੜ੍ਹਨਾ ਨਹੀਂ ਮਾੜਾ, ਪੜ੍ਹ ਕੇ ਜਿਹੜਾ ਹੈਂਕੜ ਕਰ ਲੈਣੀ ਇਹੀ ਮਾੜੀ ਹੈ। ਅੱਜ ਕੱਲ੍ਹ ਵੀ ਇਹੀ ਚੱਲਦਾ ਨਾ ਕੰਮ, ਜਿਹੜੇ ਪੜ੍ਹ ਲੈਂਦੇ ਨੇ ਤੇ ਉਹ ਆਪਣੇ ਤੋਂ ਘੱਟ ਪੜ੍ਹੇ ਨੂੰ ਸਮਝਦੇ ਕੁੱਖ ਨਹੀਂ ਆ। ਉਹ ਕਹਿੰਦੇ ਵੀ ਤੂੰ ਤਾਂ ਬਸ ਗੱਲ ਹੀ ਨਾ ਕਰ, ਤੈਨੂੰ ਕੀ ਆਉਂਦਾ, ਅਸੀਂ ਡਿਗਰੀਆਂ ਕੀਤੀਆਂ। ਬੱਚੇ ਜਾਂਦੇ ਨੇ ਸਕੂਲਾਂ 'ਚੋਂ ਨਿਕਲ ਕੇ ਕਾਲਜਾਂ 'ਚ ਕੋਰਸ ਕਰਦੇ ਨੇ, ਉਹ ਫਿਰ ਉੱਥੇ ਇਹੋ ਜਿਹਾ ਮਾਹੌਲ ਹੁੰਦਾ ਹੈ, ਉਹ ਫਿਰ ਆਪਣੇ ਮਾਂ-ਬਾਪ ਜਿਹੜੇ ਪੜ੍ਹਾਉਂਦੇ ਨੇ ਉਹਨਾਂ ਨੂੰ ਵੀ ਉਹ ਕਹਿਣਗੇ ਵੀ ਤੁਸੀਂ ਸਾਡੇ ਮਗਰ ਨਾ ਆਇਓ। ਸਾਡੇ ਦੋਸਤ, ਸਾਡੇ ਮਿੱਤਰ ਉਹ ਟੀਚਰਾਂ ਕਰਨਗੇ ਵੀ ਤੁਹਾਡੇ ਮਾਂ-ਬਾਪ ਕਿੱਦਾਂ ਦੇ ਆ, ਵੀ ਇਹ ਤਾਂ ਅਨਪੜ੍ਹ ਜਿਹੇ ਲੱਗਦੇ ਆ, ਇਹਦਾ ਕੱਪੜੇ ਵੀ ਸਿੱਧੇ ਸਾਦੇ ਜਿਹੇ ਪਾਉਂਦੇ। ਇੱਦਾਂ ਦਾ ਕੰਮ ਹੀ ਚੱਲਦਾ ਅੱਜ ਕੱਲ੍ਹ ਵੀ ਜਿਨ੍ਹਾਂ ਬੱਚਿਆਂ ਨੂੰ ਮਾਪੇ ਪੜ੍ਹਾਉਣ ਸਕੂਲਾਂ 'ਚ ਭੇਜਦੇ ਆ, ਸਕੂਲੋਂ ਕਾਲਜ ਅੱਗੋਂ ਲੰਘਦੇ ਆ ਜਦੋਂ ਯੂਨੀਵਰਸਿਟੀਆਂ ਤੀਕਰ, ਫਿਰ ਉਹਨਾਂ ਨਿਆਣਿਆਂ ਨੂੰ ਵੀ ਇਉਂ ਲੱਗਦਾ ਵੀ ਸਾਡੇ ਮਾਂ-ਬਾਪ ਸਾਡੇ ਮਗਰ ਜੇ ਆਉਣ, ਮਿਲਣ ਵਾਸਤੇ ਹੀ ਭਾਵੇਂ ਆਉਣ, ਤਾਂ ਸਾਡੀ ਇਹ 'ਚ ਬੇਇੱਜ਼ਤੀ ਹੁੰਦੀ ਹੈ ਸੱਜਣਾ ਮਿੱਤਰਾਂ 'ਚ ਵੀ ਇਹਦੇ ਮਾਂ-ਬਾਪ ਕੈਸੇ ਆ, ਵੀ ਇਹ ਤਾਂ ਅਨਪੜ੍ਹ ਜਿਹੇ ਹੀ ਆ। ਸੋ ਇਹ ਵਿਦਿਆ ਪੜ੍ਹ ਕੇ ਜਦੋਂ ਇਹੋ ਜਿਹਾ ਖਿਆਲ ਆ ਗਿਆ, ਸਮਝੋ ਵੀ ਉਹ ਵਿਦਿਆ ਅਸਲ ਦੇ ਵਿੱਚ ਪੜ੍ਹ ਕੇ
ਜਿਸ ਕੰਮ ਲਈ ਉਹ ਪੜ੍ਹਾਈ ਕਰਨ ਚੱਲੇ ਸੀ ਉਹ ਤਾਂ ਬਿਲਕੁਲ ਲੁੱਟ ਹੋ ਗਿਆ। ਪੜ੍ਹ ਲਿਖ ਕੇ ਤਾਂ ਭਲਾ ਹੀ ਕਰਨਾ ਸੀ ਸਾਰਿਆਂ ਦਾ, ਪੜ੍ਹ ਲਿਖ ਕੇ ਵਿਦਿਆ ਵਿਚਾਰੀ, ਤਾਂ ਪੜ੍ਹਾਈ ਕੀਤੀ ਤੇ ਤਾਂ ਪਤਾ ਲੱਗਦੀ ਹੈ ਨਾ ਵੀ ਇਹ ਪੜ੍ਹਿਆ ਲਿਖਿਆ ਪਰਉਪਕਾਰੀ। ਜਦੋਂ ਪਰਉਪਕਾਰ ਕਰੇ ਨਾ ਫੇਰ ਬੰਦਾ ਕਵੇ ਵੀ ਇਹ ਬੜਾ ਪੜ੍ਹਿਆ ਲਿਖਿਆ ਹੈ। ਪਰ ਜਦੋਂ ਖੁਦ ਗਰਜ ਬਣ ਜੇ ਪੜ੍ਹਨ ਦੀ ਗੱਲ ਹੈ, ਇੰਜੀਨੀਅਰ ਕਦੇ ਘੱਟ ਪੜ੍ਹੇ ਹੁੰਦੇ ਆ, ਉਹ ਪ੍ਰੋਜੈਕਟ ਉਹ ਹੀ ਪਾਸ ਕਰ ਦਿੰਦੇ ਪੈਸੇ ਲੈ ਕੇ। ਆ ਡਾਕਟਰਾਂ ਨੇ ਘੱਟ ਪੜ੍ਹਾਈਆਂ ਕੀਤੀਆਂ, ਆ ਹੁਣੇ ਜੇ ਆਇਆ ਵੀ ਇਹਨਾਂ ਨੇ ਆ ਬਿਮਾਰੀ ਦੇ ਨਾਂ 'ਤੇ 100-200 ਬੰਦੇ ਦੇ ਅੰਗ ਹੀ ਕੱਢ ਤੇ, ਪੜ੍ਹੇ ਹੀ ਆ, ਉਹ ਕਿਹੜੇ ਅਨਪੜ੍ਹ ਹੈ ਵੀ ਅੰਗ ਹੀ ਕੱਢ ਕੇ ਵੇਚ ਕੇ ਖਾ ਗਏ ਨੇ। ਕਈਆਂ ਨੂੰ ਤਾਂ ਇਸ ਤਰ੍ਹਾਂ ਹੀ ਮਾਰ ਦਿੱਤਾ। ਵਕੀਲ ਘੱਟ ਪੜ੍ਹੇ ਹੁੰਦੇ ਆ, ਵਕੀਲ ਉਹਨਾਂ ਦੀ ਵੀ ਪੜ੍ਹਾਈ ਬਹੁਤ ਹੈ, ਪਰ ਜਿਹਦੇ ਵੱਲੋਂ ਜ਼ਿਆਦਾ ਪੈਸੇ ਮਿਲਦੇ ਆ ਉਹਦੇ ਵੱਲ ਦੀ ਵਕਾਲਤ ਕਰਦੇ, ਭਾਵੇਂ ਉਹ ਦੋਸ਼ੀ ਹੋਵੇ ਭਾਵੇਂ ਉਹ ਗੁਨਾਹੀ ਹੋਵੇ, ਉਹਨਾਂ ਨੂੰ ਇਹਨਾਂ ਮਤਲਬ ਨਹੀਂ, ਉਹਨਾਂ ਨੂੰ ਮਤਲਬ ਪੈਸੇ ਨਾ ਹੈ। ਸੋ ਇਸ ਤਰ੍ਹਾਂ ਗੱਲ ਕੀ ਹੈ ਵੀ ਪੜ੍ਹੇ ਲਿਖੇ ਵੀ ਜੇ ਪੜ੍ਹਾਈਆਂ ਕਰਕੇ ਤਾਂ ਐਸੇ ਕਰਮ ਕਰਦੇ, ਸਗੋਂ ਅਨਪੜ੍ਹ ਬੰਦਾ ਜਿਹੜਾ ਉਹ ਕੀ ਧੋਖਾ ਕਰ ਲੂ, ਉਹ ਕੀ ਨਕਲੀ ਪੁੱਲ ਬਣਾ ਦੂਗਾ, ਉਹ ਕਿਹੜੇ ਕਿਸੇ ਅੰਗ ਵੇਚ ਜੂਗਾ ਜਾਂ ਕਿਸੇ ਨਾਲ ਧੋਖਾ ਕਰ ਜੂਗਾ। ਅਸਲ 'ਚ ਜਿੰਨਾ ਬੰਦਾ ਚਤੁਰ ਹੋ ਗਿਆ ਪੜ੍ਹਾਈ ਕਰਕੇ, ਉਹਨਾਂ ਦਗੇਬਾਜ਼ੀ, ਫਰੇਬਬਾਜ਼ੀ, ਧੋਖਾ ਸਭ ਕੁਝ ਸਾਧ ਸੰਗਤ ਵਧਿਆ ਹੀ ਹੈ, ਘਟਿਆ ਨਹੀਂ ਹੈ। ਬਜ਼ੁਰਗ ਬੈਠੇ ਹੈ, ਆ ਲੁੱਟਾਂ ਖੋਹਾਂ, ਨਸ਼ੇ, ਲੜਾਈ ਝਗੜੇ ਵਧੇ ਹੀ ਹਨ, ਘਟੇ ਨਹੀਂ ਹਨ। ਜੇ ਕੋਈ ਆਖੇ ਵੀ ਇਹ ਅਨਪੜ੍ਹ ਜੀ ਲੜਦੇ ਨੇ, ਨਹੀਂ, ਉਹਨਾਂ ਦੀ ਤਾਂ ਲੜਾਈ ਵੀ ਵਿਚਾਰਿਆਂ ਦੀ ਜੇ ਹੋਵੇ ਤਾਂ ਬਸ ਥੋੜ੍ਹਾ ਬਹੁਤ ਕਿਤੇ ਤੱਤੇ ਹੋ ਜਾਂਦੇ ਆ, ਪਰ ਜਿਹੜੇ ਪੜ੍ਹ ਕੇ ਸ਼ੈਤਾਨ ਬਣਦੇ ਨੇ ਨਾ, ਉਹਦਾ ਤੋੜ ਨਹੀਂ ਕਿਸੇ ਪ੍ਰਕਾਰ ਨਾਲ। ਸੋ ਇਸ ਕਰਕੇ ਕਹਿਣ ਤੋਂ ਭਾਵ ਇਹ ਹੈ ਵੀ ਪੜ੍ਹ ਲਿਖਣ ਦਾ ਫਾਇਦਾ ਤਾਂ ਹੈ ਜੇ ਅਕਲ ਅੱਗੇ ਨਾਲੋਂ ਵਧੇ। ਪੜ੍ਹਿਆ ਲਿਖਿਆ ਬੰਦਾ ਜੇ ਆਪਣੇ ਮਾਂ-ਬਾਪ ਦੀਆਂ ਲੱਤਾਂ ਘੁੱਟਣ ਤੋਂ ਸ਼ਰਮ ਕਰਦਾ ਹੈ, ਉਹਦੀ ਪੜ੍ਹਾਈ ਨੂੰ ਲਾਹਨਤ ਹੈ। ਜੇ ਪੜ੍ਹ ਲਿਖ ਕੇ ਉਹਨੂੰ ਆਪਣੇ ਬਜ਼ੁਰਗਾਂ ਦੇ ਕੱਪੜਿਆਂ ਜੋ ਮੁਸ਼ਕ ਆਉਂਦਾ ਹੈ, ਉਹਨਾਂ ਦੀਆਂ ਗੱਲਾਂ ਇਉਂ ਲੱਗਦੀਆਂ ਹੈ ਵੀ ਤੁਸੀਂ ਪੁਰਾਣੇ ਰਿਵਾਜ ਦੇ, ਇਹੋ ਜਿਹੀ ਪੜ੍ਹਾਈ ਕੀ ਕਰਨੀ ਹੈ, ਫਿਰ ਚੱਟਣੀ ਹੈ। ਪੜ੍ਹਿਆ ਲਿਖਿਆ ਉਹਦਾ ਦੂਜੇ ਨਾਲੋਂ ਵੱਧ ਸੇਵਾ ਕਰੇ, ਦੂਜੇ ਨਾਲੋਂ ਵੱਧ ਉਹਨੂੰ ਬੋਲਣ ਦੀ ਲਿਆਕਤ ਹੋਵੇ, ਦੂਜੇ ਨਾਲੋਂ ਵੱਧ ਸਤਿਕਾਰ ਕਰਨਾ ਆਉਂਦਾ ਹੋਵੇ, ਬੰਦਾ ਆਖੇ ਵੀ ਆਹ ਪੜ੍ਹਿਆ ਲਿਖਿਆ ਹੁੰਦਾ ਵੀ ਇਹਨੇ ਪੜ੍ਹਾਈ ਕੀਤੀ ਹੈ। ਨਹੀਂ ਤੇ ਫਿਰ ਜੇਤਾ ਪੜ੍ਹਿਆ ਤੇਤਾ ਕੜਿਆ, ਐਵੇਂ ਕੱਢਦਾ ਝੂਰਦਾ ਰਹਿੰਦਾ ਹੈ ਬੰਦਾ। ਇਹ ਲਾਲਚਨ ਪੰਡਤ ਜਿਹੜਾ ਹੈ ਨਾ, ਇਹਨੂੰ ਪੜ੍ਹਾਈ ਦਾ ਹੀ ਮਾਣ ਲੈ ਕੇ ਬੈਠਾ। ਇਹ ਜੇ ਆਪਣੇ ਤੋਂ ਘੱਟ ਪੜ੍ਹੇ ਨੂੰ ਵੇਖਦਾ ਹੈ, ਉਹਦੇ ਨਾਲ ਧੱਕੋ ਮੱਲੋ ਮੱਲੀ ਐਵੇਂ ਸਿਰ ਅੜਾ ਲੈਂਦਾ, ਸਿੰਘ ਅੜਾ ਲੈਂਦਾ। ਫਿਰ ਉਹ ਸਾਹਮਣੇ ਵਾਲੇ ਨੂੰ ਜੇ ਵਿਚਾਰੇ ਨੂੰ ਕੋਈ ਗ੍ਰੰਥ ਨਾ ਪੜ੍ਹਿਆ ਹੋਣ ਕਰਕੇ ਗੱਲ ਨਹੀਂ ਆਉਂਦੀ, ਨਹੀਂ ਪੜ੍ਹੇ ਹੁੰਦੇ ਸਾਰੇ ਗ੍ਰੰਥ ਕਿਸੇ ਨੇ, ਤੇ ਜੇ ਨਹੀਂ ਪੜ੍ਹਿਆ ਤੇ ਉਹਦੀ ਹਾਨੀ ਕਰਦਾ ਹੈ, ਫਿਰ ਮਾਣ ਘਟਾ ਕੇ ਬੇਇੱਜ਼ਤ ਕਰਕੇ ਭੇਜਦਾ ਹੈ। ਵਿਦਿਆ ਬਲਤੀ ਮਾਦੀ ਉਪਜਾਵਹਿ। ਸੋ ਇਸ ਤਰ੍ਹਾਂ ਆਪਣੀ ਵਿਦਿਆ ਦੇ ਬਲ ਤਾਕਤ ਦੇ ਹੰਕਾਰ ਕਰਕੇ ਬਹੁਤਾ ਹੀ ਦਿਲ 'ਚ ਹੰਕਾਰ ਉਪਾਉਂਦਾ ਪੈਂਦਾ। ਮੇਰੇ ਵਰਗਾ ਕੋਈ ਹੈ ਕਿਸੇ ਜੇ ਨਹੀਂ ਸਿਆਣਪ ਜਿਹੜਾ ਮੇਰੇ ਨਾਲ ਚਰਚਾ ਕਰ ਸਕੇ, ਮੇਰੇ ਨਾਲ ਡਿਬੇਟ ਕਰ ਸਕੇ। ਸਹਿਜ ਸੁਭਾਇਕ ਸੋ ਤਹ ਜਾਈ। ਤੇ ਇਸ ਤਰ੍ਹਾਂ ਸਹਿਜ ਸੁਭਾਵਕ ਹੀ ਕਹਿੰਦੇ, ਜਦੋਂ ਡੇਰਾ ਲੱਗਾ ਸੀ ਪੰਜੋਖਰੇ ਸਾਹਿਬ, ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਘੋੜੇ ਵੱਜੇ ਸਨ, ਤੇ ਜਦੋਂ ਇਹ ਕਿਤੇ ਦਾਲ ਉਤਰਿਆ ਹੋਵੇ, ਘੋੜੇ ਦੂਰ ਦੂਰ ਤੀਕਰ ਵੱਜੇ ਹੁੰਦੇ ਆ, ਪੜਾ ਲੱਗਦਾ ਤਾਂ ਹਰ ਇੱਕ ਦੀ ਨਿਗਾਹ ਵਿੱਚ ਆ ਜਾਂਦਾ ਏ ਸਹਿਜ ਸੁਭਾਅ ਲਾਲ ਚੰਦ ਪੰਡਤ ਉਧਰ ਦੀ ਸਤਿਗੁਰਾਂ ਦੇ ਡੇਰੇ ਦੇ ਨੇੜਿਓਂ ਜਾ ਰਿਹਾ ਸੀ। ਸਤਿਗੁਰ ਡੇਰਾ ਉਤਰਾਈ, ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਪੜਾ ਕੀਤਾ ਸੀ ਠਹਿਰਨ ਦੇ ਵਾਸਤੇ। ਇੱਕ ਸਿੱਖ ਸੋ ਤਬ ਬੂਝਣ ਲੱਗਾ। ਇੱਕ ਸਿੱਖ ਮਿਲਿਆ ਇਹਨੂੰ, ਆਪਣਾ ਘੋੜੇ ਦੇ ਖਰਕਣਾ ਫੇਰਦਾ ਹੋਇਆ ਉਹਦੇ ਨੇੜੇ ਹੋ ਕੇ ਪੰਡਤ ਲਾਲ ਚੰਦ ਪੁੱਛਣ ਲੱਗਾ ਵੀ ਹੇ ਸਿੱਖਾ, ਉਤਰਿਓ ਆਨ ਕੌਣ ਇਸ ਜਗ੍ਹਾ। ਕਹਿੰਦੇ ਇਸ ਜਗ੍ਹਾ ਦੇ ਕੌਣ ਆ ਕੇ ਉਤਰਿਆ, ਵੀ ਬੜੀ ਫੌਜ ਹੈ, ਬੜੇ ਘੋੜੇ ਆ, ਰਾਸ ਰੂਸ ਬੜਾ ਸ਼ਾਹੀ ਠਾਠ ਹੈ, ਵੀ ਕੌਣ ਆਇਆ ਹੋਇਆ, ਕੋਈ ਰਾਜਾ ਰੂਜਾ ਆਇਆ ਜਾਂ ਕਿਵੇਂ ਹੈ, ਵੀ ਇੱਥੇ ਪੜਾ ਕਿੰਨੇ ਉਤਾਰਾ ਕਿੰਨੇ ਕੀਤਾ। ਇਹ ਪੰਡਤ ਨੇ ਪੁੱਛ ਲਿਆ ਕਿਸ ਥਲ ਤੇ ਆਇਓ ਕਿਤ ਜਾਤ। ਤੇ ਫਿਰ ਨਾਲ ਇਹ ਵੀ ਸਵਾਲ ਦੂਜਾ ਕਰਦਾ ਵੀ ਕਿਹੜੇ ਪਾਸਿਓਂ ਆ ਰਹੇ ਤੁਸੀਂ, ਅੱਗੇ ਕਿਧਰ ਨੂੰ ਜਾ ਰਹੇ ਹੋ, ਕੌਣ ਨਾਮ ਹੈ ਕਹੋ ਸਭ ਬਾਤ। ਤੇ ਪੰਡਤ ਲਾਲ ਚੰਦ ਸਿੱਖ ਨੂੰ ਕਹਿੰਦਾ ਵੀ ਨਾਮ ਕੀ ਹੈ ਜਿਨ੍ਹਾਂ ਦਾ ਇੱਥੇ ਪੜਾ ਹੈ, ਜਿਨ੍ਹਾਂ ਦੇ ਤੁਸੀਂ ਨਾਲ ਆਏ ਹੋ, ਇਹ ਸਾਰੀਆਂ ਗੱਲਾਂ ਕਹਿੰਦਾ ਪ੍ਰਗਟ ਕਰਕੇ ਦੱਸੋ। ਸਿੱਖ ਨੇ ਸਤਿਗੁਰ ਹੈ। ਸਿੱਖ ਸੁਣ ਕੇ ਪੰਡਤ ਲਾਲ ਚੰਦ ਕੋ ਕਹਿਣ ਲੱਗਾ ਜੀ
ਹਾਂ ਪੰਡਤ ਜੀ, ਸਤਿਗੁਰੂ ਸਾਹਿਬ ਜੀ ਆਏ ਹਨ। ਸ੍ਰੀ ਹਰਿ ਕ੍ਰਿਸ਼ਨ ਨਾਮ ਜਗ ਕਹੈ। ਸ਼੍ਰੀ ਹਰਿ ਕ੍ਰਿਸ਼ਨ, ਉਹਨਾਂ ਦਾ ਨਾਮ ਸਾਰਾ ਜਗਤ ਸਤਿਕਾਰ ਨਾਲ ਲੈਂਦਾ ਏ। ਸ੍ਰੀ ਨਾਨਕ ਗੱਦੀ ਪਰ ਥਿਤ ਹੈ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਗੁਰਤਾ ਗੱਦੀ ਤੇ 8ਵੇਂ ਥਾਂ ਤੇ ਬਿਰਾਜਮਾਨ ਹੋਏ ਨੇ। ਹਰ ਅਵਤਰੀ ਸ਼ੁਭਤ ਸਮਝਿਤ ਹੈ। ਆਏ ਤਾਂ ਕਹਿਣ ਲੱਗਾ ਸਿੱਖ ਵੀ ਪੰਡਤ ਜੀ, ਗੁਰੂ ਹਰਿਕ੍ਰਿਸ਼ਨ ਸਾਹਿਬ ਤਾਂ ਹਰੀ ਆਪ ਹੀ ਆਏ ਹਨ। ਸ਼ੁਭਤ ਬੜੇ ਸੋਹਣੇ ਤੇ ਸਮਚਿਤ ਨੇ, ਸਮਾਨ ਬਿਰਤੀ ਰੱਖਦੇ ਐ। ਬਹੁਤ ਹੀ ਸੋਹਣਾ ਮਹਾਰਾਜ ਸਾਹਿਬ ਦਾ ਸਰੂਪ ਹੈ। ਰੱਬੀ ਅਵਤਾਰ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ, ਅਤੇ ਫਿਰ ਸਮਚਿਤ ਰਹਿੰਦੇ ਨੇ। ਨਰਾਦਰੀ ਦੇ ਵਿੱਚ, ਸਤਿਕਾਰ ਦੇ ਵਿੱਚ ਆਪਣੇ ਪਰਾਏ ਨਾਲ ਕੋਈ ਫਰਕ ਨਹੀਂ ਰੱਖਦੇ, ਸਭ ਨਾਲ ਸਮਾਨ ਬਿਰਤੀ ਠਹਿਰ ਕੇ ਰੱਖਦੇ ਹਨ। ਸੋਨ ਸਹ ਸਕਿਉ ਨਾ ਫੁਨਸਿਉ ਮਾਨੀ। ਜਦੋਂ ਮਹਾਰਾਜ ਦਾ ਨਾਮ ਬੜੇ ਸਤਿਕਾਰ ਦੇ ਨਾਲ ਸਿੱਖ ਨੇ ਲਿਆ ਤਾਂ ਇਹ ਪੰਡਤ ਪੜ੍ਹਾਈ ਦਾ ਹੰਕਾਰਿਆ। ਇਹ ਸੁਣ ਕੇ ਤੇ ਮਹਾਰਾਜ ਦੀ ਵਡਿਆਈ ਨਹੀਂ ਇਹਦੇ ਕੋ ਸਹਾਰੀ ਗਈ। ਹਰਿ ਕ੍ਰਿਸ਼ਨ ਸਾਹਿਬ ਨਾਮ ਸੁਣ ਕੇ ਹੀ ਖੁਨਸਿਓ, ਕਹਿੰਦੇ ਵੀ ਉਸੇ ਵੇਲੇ ਈਰਖਾ ਦੇ ਦਵੈਸ਼ ਕਰਕੇ ਕਹਿੰਦੇ ਵੀ ਇਹ ਬੜਾ ਖੁਨਸਿਆ, ਈਰਖਾ ਜੀ ਕੀਤੀ। ਮਾਨੀ ਹੰਕਾਰੀ ਪੰਡਤ ਕਹਿਣ ਲੱਗਾ, ਮਦ ਸੋ ਅੰਧਾ ਬੁੱਧ ਹੈਰਾਨੀ। ਕਹਿੰਦੇ ਵੀ ਜਿਹੜਾ ਵਿਦਿਆ ਦੇ ਆਪਣੀ ਜਾਤ ਦੇ ਹੰਕਾਰ ਕਰਕੇ ਅੰਨਾ ਹੋਇਆ ਹੈ, ਜਿਹਦੀ ਮਤ ਮਾਨੋ ਵੀ ਹੈਰਾਨੀ ਚਲੀ ਹੋਈ ਗਈ, ਮਤ ਮਾਰੀ ਗਈ ਹੈ। ਕਹਿ ਦੇਜ ਭੇ ਸ੍ਰੀ ਕ੍ਰਿਸ਼ਨ ਮਹਾਨੇ। ਇਸ ਤਰ੍ਹਾਂ ਪੰਡਤ ਕਹਿਣ ਲੱਗਾ, ਕਹਿ ਦਿਜ, ਪੰਡਤ ਕਹਿੰਦਾ ਭੇ ਸ੍ਰੀ ਕ੍ਰਿਸ਼ਨ ਮਹਾਨੇ। ਉਹ ਸਿੱਖਾ ਭਗਵਾਨ ਕ੍ਰਿਸ਼ਨ ਹੋਏ ਨੇ ਤ੍ਰੇਤੇ ਯੁੱਗ ਦੇ ਵਿੱਚ ਅਵਤਾਰ। ਵਾਹਿਗੁਰੂ ਹਾਂ, ਦੁਆਪਰ ਯੁੱਗ ਦੇ ਕ੍ਰਿਸ਼ਨ ਜੀ ਅਵਤਾਰ ਹੋਏ ਹਨ, ਬੜੇ ਮਹਾਨ। ਅਵਤਾਰੀ ਸਰਬ ਜਗ ਜਾਣੇ। ਉਹ ਤਾਂ ਅਵਤਾਰ ਲੈ ਕੇ ਆਏ ਤੇ ਸਾਰਾ ਜਗਤ ਸ਼੍ਰੀ ਕ੍ਰਿਸ਼ਨ ਭਗਵਾਨ ਨੂੰ ਜਾਣਦਾ ਹੈ। ਤੈਨ ਤੇ ਭੀ ਨਿਜ ਨਾਮ ਬੜੀਰਾ। ਕਹਿੰਦੇ ਤੁਹਾਡੇ ਗੁਰੂ ਸਾਹਿਬ ਏਦਾਂ ਦੇ ਆ ਵੀ ਕ੍ਰਿਸ਼ਨ ਭਗਵਾਨ ਦੇ ਨਾਲੋਂ ਵੀ ਵੱਡਾ ਨਾਮ ਰਖਾਇਆ ਹੋਇਆ ਏ। ਸ੍ਰੀ ਹਰਿ ਕ੍ਰਿਸ਼ਨ ਰਖਾਈ ਬਖੀਰਾ। ਉਹਨਾਂ ਦਾ ਤੇ ਨਾਮ ਪੰਡਤ ਕਹਿੰਦਾ ਕੱਲਾ ਸ਼੍ਰੀ ਕ੍ਰਿਸ਼ਨ ਸੀ, ਪਰ ਇਹ ਜਿਹੜੇ ਤੁਸੀਂ ਕਹਿੰਦੇ ਸਾਡੇ ਸਤਿਗੁਰੂ ਹੈ, ਇਹਨਾਂ ਨੇ ਆਪਣਾ ਨਾਮ ਹਰਿ ਕ੍ਰਿਸ਼ਨ ਰਖਾਇਆ ਹੋਇਆ। ਕ੍ਰਿਸ਼ਨ ਦੇ ਨਾਲੋਂ ਵੀ ਵੱਡੇ ਬਣ ਕੇ ਬੈਠਦੇ ਹਨ। ਤੈਨੂੰ ਕਰੀ ਗੀਤ ਸ਼ੁਭ ਗ੍ਰੰਥ। ਤੇ ਪੰਡਤ ਕਹਿੰਦਾ ਵੀ ਨਾਮ ਤਾਂ ਵੱਡਾ ਰਖਾਇਆ, ਨਾਮ ਵੱਡੇ ਰੱਖਣ 'ਚ ਕੀ ਹੋ ਜਾਂਦਾ ਏ। ਉਹ ਸਿੱਖਾ ਤੇਰੇ ਗੁਰੂ ਨੂੰ ਮੈਂ ਤਾਂ ਮੰਨਾਂ ਵੀ ਵਾਕਿਆ ਹੀ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਹਨ। ਮੈਂ ਪਰਖ ਕਰਾਂਗਾ। ਵੇਖ ਜਿਹੜੇ ਉਸ ਸਮੇਂ ਕ੍ਰਿਸ਼ਨ ਜੀ ਅਵਤਾਰ ਹੋਏ ਨੇ ਦੁਆਪਰ ਯੁੱਗ ਦੇ, ਉਹਨਾਂ ਨੇ ਬੜਾ ਸ਼ੁਭ ਗ੍ਰੰਥ ਗੀਤਾ ਨੂੰ ਰਚਨਾ ਕੀਤਾ ਹੈ। ਇਹ ਪਾਠ ਸੋਨਾ ਨਰ ਚਲਹਿ ਸੁਪੰਥ। ਤੇ ਜਿਨ੍ਹਾਂ ਦੇ ਲਿਖੇ ਗੀਤਾ ਗ੍ਰੰਥ ਨੂੰ ਪੜ੍ਹ ਕੇ ਸੁਣ ਕੇ ਤੇ ਮਨੁੱਖ ਸ਼ੁਭ ਮਾਰਗ ਤੇ ਚੰਗੇ ਰਸਤੇ ਤੇ ਚੱਲਦੇ ਹਨ। ਤੇ ਸ਼ਲੋਕ ਕੇ ਅਰਥ ਮਹਾਨੇ। ਤੇ ਇਹ ਦੱਸ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੋ ਤੁਹਾਡੇ ਨੇ, ਉਹ ਕ੍ਰਿਸ਼ਨ ਤੋਂ ਨਾਮ ਤਾਂ ਉਹਨਾਂ ਨੇ ਵੱਡਾ ਰਖਾਇਆ। ਤੇ ਕ੍ਰਿਸ਼ਨ ਜੀ ਨੇ ਪੰਡਤ ਲਾਲ ਚੰਦ ਕਹਿੰਦਾ ਵੀ ਗੀਤਾ ਰਚੀ ਆ, ਬੜਾ ਮਹਾਨ ਗ੍ਰੰਥ ਹੈ, ਪੜ੍ਹਨ ਸੁਣਨ ਵਾਲਿਆਂ ਦੀ ਕਲਿਆਣ ਹੁੰਦੀ। ਵੀ ਇੱਦਾਂ ਕਰਨ ਵੀ ਉਸ ਗੀਤਾ ਦੇ ਕੁਝ ਸ਼ਲੋਕ ਜੋ ਹਨ ਜਿਹਦੇ ਅਰਥ ਬੜੇ ਮਹਾਨ ਨੇ, ਬੜੇ ਔਖੇ ਨੇ। ਆ ਤੁਹਾਡੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਕੋਲੋਂ ਤਾਂ ਗੀਤਾ ਦੇ ਕੁਝ ਸ਼ਲੋਕਾਂ ਦੇ ਅਰਥ ਵੀ ਨਹੀਂ ਕਹੇ ਜਾਣੇ, ਬਸ ਨਾਮ ਹੀ ਵੱਡਾ ਰਖਾਇਆ ਹੈ ਨਾ। ਤੇ ਉਹਨਾਂ ਨੇ ਤਾਂ ਗੀਤਾ ਰਚੀ ਆ, ਤੁਹਾਡੇ ਗੁਰੂ ਦੇ ਕੋਲੋਂ ਗੀਤਾ ਦੇ ਅਰਥ ਵੀ ਨਹੀਂ ਕਹੇ ਜਾ ਸਕਦੇ। ਨਾਮ ਧਰਾਵਨ ਹੈ ਸੁਖੈਨ। ਕਿਉਂਕਿ ਨਾਮ ਤਾਂ ਜਿਹੜਾ ਮਰਜੀ ਪੰਡਤ ਕਹਿੰਦਾ ਰਖਾ ਲਵੇ, ਨਾਮ ਰੱਖਣਾ ਹੀ ਸੌਖਾ ਹੁੰਦਾ ਏ। ਇਹ ਕ੍ਰਿਸ਼ਨ ਜੀ ਨਾਲੋਂ ਵੱਡਾ ਨਾਮ ਸ੍ਰੀ ਹਰਿਕ੍ਰਿਸ਼ਨ ਨਾਮ ਜਿਹੜਾ ਰੱਖਿਆ, ਇਹ ਤਾਂ ਸੌਖਾ ਕੰਮ ਹੈ, ਕੋਈ ਵੀ ਰੱਖ ਸਕਦਾ ਏ। ਪਰ ਜੇ ਕ੍ਰਿਸ਼ਨ ਜੀ ਨੇ ਜਿਨ੍ਹਾਂ ਨੇ ਗੀਤਾ ਲਿਖੀ ਹੈ, ਉਹਨਾਂ ਵਰਗੇ ਗੁਣ ਨਹੀਂ ਤੁਹਾਡੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦੇ ਅੰਦਰ ਹੈਗੇ। ਉਹਨਾਂ ਵਰਗੇ ਸ਼ੁਭ ਗੁਣ ਇਹਨਾਂ 'ਚ ਕਿੱਥੋਂ ਆ ਸਕਦੇ ਨੇ। ਉਹ ਤਾਂ ਅਵਤਾਰ ਹੋਏ ਨੇ, ਉਹਨਾਂ ਤਾਂ ਗੀਤਾ ਲਿਖੀ ਹੈ, ਉਹ ਤਾਂ ਭਗਵਾਨ ਹੋਏ ਨੇ, ਤੇ ਉਹਨਾਂ ਵਾਲੇ ਗੁਣ ਤੁਹਾਡੇ ਗੁਰੂ ਵਿੱਚ ਕਿੱਥੋਂ ਹਨ। ਤੇ ਹਾਂ, ਇੱਕ ਕਹਿੰਦਾ ਸ਼ਰਤ ਹੈ ਵੀ ਵਾਕਿਆ ਹੀ ਜੇ ਸ੍ਰੀ ਹਰਿਕ੍ਰਿਸ਼ਨ ਜਿਹੜਾ ਨਾਮ ਰੱਖਿਆ ਤੁਹਾਡੇ ਗੁਰੂ ਨੇ, ਇਹ ਜੇ ਸਫਲਾ ਕਰਨਾ ਹੈ ਨਾ,
ਵੀ ਵਾਕਈ ਮੈਂ ਮੰਨ ਜਾਵਾਂਗੇ ਵੀ ਇਹਨਾਂ ਜੋ ਨਾਮ ਰੱਖਿਆ ਹੈ ਬਿਲਕੁਲ ਠੀਕ ਰੱਖਿਆ ਏ। ਕਰ ਗੀਤਾ ਕੀ ਅਰਥ ਸੁਣਾਵਹੁ। ਹਾਂ ਜਾ ਆਪਣੇ ਗੁਰੂ ਸਾਹਿਬ ਨੂੰ ਕਹਿ ਜਾ ਕੇ ਵੀ ਮੈਨੂੰ ਗੀਤਾ ਦੇ ਅਰਥ ਕਰਕੇ ਸੁਣਾ ਦੇਣ। ਨਾਹੀਂ ਤਾਂ ਕੂਰ ਕਹਿਨ ਇਨ ਕੇਰੋ। ਜੇ ਤਾਂ ਗੀਤਾ ਦੇ ਅਰਥ ਨਾ ਕਰਦੇ ਤਾਂ ਮੈਂ ਮੰਨ ਜਾਗਾ ਵੀ ਵਾਕਈ ਇਹ ਨਾਮ ਜੋ ਰੱਖਿਆ ਨਾ ਠੀਕ ਰੱਖਿਆ, ਤੇ ਜੇ ਅਰਥ ਨਾ ਕਰ ਸਕੇ ਤਾਂ ਫਿਰ ਇਹ ਬਿਲਕੁਲ ਗੱਲ ਪ੍ਰਸਿੱਧ ਹੋ ਜਾਏਗੀ ਵੀ ਇਹਨਾਂ ਝੂਠਾ ਹੀ ਨਾਮ ਆਪਣਾ ਵੱਡਾ ਰਖਾਇਆ ਹੋਇਆ ਸ਼੍ਰੀ ਹਰਿ ਕ੍ਰਿਸ਼ਨ, ਕ੍ਰਿਸ਼ਨ ਤੋਂ ਵੱਡਾ, ਪਰ ਅਸਲ ਵਿੱਚ ਕ੍ਰਿਸ਼ਨ ਵਰਗਾ ਕੋਈ ਗੁਣ ਇਹਨਾਂ ਵਿੱਚ ਹੈ ਨਹੀਂ। ਹਮ ਨਹ ਮਾਨਹ ਕਹਿਬੂ ਤੇਰੋ। ਤੇ ਨਾਲ ਹੀ ਪੰਡਤ ਕਹਿਣ ਲੱਗਾ ਵੀ ਤੇਰੇ ਕਹੇ ਨੂੰ ਅਸੀਂ ਨਹੀਂ ਮੰਨਦੇ, ਜਿਹੜਾ ਤੂੰ ਕਹਿਣਾ ਵੀ ਗੁਰੂ ਨਾਨਕ ਦੀ ਗੱਦੀ ਦੇ ਬੈਠੇ ਨੇ, ਬੜੇ ਮਹਾਨ ਨੇ, ਸ਼੍ਰੀ ਹਰਿ ਕ੍ਰਿਸ਼ਨ ਨੇ, ਇਹ ਗੱਲ ਮੈਂ ਉੱਦਾਂ ਨਹੀਂ ਮੰਨਦਾ, ਮੈਂ ਤਾਂ ਪਰਖੇ ਤੋਂ ਫੇਰ ਮੰਨੂਗਾ। ਸੁਨਤ ਸਿੱਖ ਕਹਿ ਰਹੋ ਤੁਮ ਖਰੋ। ਆਏ ਜਦੋਂ ਪੰਡਤ ਨੇ ਗੱਲਾਂ ਕਹੀਆਂ ਤਾਂ ਸਿੱਖ ਕਹਿੰਦਾ ਵੀ ਪੰਡਤ ਜੀ ਫਿਰ ਇਉਂ ਕਰੋ ਵੀ ਤੁਹਾਨੂੰ ਉੱਤਰ ਤਾਂ ਮੈਂ ਆਪੋ ਕੀ ਦਵਾਂ, ਮੈਂ ਅਸੀਂ ਗੁਰੂ ਸਾਹਿਬ ਦੇ ਹੁਕਮ ਤੋਂ ਬਗੈਰ ਕੁਝ ਬੋਲਦੇ ਨਹੀਂ ਆ, ਤੁਸੀਂ ਇੱਥੇ ਕੁਝ ਸਮਾਂ ਖਲੋ ਤਾਂ ਮੈਂ ਹੁਣੇ ਹੀ ਸਤਿਗੁਰਾਂ ਕੋਲੋਂ ਹੋ ਕੇ ਆਇਆ। ਮੈਂ ਆਪ ਜਾਈ ਬੂਝਬੋ ਪਰੋਂ। ਮੈਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਜਾ ਕੇ ਪੁੱਛਦਾ, ਮਹਾਰਾਜ ਨੂੰ ਜਾ ਕੇ ਪਹਿਲਾਂ ਪੁੱਛਦਾ ਹੈ ਜਿਵੇਂ ਤੂੰ ਕਿਹਾ ਹੈ। ਗੁਰ ਸਮਰਥ ਹੈ ਸਭੀ ਭਾਂਤ। ਇਹਨਾਂ ਮੈਨੂੰ ਜ਼ਰੂਰ ਭਰੋਸਾ ਹੈ ਵੀ ਸਾਡੇ ਗੁਰੂ ਸਾਹਿਬ ਜੀ ਸਮਰੱਥ ਨੇ, ਸਭ ਤਰ੍ਹਾਂ ਕਰਕੇ ਕੋਈ ਉਹਨਾਂ ਵਿੱਚ ਊਣਤਾ ਹੀ ਨਹੀਂ ਹੈ। ਜੇ ਉਤਰ ਜੋ ਬੂਝਹ ਬਾਤ। ਤੇ ਇਹ ਤੈਨੂੰ ਮੈਂ ਦੱਸ ਦਿੰਦੇ ਆ ਵੀ ਜੋ ਵੀ ਤੂੰ ਬੁੱਝੇਗਾ, ਸਵਾਲ ਕਰੇਗਾ, ਪ੍ਰਸ਼ਨ ਕਰੇਗਾ, ਉਹਦਾ ਉੱਤਰ ਝਾਟੀ ਤੈਨੂੰ ਗੁਰੂ ਸਾਹਿਬ ਪਾਸੋਂ ਮਿਲ ਜਾਵੇਗਾ। ਕਿਉਂ ਕਹਿ ਸਿੱਖ ਗਇਓ ਗੁਰ ਪਾਸ। ਇਸ ਤਰ੍ਹਾਂ ਸਿੱਖ ਪੰਡਤ ਦੇ ਕੋਲੋਂ ਸੁਣ ਕੇ ਉਹਨੂੰ ਠਹਿਰਨ ਵਾਸਤੇ ਕਹਿ ਕੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਕੋਲ ਪਹੁੰਚ ਗਿਆ। ਸਿਰ ਨਿਵਾਈ ਕੀਨ ਅਰਦਾਸ। ਮਹਾਰਾਜ ਨੂੰ ਜਾ ਕੇ ਮੱਥਾ ਟੇਕਿਆ ਤੇ ਦੋਵੇਂ ਹੱਥ ਜੋੜ ਕੇ ਅਰਦਾਸ ਕੀਤੀ। ਦੇਜ ਕੀ ਕਹਿਵਤ ਸਕਲ ਸੁਨਾਈ। ਹੱਥ ਜੋੜ ਕੇ ਕਹਿਣ ਲੱਗਾ, ਹੇ ਸੱਚੇ ਪਾਤਸ਼ਾਹ, ਏਦਾਂ ਉਹ ਪੰਡਤ ਆਇਆ, ਇੱਕ ਬੜਾ ਵਿਦਿਆ ਦਾ ਮਾਨ ਹੈ, ਤੇ ਜਿਵੇਂ ਜਿਵੇਂ ਉਹਨੇ ਗੱਲ ਕਹੀ ਸੀ ਉਹ ਸਾਰੀ ਗੱਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਸਿੱਖ ਨੇ ਦੱਸ ਦਿੱਤੀ। ਕਰੂ ਹੈ ਕਿਮ ਕਹੂੰ ਸੁਨਾਈ। ਤੇ ਫਿਰ ਨਾਲ ਹੀ ਖਲੋ ਕੇ ਕਹਿਣ ਲੱਗਾ, ਹੇ ਮਹਾਰਾਜ ਸਾਹਿਬ ਜੀਓ, ਖਰੋ ਹੈ ਕਿਮ ਕਹੂੰ ਬੁਝਾਈ, ਆਪ ਕਿਰਪਾ ਕਰਕੇ ਦੱਸੋ ਵੀ ਮੈਂ ਉਹ ਪੰਡਤ ਨੂੰ ਉੱਥੇ ਰੁਕਣ ਵਾਸਤੇ ਕਹਿ ਕੇ ਆਇਆ ਹਾਂ, ਉਸ ਬ੍ਰਾਹਮਣ ਨੂੰ, ਉਹ ਖਲੋਤਾ ਹੈ, ਤੇ ਤੁਸੀਂ ਮੈਨੂੰ ਦੱਸੋ ਵੀ ਉਹਨੂੰ ਮੈਂ ਕੀ ਸਮਝਾਵਾਂ ਜਾ ਕਰਕੇ, ਤੁਸੀਂ ਆਪ ਕੁਝ ਵਚਨ ਕਹੋਗੇ ਜਾਂ ਮੈਂ ਆਪਣੇ ਤੌਰ ਤੇ ਪੰਡਤ ਨੂੰ ਕੁਝ ਕਹਿ ਦੇਵਾਂ। ਉਸ ਕੀ ਆਦਤ ਸ੍ਰੀ ਮੁਖ ਦੇ ਕਹਿਓ। ਤੇ ਜਦੋਂ ਮਹਾਰਾਜ ਸਾਹਿਬ ਨੂੰ ਉਹ ਗੱਲ ਦੱਸੀ ਵੀ ਸਤਿਗੁਰੂ ਜੀ ਬ੍ਰਾਹਮਣ ਕਹਿੰਦਾ ਨਾ ਤਾਂ ਕ੍ਰਿਸ਼ਨ ਤੋਂ ਵੀ ਵੱਡਾ ਰਖਾਇਆ, ਉਹਨਾਂ ਗੀਤਾ ਲਿਖੀ ਹੈ, ਅਰਥ ਵੀ ਕਰ ਦੇਣਗੇ, ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਮੁਸਕਰਾ ਪਏ, ਹੱਸ ਪਏ, ਤੇ ਹੱਸ ਕੇ ਆਪਣੇ ਮੁਖ ਤੋਂ ਬਚਨ ਕਿਹਾ। ਵਿਪਰ ਸ਼ਰਦਕ ਸੋਹਮ ਰਹਿਓ। ਕਹਿੰਦੇ ਹੇ ਗੁਰਸਿੱਖਾ ਵੀ ਤੂੰ ਕੀ ਕਵੇਂਗਾ ਉਹਨੂੰ, ਉਹਨੇ ਤੇਰੀ ਮੰਨਣੀ ਕੋਈ ਨਹੀਂ, ਕਿਉਂਕਿ ਅਸੀਂ ਇਹ ਗੱਲ ਜਾਣ ਲਈ ਵੀ ਉਹ ਬ੍ਰਾਹਮਣ ਅਸ਼ਰਦਕ ਜਿਹਾ ਹੈ, ਨਾਸਤਕ ਜੀ ਬਿਰਤੀ ਰੱਖਦਾ ਏ। ਚਹਿਤ ਜੀ ਉੱਤਰ ਦੇਬੂ ਤਾਹੀ। ਜੇ ਉਹ ਕੋਈ ਉੱਤਰ ਚਾਹੁੰਦਾ ਹੈ ਨਾ, ਸਾਡੇ ਕੋਲ ਪੁੱਛਣਾ ਚਾਹੁੰਦਾ ਸਵਾਲ, ਤਾਂ ਅਸੀਂ ਆਪ ਹੀ ਉਹਨੂੰ ਸਿੱਧਾ ਦੇਵਾਂਗੇ। ਕਰਹੁ ਹਕਾਰਨ ਹਮਾਰੀ ਪਾਹੀ। ਮਹਾਰਾਜ ਕਹਿੰਦੇ ਸਾਡੇ ਕੋਲ ਹੀ ਬੁਲਾ ਲਿਆ ਉਸ ਬ੍ਰਾਹਮਣ ਨੂੰ, ਉਸ ਪੰਡਤ ਨੂੰ ਇੱਥੇ ਹੀ ਲੈ ਆ, ਫਿਰ ਜੋ ਪੁੱਛੇਗਾ ਅਸੀਂ ਉਹਨੂੰ ਆਪ ਹੀ ਦੱਸ ਦਿੰਨੇ ਆ। ਜਿਮ ਜਿਤ ਚਾਹੀ ਤਿਮ ਦੇਹੋ ਬੁਝਾਈ। ਜਿਵੇਂ ਮਹਾਰਾਜ ਕਹਿੰਦੇ ਉਹ ਚਿੱਤ ਵਿੱਚ ਚਾਹੇਗਾ ਉਹਨੂੰ ਉਸੇ ਤਰ੍ਹਾਂ ਬੁਝਾ ਸਮਝਾ ਦੇਵਾਂਗੇ। ਤਰਕਤ ਮਹਾਮੂਢ ਕੀ ਨਿਆਈ। ਜਿਹੜਾ ਮਹਾਮੂਰਖਾਂ ਦੀ ਨਿਆਈ ਐਵੇਂ ਤਰਕ ਵਿਤਰਕ ਜੇ ਕਰ ਰਿਹਾ ਗੁਰੂ ਨਾਨਕ ਸਾਹਿਬ ਦੇ ਘਰ ਤੇ। ਬੁੱਧ ਬਿਲੋਚਨ ਨਿਰਮਲ ਚਾਰ। ਮਹਾਰਾਜ ਸਾਹਿਬ ਜੀ ਇੱਥੇ ਨੇਤਰਾਂ ਦਾ ਪ੍ਰਸੰਗ ਲੈ ਕੇ ਵੀ ਜਿਵੇਂ ਅੱਖਾਂ ਦੇ ਵਿੱਚ ਮੋਤੀਆ ਬਿੰਦ ਆ ਜਾਵੇ ਤੇ ਫਿਰ ਨਿਗਾਹ ਘਟ ਜਾਂਦੀ, ਐਵੇਂ ਸਾਹਿਬ ਕਹਿੰਦੇ ਵੀ ਜਿਹੜੀ ਪੰਡਤ ਦੀ ਬੁੱਧ ਹੈ ਨਾ, ਇਹ ਬੁੱਧ ਰੂਪੀ ਜਿਹੜੀਆਂ ਅੱਖਾਂ ਹਨ ਨਿਰਮਲ ਚਾਰ, ਜਿਹੜੀਆਂ ਬੁੱਧ ਰੂਪੀ ਅੱਖਾਂ ਨਿਰਮਲ ਤੇ ਬੜੀਆਂ ਸੋਹਣੀਆਂ ਹਨ। ਬਹੁਤ ਮੋਤੀਆ ਦੁਖ ਹੰਕਾਰ। ਉਹਦੀ ਕਹਿੰਦੇ ਬੁੱਧ ਰੂਪੀ ਅੱਖਾਂ ਦੇ ਬੜੀਆਂ ਸੋਹਣੀਆਂ ਸਨ, ਭਾਵ ਕਿ ਬੁੱਧ ਕਰਕੇ ਪੰਡਤ ਬੜਾ ਚਤਰ ਹੈ, ਪਰ ਗੱਲ ਇਹ ਹੋ ਗਈ ਵੀ ਹੋਤ ਮੋਤੀਆ ਦੁਖ ਹੰਕਾਰ, ਵੀ ਜਿਹੜਾ ਉਹਨੂੰ ਹੰਕਾਰ ਦਾ ਦੁੱਖ ਤੰਗ ਕਰ ਰਿਹਾ ਹੈ ਨਾ, ਹੰਕਾਰ ਕਰਕੇ ਸਿਰ ਮਾਰਦਾ ਫਿਰਦਾ ਐਵੇਂ ਹਰ ਇੱਕ ਦੇ ਨਾਲ,
ਇਹ ਮੰਨ ਲਓ ਵੀ ਉਹਦੀ ਚੰਗੀ ਮੱਤ ਦੇ ਵਿੱਚ ਮੋਤੀਆ ਉੱਤਰ ਆਇਆ ਹੈ, ਚਿੱਟਾਪਣ ਉੱਤਰ ਆਇਆ ਏ। ਆਪਨ ਆਪ ਕੋ ਲਖਨ ਵਿਸਾਲ ਤੇ ਫਿਰ ਜਿਹੜਾ ਆਪਣੇ ਆਪ ਨੂੰ ਉਹ ਸਭ ਤੋਂ ਵੱਡਾ ਮੰਨੀ ਬੈਠਾ ਨਾ, ਵੀ ਮੈਂ ਉਹ ਜਾਤ 'ਚ ਵੀ ਸਭ ਤੋਂ ਵੱਡਾ ਹੈ ਤੇ ਵਿਦਿਆ ਵਿੱਚ ਵੀ ਸਭ ਤੋਂ ਜ਼ਿਆਦਾ ਪੜ੍ਹਿਆ ਹਾਂ। ਇਹੀ ਅੰਧ ਹੋਵਨ ਸਭ ਕਾਲ ਤੇ ਇਹ ਫਿਰ ਮੋਤੀਏ ਤੋਂ ਬਾਅਦ ਕਹਿੰਦੇ ਵੀ ਉਹਨੂੰ ਅੰਧਪੁਣਾ ਹੋ ਗਿਆ, ਉਹਦੀ ਮੱਤ ਬਿਲਕੁਲ ਮਾਰੀ ਗਈ ਹੈ। ਹਰ ਸਮੇਂ ਕਰਕੇ ਉਹ ਅੰਨਾ ਹੀ ਹੋਇਆ ਫਿਰਦਾ, ਟੱਕਰਾਂ ਮਾਰਦਾ ਹੈ ਵਿਦਿਆ ਦੇ ਹੰਕਾਰ ਕਰਕੇ। ਸ਼ੁਭ ਗੁਣ ਬ੍ਰਿੰਦ ਤੇ ਜਦੋਂ ਅੱਖਾਂ ਦੇ ਵਿੱਚ ਨਿਗਾਹ ਨਾ ਹੋਵੇ ਫਿਰ ਸਾਹਮਣੇ ਕੁਝ ਦਿਖਣਾ ਵੀ ਕੀ ਹੈ। ਇਸੇ ਤਰ੍ਹਾਂ ਮਹਾਰਾਜ ਸਾਹਿਬ ਕਹਿੰਦੇ ਵੀ ਉਹਦੇ ਜਿਹੜਾ ਅੰਧੇਰਾ ਆ ਗਿਆ ਨਾ, ਇਹਦੇ ਕਰਕੇ ਸਾਹਮਣੇ ਵਾਲੇ ਦੇ ਉਹਨੂੰ ਗੁਣ ਚੰਗੇ ਦਿਖਦੇ ਹੀ ਨਹੀਂ ਹੈ। ਵੀ ਜੋ ਵੀ ਸਾਹਮਣੇ ਕੋਈ ਆਉਂਦਾ ਉਹਦੇ ਵਿੱਚ ਜੋ ਸ਼ੁਭ ਗੁਣ ਕੋਈ ਨੇਕ ਗੁਣ ਹੈ, ਅੰਨਾ ਹੋਣ ਕਰਕੇ ਵਿਦਿਆ ਦੇ ਹੰਕਾਰ ਕਰਕੇ ਪੰਡਤ ਨੂੰ ਕਿਸੇ ਦਾ ਗੁਣ ਨਜ਼ਰੀ ਨਹੀਂ ਆਉਂਦਾ, ਬਸ ਨੁਕਸ ਹੀ ਕੱਢਦਾ ਫਿਰਦਾ ਏ। ਨਾਗ ਪ੍ਰਭ ਮਿਲਨ ਸੁਦੂਰ ਬਿਲੰਦ ਤੇ ਇਸ ਕਰਕੇ ਜਦੋਂ ਰਸਤੇ ਤੇ ਚੱਲਣਾ ਅੱਖਾਂ ਦੀ ਰੌਸ਼ਨੀ ਤੋਂ ਬਿਨਾਂ ਔਖਾ ਹੁੰਦਾ। ਐਵੇਂ ਪਰਮੇਸ਼ਰ ਦੇ ਮਾਰਗ ਦੇ ਉੱਤੇ ਚੱਲਣਾ ਤੇ ਮਾਲਕ ਨੂੰ ਜਾ ਕੇ ਮਿਲਣਾ, ਇਹ ਪੰਡਤ ਦੇ ਵਾਸਤੇ ਤਾਂ ਬੜੀ ਦੂਰ ਦੀ ਗੱਲ ਹੈ। ਵਿਦਿਆ ਹਾਸਲ ਕਰਕੇ ਤਾਂ ਵਾਹਿਗੁਰੂ ਨੂੰ ਮਿਲਣਾ ਸੀ, ਪਰ ਇਹਦੇ ਲਈ ਔਖਾ ਹੋ ਗਿਆ ਕੰਮ। ਇਹ ਦੁਖ ਹਤਨ ਵੈਦ ਸਤਿਗੁਰ ਹੈ। ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਕੋਈ ਨਹੀਂ, ਇਹਦਾ ਦੁੱਖ ਜਿਹੜਾ ਹੈ ਨਾ ਮੋਤੀਏ ਦਾ, ਇਹਨੂੰ ਦੂਰ ਆਪਾਂ ਕਰਦੇ ਆ। ਇਹੋ ਜਿਹੇ ਦੁੱਖ ਕੱਟਣ ਵਾਸਤੇ ਹੀ ਤਾਂ ਗੁਰੂ ਨਾਨਕ ਸਾਹਿਬ ਜੀ ਵੈਦ ਰੂਪ ਡਾਕਟਰ ਰੂਪ ਹੋ ਕੇ ਆਏ ਹਨ। ਔਖਦ ਵਾਕ ਵਸਾਈ ਜਿਉਰ ਹੈ। ਹਾਂ, ਦੇ ਹਿਰਦੇ ਦੇ ਵਿੱਚ ਜੋ ਗੁਰਬਾਣੀ ਰੂਪੀ ਵਾਕ ਵਸ ਜਾਣੇ ਨੇ, ਜੋ ਕਿਸੇ ਦੇ ਹਿਰਦੇ 'ਚ ਵਸਾ ਦਿੰਦੇ ਨੇ ਗੁਰੂ ਨਾਨਕ ਸਾਹਿਬ ਕਿਰਪਾ ਕਰਕੇ। 8ਵੇਂ ਪਾਤਸ਼ਾਹ ਕਹਿੰਦੇ ਇਹੀ ਦਵਾਈ ਹੈ, ਇਹ ਅਸੀਂ ਰੋਗ ਦੂਰ ਕਰ ਦਿੰਦੇ ਆ। ਉਸ ਪੰਡਤ ਨੂੰ ਸੱਦ ਲਿਆਓ ਪਾਸ। ਵਿਪਰ ਜਾਤ ਔਰ ਵਿਦਿਆ ਮਦ ਹੈ। ਕਿਉਂਕਿ ਇੱਕ ਤਾਂ ਵਿਪਰ ਜਾਤ ਬ੍ਰਾਹਮਣ ਜਾਤ ਹੈ, ਇੱਕ ਤੇ ਦੂਸਰਾ ਨੂੰ ਆਪਣੀ ਵਿਦਿਆ ਦਾ ਹੰਕਾਰ ਹੈ। ਦੋਵੇਂ ਦਿਲ 'ਚ ਗੱਲਾਂ ਪਾਲੀ ਬੈਠਾ ਵੀ ਮੈਂ ਉੱਚੀ ਜਾਤ ਦਾ ਹਾਂ ਤੇ ਮੈਂ ਪੜ੍ਹਿਆ ਲਿਖਿਆ ਹਾਂ, ਇਹੀ ਹੰਕਾਰ ਲੈ ਕੇ ਡੁੱਬ ਰਿਹਾ ਉਹਨੂੰ। ਜਾਂ ਤੇ ਅਦਕ ਆਂਧ ਦੋਏ ਗਾਦ ਹੈ। ਜਾਂ ਤੇ ਅਦਕ ਅੰਧ ਦੋਏ ਗਦ ਹੈ। ਜਿਸ ਕਰਕੇ ਮਹਾਰਾਜ ਕਹਿੰਦੇ ਇੱਕ ਤਾਂ ਵਿਦਿਆ ਕਰਕੇ ਉਹ ਅੰਨਾ ਹੋਇਆ, ਉਤੋਂ ਜਾਤ ਦਾ ਹੰਕਾਰ ਹੈ, ਜਿਸ ਕਰਕੇ ਬਿਲਕੁਲ ਹੀ ਅੰਨਾ ਹੀ ਹੋ ਗਿਆ। ਉਹਨੂੰ ਕੋਈ ਧਰਮ ਦਾ ਮਾਰਗ ਸੁੱਝਦਾ ਹੀ ਨਹੀਂ ਹੈ। ਦੋਵਾਂ ਕਰਕੇ, ਜਾਤ ਤੇ ਵਿਦਿਆ ਦੇ ਹੰਕਾਰ ਕਰਕੇ, ਇਹ ਦੋਵੇਂ ਹੀ ਇਸ ਨੂੰ ਰੋਗ ਚੰਬੜੇ ਹੋਏ ਹਨ। ਸੋ ਇਸ ਕੋ ਦੁਖ ਹਤਿ ਬੁਲਾਵ। ਬੁਲਾਓ ਉਹਨੂੰ, ਲੈ ਕੇ ਆਓ ਪੰਡਤ ਨੂੰ। ਸਤਿਗੁਰੂ ਕਹਿੰਦੇ ਇਹਦਾ ਦੁੱਖ ਦੂਰ ਕਰ ਦਈਏ, ਐਵੇਂ ਲੋਕਾਂ ਨਾਲ ਟੱਕਰਾਂ ਮਾਰਦਾ ਫਿਰਦਾ ਏ। ਸਿੱਖ ਉਪਕਾਰ ਕਰਤ ਬਿਦਤਾਵ। ਤੇ ਨਾਲੇ ਇਹ ਵੀ ਗੱਲ ਪ੍ਰਗਟ ਹੀ ਹੈ ਵੀ ਸਿੱਖ ਗੁਰੂ ਦੇ ਉਪਕਾਰ ਕਰਦੇ ਆ। ਜਾ ਸਿੱਖਾ ਤੂੰ ਵੀ ਉੱਤੇ ਪਾਰੇ ਉਪਕਾਰ ਕਰ। ਇਹ ਗੱਲ ਹੋਰ ਪ੍ਰਗਟ ਹੋਵੇਗੀ ਵੀ ਗੁਰੂ ਕੇ ਸਿੱਖ ਇਹੋ ਜਿਹੇ ਲੋਕਾਂ ਦਾ ਭਲਾ ਕਰ ਦਿੰਦੇ ਹਨ, ਗੁਰੂ ਦੇ ਲੜ ਲਾ ਕੇ ਸ਼ਰਨ ਲਿਆ ਕੇ। ਸੁਣ ਕਰ ਗਈ ਵਿਪਰ ਸੋ ਭਾਖਾ। ਸਿੱਖ ਮਹਾਰਾਜ ਦਾ ਹੁਕਮ ਸੁਣ ਕੇ ਗਿਆ ਤੇ ਬ੍ਰਾਹਮਣ ਨੂੰ ਸਾਰੀ ਗੱਲ ਜਾ ਸੁਣਾਈ। ਗੁਰ ਟਿਕ ਚਲ ਬੂਝ ਅਬਲਾਖਾ। ਕਹਿਣ ਲੱਗਾ ਪੰਡਤ ਜੀ ਚਲੋ, ਮਹਾਰਾਜ ਸੱਦਦੇ ਨੇ, ਜੋ ਤੁਹਾਡੀ ਪੁੱਛਣ ਦੀ ਅਬਲਾਖਾ ਗੁਰਾਂ ਨੂੰ ਪੁੱਛ ਲਓ ਹੁਣ। ਸਭ ਤੁਝ ਕਹਿ ਬੁਝਾਈ ਸੁਨਾਈ। ਜਿਵੇਂ ਨੂੰ ਕਿਹਾ ਸੀ ਤੇਰਾ ਕਿਹਾ ਸਾਰਾ ਮੈਂ ਜਾ ਕੇ ਪ੍ਰਸੰਗ ਗੁਰਾਂ ਨੂੰ ਦੱਸ ਦਿੱਤਾ ਹੈ ਵੀ ਗੀਤਾ ਦੇ ਅਰਥ ਕਰਕੇ ਸੁਣਾਓ। ਸੁਣ ਸ੍ਰੀ ਪ੍ਰਭ ਨੇ ਨਿਕਟ ਬੁਲਾਇਓ। ਤੇ ਉਹ ਗੱਲ ਸੁਣ ਕੇ ਪ੍ਰਭੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਤੁਹਾਨੂੰ ਆਪਣੇ ਨੇੜੇ ਸੱਦਿਆ ਹੈ। ਐਉਂ ਸੁਣ ਵਿਪਰ ਚੌਂਕ ਕਰ ਚੱਲ। ਇਸ ਤਰ੍ਹਾਂ ਸੁਣ ਕੇ ਬ੍ਰਾਹਮਣ ਨੂੰ ਤਾਂ ਚਾਅ ਚੜ ਗਏ ਪੰਡਤ ਨੂੰ, ਕਿਉਂਕਿ ਇਹਨੂੰ ਹੁੰਦਾ ਵੀ ਮੈਂ ਹਰ ਇੱਕ ਨੂੰ ਹਰਾ ਕੇ ਉਹਦੀ ਨਰਾਦਰੀ ਕਰਕੇ ਤੇ ਆਪਣਾ ਜਸ ਵਧਾਵਾਂਗਾ। ਹੁਣ ਗੁਰੂ ਸਾਹਿਬ ਦੀ ਵੀ ਨਰਾਦਰੀ ਕਰਾਂਗਾ ਹਰਾ ਕੇ। ਸੰਸਾ ਪ੍ਰਸ਼ਨ ਵਿਚਾਰ ਵਿਸਾਲਾ। ਤੇ ਆਉਂਦਿਆਂ ਹੋਇਆਂ ਸੰਸਾ ਜਿਹਾ ਕਰਕੇ, ਚਿੰਤਾ ਜੀ ਕਰਕੇ ਵੀ ਆਹ ਸਵਾਲ ਪੁੱਛੂੰਗਾ, ਇੱਕ ਆਹ ਸਵਾਲ ਪੁੱਛੂੰਗਾ। ਉਹ ਰਾਹ ਦੇ ਵਿੱਚ ਹੁਣ ਸਵਾਲ ਚੇਤੇ ਕਰਦਾ ਹੁੰਦਾ ਵੀ ਮੈਂ ਕਿਹੜਾ ਕਿਹੜਾ ਪ੍ਰਸ਼ਨ, ਕਿਹੜਾ ਕਿਹੜਾ ਸ਼ਲੋਕ ਗੁਰੂ ਸਾਹਿਬ ਨੂੰ ਕਹਿਣਾ ਜਿਹਦੇ ਵਿੱਚ ਕੋਈ ਬਹੁਤੇ ਜਿਹੇ ਅਰਥਾਂ ਦੇ ਸੰਸੇ ਜੇ ਮੇਰੇ ਬਣੇ ਨੇ।
ਅਰਥ ਜਿਹੜੇ ਸਪਸ਼ਟ ਨਹੀਂ ਹੁੰਦੇ ਕਿਸੇ ਕੋਲ, ਇਹੋ ਜਿਹੇ ਪ੍ਰਸ਼ਨ ਮੈਂ ਗੁਰੂ ਸਾਹਿਬ ਨੂੰ ਪੁੱਛਾਂਗਾ। ਗਰਵਤ ਬੈਠਿਉ ਜਾਈ ਨਜੀਕਾ। ਤੇ ਕਹਿੰਦੇ ਹੰਕਾਰ ਦੇ ਸਹਿਤ ਮਹਾਰਾਜ ਨੂੰ ਇਹਨੇ ਸਤਿਕਾਰ ਨਾਲ ਨਮਸਕਾਰ ਵੀ ਨਹੀਂ ਕੀਤੀ। ਆਕੜਿਆ ਹੋਇਆ ਵਿਦਿਆ ਦੇ ਹੰਕਾਰ ਵਿੱਚ ਆਫਰਿਆ ਹੋਇਆ ਪੰਡਤ ਬੈਠ ਗਿਆ ਨੇੜੇ। ਇਕ ਬੋਲੇ ਸੋਢੀ ਕੁਲ ਟੀਕਾ। ਪੰਡਤ ਨੂੰ ਵੇਖ ਕੇ ਮਹਾਰਾਜ ਸੋਢੀਆਂ ਦੇ ਕੁਲ ਦੇ ਦੀਪਕ ਤਿਲਕ ਰੂਪ ਗੁਰੂ ਹਰਿਕ੍ਰਿਸ਼ਨ ਸਾਹਿਬ ਬੋਲੇ। ਕਹੋ ਤੇ ਜਬਰ ਕਿਆ ਬੂਝਿਓ ਚਾਹੈ। ਮਹਾਰਾਜ ਕਹਿੰਦੇ ਆਓ ਪੰਡਤ ਜੀ, ਕੀ ਪੁੱਛਣਾ ਚਾਹੁੰਦੇ ਹੋ ਸਾਡੇ ਕੋਲੋਂ? ਬਿਦਤ ਬਤਾਵੋ ਜਿਮ ਚਿਤ ਹੈ। ਪ੍ਰਗਟ ਕਰਕੇ ਗੱਲ ਦੱਸੋ, ਜੋ ਚਿੱਤ ਵਿੱਚ ਤੁਹਾਡੇ ਚਾਹਨਾ ਹੈ ਬੋਲ ਕੇ ਦੱਸੋ। ਦੇਜ ਤਬ ਕਹਿਓ ਕ੍ਰਿਸ਼ਨ ਅਵਤਾਰ। ਪੰਡਤ ਕਹਿਣ ਲੱਗਾ ਮਹਾਰਾਜ ਕ੍ਰਿਸ਼ਨ ਭਗਵਾਨ ਅਵਤਾਰ ਹੋਏ ਨੇ ਦੁਆਪਰ ਯੁੱਗ ਵਿੱਚ, ਦੇ ਜਨੁ ਕੀ ਗਿਆਨ ਉਦਾਰ। ਤੇ ਜਿਨ੍ਹਾਂ ਦੇ ਹਿਰਦੇ 'ਚ ਬੜਾ ਹੀ ਪ੍ਰਗਟ ਗਿਆਨ ਸੀ, ਬੜੇ ਵੱਡੇ ਗਿਆਨੀ ਵਿਦਵਾਨ ਪੁਰਖ ਸਨ। ਬ੍ਰਹਮ ਗਿਆਨ ਮੈਂ ਗੀਤਾ ਕੀਨਸ। ਉਹਨਾਂ ਬ੍ਰਹਮ ਗਿਆਨ ਦਾ ਹੀ ਰੂਪ, ਬ੍ਰਹਮ ਗਿਆਨ ਦੇ ਦੇਣ ਵਾਲੀ ਗੀਤਾ ਗ੍ਰੰਥ ਰਚਨਾ ਕੀਤਾ ਹੈ। ਜਿਹ ਪਟ ਸੁਨ ਕੇ ਲੀ ਸਭ ਚੀਨਸ। ਜਿਹਨੂੰ ਪੜ੍ਹ ਕੇ ਸੁਣ ਕੇ ਸਾਰੇ ਹੀ ਮਹਾਰਾਜ ਬ੍ਰਹਮ ਨੂੰ ਜਾਣ ਲੈਂਦੇ ਹਨ। ਤਿਨ ਨਾਮਨ ਤੀ ਤੁਮ ਅਦਕਾਇਓ। ਤੇ ਮੇਰੇ ਮਨ 'ਚ ਇਹ ਸ਼ੰਕਾ ਹੈ ਵੀ ਕ੍ਰਿਸ਼ਨ ਭਗਵਾਨ ਦੇ ਨਾਮ ਨਾਲੋਂ ਤੁਸੀਂ ਆਪਣਾ ਨਾਮ ਅਧਿਕ ਵੱਡਾ ਕਰਕੇ ਰੱਖਿਆ ਹੋਇਆ ਹੈ। ਸ੍ਰੀ ਹਰਿ ਕ੍ਰਿਸ਼ਨ ਨਾਮ ਰਖਵਾਇਓ। ਉਹਨਾਂ ਦਾ ਨਾਮ ਤੇ ਇਕੱਲਾ ਕ੍ਰਿਸ਼ਨ ਸੀ, ਪਰ ਤੁਸੀਂ ਆਪਣਾ ਨਾਮ ਸ੍ਰੀ ਹਰਿਕ੍ਰਿਸ਼ਨ ਰਖਵਾਇਆ ਹੋਇਆ ਏ। ਕੌਣ ਗੁਰ ਗਾਦੀ ਪਾਰਥਿਤ ਹੋ। ਤੇ ਫੇਰ ਨਾਲੇ ਤੁਸੀਂ ਮੈਨੂੰ ਪਤਾ ਲੱਗਾ ਗੁਰੂ ਨਾਨਕ ਦੇਵ ਸਾਹਿਬ ਦੀ ਗੁਰਗੱਦੀ ਤੇ ਵੀ ਸਥਿਤ ਹੋ, ਬਿਰਾਜਮਾਨ ਹੋ। ਗੁਰੂ ਨਾਮ ਆਪਣੋ ਜਗ ਲਹੋ। ਫਿਰ ਤੀਸਰੀ ਗੱਲ ਇਹ ਹੈ ਵੀ ਜਗਤ ਵਿੱਚ ਤੁਸੀਂ ਆਪਣੇ ਨਾਮ ਦੇ ਅੱਗੇ ਗੁਰੂ ਵੀ ਲਿਖਾਉਂਦੇ ਹੋ। ਇੱਕ ਵੱਡਾ ਨਾਮ ਹੈ ਕ੍ਰਿਸ਼ਨ ਜੀ ਨਾਲੋਂ, ਦੂਜਾ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਹੋ, ਤੇ ਦੂਸਰਿਆਂ ਨੂੰ ਸਿੱਖਿਆ ਦੇਣ ਵਾਲੇ ਗੁਰੂ ਆਪਣੇ ਨਾਮ ਨਾਲ ਲਿਖਾਉਂਦੇ ਹੋ। ਗੀਤਾ ਵਿਖੇ ਪ੍ਰਸ਼ਨ ਬੜ ਮੀਰੇ। ਇਸ ਕਰਕੇ ਮਹਾਰਾਜ ਮੈਂ ਮੰਨਾਂਗਾ ਜੋ ਤੁਸੀਂ ਨਾਮ ਰਖਾਇਆ, ਕੁਝ ਗੀਤਾ ਦੇ ਵਿੱਚੋਂ ਸ਼ਲੋਕ ਨੇ, ਉਹ ਸ਼ਲੋਕਾਂ ਦੇ ਦੁਆਰਾ ਕੁਝ ਮੈਂ ਪ੍ਰਸ਼ਨ ਤੁਹਾਡੇ ਤਾਈਂ ਕਰਾਂਗਾ। ਉੱਤਰ ਦੇਹੋ ਤੁਮ ਸੁਨੇ ਬਡੇਰੇ। ਮਹਾਰਾਜ ਜਿਵੇਂ ਤੁਹਾਨੂੰ ਵੱਡਾ ਸੁਣਿਆ, ਜਿਵੇਂ ਤੁਹਾਡਾ ਨਾਮ ਵੱਡਾ, ਜਿਵੇਂ ਵੱਡਿਆਂ ਗੁਰਾਂ ਦੀ ਗੱਦੀ ਤੇ ਬੈਠੇ ਹੋ, ਵੱਡੇ ਗੁਰੂ ਹੋ, ਮੇਰੇ ਕੁਝ ਪ੍ਰਸ਼ਨਾਂ ਦੇ ਉੱਤਰ ਦੇ ਦਿਓ, ਮੇਰੇ ਮਨ ਦੀ ਤਸੱਲੀ ਹੋ ਜਾਵੇ। ਜੋ ਸ੍ਰੀ ਕ੍ਰਿਸ਼ਨ ਬਨਾਵਨ ਕੀਨਾ। ਜਿਹੜੀ ਗੀਤਾ ਸ੍ਰੀ ਕ੍ਰਿਸ਼ਨ ਜੀ ਨੇ ਬਣਾਉਣਾ ਕੀਤੀ, ਰਚਨਾ ਕੀਤੀ ਹੈ। ਅਰਥ ਕਰੋ ਜੇ ਲੇਵਾਉ ਚੀਨ। ਤੁਸੀਂ ਮਹਾਰਾਜ ਬਸ ਉਹਦੇ ਅਰਥ ਹੀ ਕਰਦੇ ਹੋ। ਹੁਣ ਗੀਤਾ ਦੇ ਅਖੀਰ ਤੁਸੀਂ ਉਚਾਰਨੀ ਆ, ਬਸ ਉਹਦੇ ਅਰਥ ਕਰ ਦਿਓ, ਫਿਰ ਮੈਂ ਜਾਣ ਲਵਾਂਗਾ ਵੀ ਵਾਕਿਆ ਹੀ ਤੁਹਾਡਾ ਨਾਮ ਜਿਹੜਾ ਹੈ ਬਿਲਕੁਲ ਸਹੀ ਰੱਖਿਆ ਹੋਇਆ ਏ। ਅਰਥ ਜਾਣੋ ਨਾਮ ਤੁਮਾਰੋ। ਤੇ ਤੁਹਾਡਾ ਨਾਮ ਰੱਖਿਆ ਮੈਂ ਜਾਣਾਂਗਾ ਵੀ ਬਿਲਕੁਲ ਸਫਲਾ ਹੋ ਗਿਆ, ਵੀ ਇਹਨਾਂ ਦਾ ਨਾਮ ਸ੍ਰੀ ਹਰਿਕ੍ਰਿਸ਼ਨ ਜੇ ਹੈ ਤਾਂ ਬਿਲਕੁਲ ਸਹੀ ਗੱਲ ਏ। ਨਾਹੀਂ ਤਨੀ ਕੇ ਨਹੀਂ ਨਿਹਾਰ। ਤੇ ਜੇ ਮਹਾਰਾਜ ਤੁਸੀਂ ਗੀਤਾ ਦੇ ਅਰਥ ਨਾ ਕਰ ਸਕੇ ਫਿਰ ਮੈਂ ਚੰਗਾ ਨਹੀਂ ਜਾਣਾਂਗਾ, ਫਿਰ ਮੈਨੂੰ ਇਹ ਗਲਤ ਗੱਲ ਲੱਗੂ ਵੀ ਤੁਸੀਂ ਐਵੇਂ ਝੂਠਾ ਹੀ ਨਾਮ ਵੱਡਾ ਸਾਰਾ ਰਖਾਈ ਫਿਰਦੇ ਹੋ। ਸ੍ਰੀ ਹਰਿਕ੍ਰਿਸ਼ਨ ਸੁਨਤ ਬਚ ਕਹੇ। ਇਹ ਪੰਡਤ ਦੀ ਗੱਲ ਸੁਣ ਕੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਆਦੀ ਵਿਪਰਜਾਤ ਕੋ ਲਹਿ। ਕਿਉਂਕਿ ਮਹਾਰਾਜ ਨੇ ਇਹਨੂੰ ਵੇਖ ਕੇ ਜਾਣ ਲਿਆ ਸੀ ਵੀ ਇੱਕ ਤਾਂ ਇਹ ਝਗੜਾਲੂ ਆ, ਸਿੰਘ ਜੇ ਉਡਾਉਂਦਾ ਹਰ ਇੱਕ ਨਾਲ, ਫਿਰ ਇੱਕ ਇਹ ਬਾਹਮਣ ਜਾਤ ਦਾ ਹੋਣ ਕਰਕੇ ਆਪਣੇ ਆਪ ਨੂੰ ਉੱਚਾ ਮੰਨਦਾ ਏ। ਜੇਕਰ ਹਮ ਤੁਝ ਅਰਥ ਸੁਨਾਵੇਂ। ਇਹ ਵਿਚਾਰ ਕੇ ਸਤਿਗੁਰੂ ਕਹਿੰਦੇ ਹੈ ਪੰਡਤ ਜੀ, ਜੇ ਤੈਨੂੰ ਅਸੀਂ ਆਪਣੇ ਮੁਖੋਂ ਬੋਲ ਕੇ ਗੀਤਾ ਦੇ ਅਰਥ ਦੱਸ ਦਿੱਤੇ, ਸੁਣਾ ਦਿੱਤੇ, ਤਉ ਕਲਪਨਾ ਅਨਭਉ ਠਾਵੇਂ। ਤਾਂ ਵੀ ਤੇਰੇ ਮਨ ਨੂੰ ਚੈਨ ਨਹੀਂ ਮਿਲਣਾ। ਕਈ ਤਰ੍ਹਾਂ ਦੀਆਂ ਕਪੋਲ ਕਲਪਨਾ ਜੀਆਂ ਮਨ ਚ ਕਰੇਗਾ, ਕਈ ਤਰ੍ਹਾਂ ਦੇ ਖਿਆਲ ਕਰੇਗਾ। ਧਨੀ ਪੁਰਖ ਇਹ ਭਾਗ ਬਲੀ ਹੈ। ਇਹ ਜਾਣੇਗਾ ਵੀ ਇਹ ਗੁਰੂ ਨਾਨਕ ਦਾ ਘਰ ਬੜਾ ਧਨੀ ਹੈ, ਬੜੇ ਭਾਗਸ਼ਾਲੀ ਪੁਰਖ ਨੇ, ਵੀ ਇਹਨਾਂ ਦੇ ਵੱਡੇ ਸਤਿਗੁਰੂ ਨੇ ਇਹਨਾਂ ਨੂੰ ਕਿਸੇ ਪੰਡਤ ਦੇ ਕੋਲੋਂ ਵਿਦਿਆ ਸਿਖਾਤੀ ਹੋਊ, ਕਿਸੇ ਪੰਡਤ ਕੋਲੋਂ ਪੜ੍ਹਾਈ ਕਰਾ ਦਿੱਤੀ ਹੋਵੇਗੀ ਜਿਹੜਾ ਇਹਨਾਂ ਅਰਥ ਸੁਣਾਏ ਨੇ। ਕਿਨਹੁ ਪੜ੍ਹਾਈ ਭਾਂਤ ਭਲੀ ਹੈ। ਤੇ ਸਾਹਿਬ ਕਹਿੰਦੇ ਅਸੀਂ ਤੈਨੂੰ ਅਰਥ ਸੁਣਾ ਦੇ ਤੇ ਸ਼ਾਂਤ ਤੇਰਾ ਮਨ ਫੇਰ ਨਹੀਂ ਹੋਣਾ। ਫੇਰ ਤੂੰ ਕਹਿਣਾ ਵੀ ਇਹਨਾਂ ਨੂੰ ਕਿਸੇ ਚੰਗੇ ਵਿਦਵਾਨ ਨੇ ਛੋਟੀ ਉਮਰ ਦੇ ਵਿੱਚ ਹੀ ਭਲੇ ਤਰੀਕੇ ਨਾਲ ਗੀਤਾ ਦੇ ਅਰਥ ਸਿਖਾ ਦਿੱਤੇ ਆ,
ਤੇ ਤਾਈਓ ਇਹਨਾਂ ਨੇ ਅਰਥ ਕਰਕੇ ਸੁਣਾਏ ਹਨ। ਪ੍ਰਥਮ ਪਠੀ ਹੋਏਗੀ ਕਿਸ ਪਾਸ ਤੇਰੇ ਮਨ 'ਚ ਖਿਆਲ ਰਹੂ ਇਹਨਾਂ ਪਹਿਲਾਂ ਕਿਸੇ ਕੋਲੋਂ ਗੀਤਾ ਪੜ੍ਹੀ ਹੋਵੇਗੀ ਤਾਈਓ ਤਾਂ ਅਰਥ ਦੱਸ ਰਹੇ ਨੇ। ਜਨ ਹੈ ਨਹ ਹੋਏ ਵਿਸ਼ਵਾਸ ਇਸ ਤਰ੍ਹਾਂ ਤੇਰੇ ਮਨ ਵਿੱਚ ਭਰੋਸਾ ਨਹੀਂ ਆਵੇਗਾ, ਤੂੰ ਬਸ ਏਦਾਂ ਕਪੋਲ ਕਲਪਨਾ ਜੀ ਕਰਕੇ ਸ਼ੰਕੇ ਉਠਾਵੇਂਗਾ। ਯਾਂਤੀ ਪ੍ਰਥਮ ਕਾਰਿਮ ਕੀ ਜੈ ਇਸ ਕਰਕੇ ਮਹਾਰਾਜ ਕਹਿੰਦੇ ਪਹਿਲਾਂ ਹੀ ਤੈਨੂੰ ਅਸੀਂ ਇਹ ਕਹਿ ਦਿੰਨੇ ਆ ਵੀ ਤੂੰ ਇਸ ਤਰ੍ਹਾਂ ਕੰਮ ਕਰ ਜੇ ਸਾਡੇ ਕੋ ਅਰਥ ਸੁਣਨੇ ਨੇ। ਆਪ ਨਗਰ ਮੈਂ ਜਾਏ ਬਖੀਜੈ ਸਾਨੂੰ ਕਹਿੰਦੇ ਆਪ ਹੀ ਆਪਣੇ ਪਿੰਡ 'ਚ ਚਲੇ ਜਾ, ਨਾਲੇ ਨਗਰ ਦਾ ਤੂੰ ਭੇਤੀ ਆ ਤੇ ਨਗਰ ਵਿੱਚ ਜਾ ਕੇ ਕੋਈ ਬੰਦਾ ਵੇਖ ਲੈ ਜੋ ਅਪਠਤ ਹੋਏ ਮੂਢ ਵਿਸਾਲਾ ਜੋ ਅਪਠਤ ਹੋਏ, ਜਿਹੜਾ ਕੋਈ ਪੜਿਆ ਵੀ ਨਾ ਹੋਵੇ, ਅਨਪੜ੍ਹ ਹੋਵੇ, ਜਿਹੜਾ ਮਤ ਕਰਕੇ ਵੀ ਮੂੜ ਵੱਡਾ ਮੂਰਖ ਹੋਵੇ, ਜਿਹਨੂੰ ਕੋਈ ਦੁਨੀਆਦਾਰੀ ਦੀ ਵੀ ਸਮਝ ਨਾ ਹੋਵੇ, ਧਰਮ ਦੀ ਤਾਂ ਗੱਲ ਹੀ ਦੂਰ ਹੈ, ਜਿਹਨੂੰ ਸੰਸਾਰ ਦੇ ਵੀ ਕੰਮ ਨਾ ਕਰਨੇ ਆਉਂਦੇ ਹੋਣ। ਇਹ ਬੁਲਾਏ ਆਨੂੰ ਇਸ ਕਾਲਾ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਜਾ ਪੰਡਤਾ ਤੇਰੇ ਅਰਥ ਸੁਣਾਉਣੇ ਤੈਨੂੰ, ਆਪਣੇ ਹਿਸਾਬ ਨਾਲ ਜਾ ਕੇ ਕੋਈ ਮੂਰਖ ਜਿਹਾ, ਕੋਈ ਮੂੜ ਜਿਹਾ ਬੰਦਾ, ਅਨਪੜ੍ਹ ਜਿਹਾ ਬੰਦਾ ਲੈ ਕੇ ਸਾਡੇ ਕੋਲ ਆ, ਗੁਰੂ ਨਾਨਕ ਸਾਹਿਬ ਭਲੀ ਕਰਨਗੇ। ਸੋ ਤਰਦੈ ਹੈ ਤੁਝ ਚਾਹਤ ਅੱਜ ਸੋ ਤਰਦੈ ਹੈ ਤੁਝ ਚਾਹਤ, ਜੋ ਵੀ ਤੂੰ ਚਾਹੁੰਦਾ ਹੈ ਨਾ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਵੀ ਤੈਨੂੰ ਉਹੀ ਉੱਤਰ ਦੇਵੇਗਾ, ਜਿਹੜਾ ਵੀ ਬੰਦਾ ਤੂੰ ਲੈ ਕੇ ਆਵੇਂਗਾ ਤੈਨੂੰ ਉਹਦੇ ਕੋਲੋਂ ਗੀਤਾ ਦੇ ਅਰਥ ਸੁਣਾ ਦੇਵਾਂਗੇ। ਬੂਝਨ ਹਿਤ ਨੀਤ ਉਮਾਹਤ ਤੇ ਜਿਹੜੇ ਸਵਾਲ ਪੁੱਛਣ ਦੇ ਲਈ ਤੂੰ ਬੜਾ ਉਤਸ਼ਾਹ ਕਰ ਰਹੇ ਹੈ ਵੀ ਤੇਰੇ ਮਨ ਵਿੱਚ ਬੜਾ ਚਾਹ ਹੈ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਕੋਲੋਂ ਕੋਈ ਸਵਾਲ ਪੁੱਛਣਾ ਹੈ, ਜਿਨ ਬੂਝਨ ਹਿਤ ਨੀਤ ਉਮਾਹਤ, ਤੇ ਜਿਨ੍ਹਾਂ ਪ੍ਰਸ਼ਨਾਂ ਨੂੰ ਪੁੱਛਣ ਲਈ ਨੇਤੀ ਤੇਰੇ ਮਨ 'ਚ ਉਮਾਹ ਰਹਿੰਦਾ ਵੀ ਕੋਈ ਨਾ ਕੋਈ ਮਿਲੇ ਟੱਕਰੇ ਤੇ ਉਹਨਾਂ ਦੇ ਕੋਲੋਂ ਉਹਨਾਂ ਦੀ ਵਿਦਿਆ ਦੀ ਪਰਖ ਕਰਦਾ ਹੈ। ਸੁਨ ਸਤਿਗੁਰ ਕੋ ਕਰ ਰਸੀਲਾ ਜਦੋਂ 8ਵੇਂ ਪਾਤਸ਼ਾਹ ਦਾ ਐਵੇਂ ਰਸੀਲਾ ਬੜਾ ਕੋਮਲ ਤੇ ਪਿਆਰਾ ਬਚਨ ਸੁਣਿਆ ਇਸ ਪੰਡਤ ਨੇ। ਪਰ ਪਇਓ ਮਾਦਤੀ ਕੁਛ ਢੀਲਾ ਅਹੰਕਾਰ ਨਾਲ ਜਿਹੜਾ ਆਫਰਿਆ ਸੀ ਥੋੜਾ ਜਿਹਾ ਤੇ ਢਿੱਲਾ ਉਦੋਂ ਹੀ ਪੈ ਗਿਆ ਜਦੋਂ ਮਹਾਰਾਜ ਕਹਿੰਦੇ ਜਾ ਜਿਹਨੂੰ ਮਰਜ਼ੀ ਲਾਇਆ ਤੈਨੂੰ ਉਹਦੇ ਕੋਲੋਂ ਹੀ ਅਰਥ ਕਰਕੇ ਅਸੀਂ ਸੁਣਾ ਦਿੰਨੇ ਆ। ਗਇਓ ਨਗਰ ਮੈਂ ਧੀਵਰ ਹੇਰਾ ਪਰ ਫੇਰ ਵੀ ਮਨ 'ਚ ਤਸੱਲੀ ਤੇ ਨਹੀਂ ਨਾ ਹੋਏ ਸੀ, ਕਹਿੰਦਾ ਵੇਖ ਹੀ ਲੈਨੇ ਵੀ ਇਹ ਕਿੱਦਾਂ ਅਰਥ ਕਰਾ ਦੇਣਗੇ ਜਿਹਦੇ ਕਿਹਦੇ ਕੋ ਮਰਜ਼ੀ। ਤੇ ਨਗਰ ਦੇ ਵਿੱਚ ਉਹੋ ਜਿਹਾ ਬੰਦਾ ਲੱਭਣ ਵਾਸਤੇ ਗਿਆ ਤੇ ਜਾ ਕੇ ਇੱਕ ਝੀਵਰ ਇਸ ਛੱਜੂ ਝੂਰ ਜਿਹੜਾ ਸੀ ਬਿਲਕੁਲ ਇਸ ਮਸਤਾਨਾ ਦੀਵਾਨਾ ਜਿਹਾ ਦੁਨੀਆ ਵੱਲੋਂ ਉਹ ਵੇਖਿਆ ਇਸਨੇ। ਘਰ ਘਰ ਨਿਤ ਜਲ ਢੋਏ ਘਨੇਰਾ ਆ ਜਿਹੜਾ ਨੇਤੀ ਘਰ ਘਰ ਵਿੱਚ ਲੋਕਾਂ ਦਾ ਪਾਣੀ ਢੋਣ ਦਾ ਕੰਮ ਕਰਦਾ ਏ। ਮੂਡ ਬੋਲ ਬਨਹ ਜਾਣੈ ਕਹਿੰਦੇ ਬੜਾ ਵੱਡਾ ਮੂਰਖ ਹੈ, ਇਹਨੂੰ ਕੋਈ ਵੀ ਦੁਨੀਆ ਦੀ ਸੋਝੀ ਨਹੀਂ ਹੈ, ਦੁਨੀਆ ਦਾ ਕੰਮ ਵੀ ਨਹੀਂ ਕਰਨਾ ਆਉਂਦਾ ਤੇ ਨਾ ਹੀ ਇਹਨੂੰ ਬੋਲਣਾ ਆਉਂਦਾ, ਬੋਲਣ ਵੱਲੋਂ ਵੀ ਗੁੰਗਾ ਹੀ ਹੈ ਛੱਜੂ ਝੂਰ। ਪੇਟ ਭਰਨ ਦਾ ਕਾਰਜ ਠਾਨੈ ਤੇ ਕਹਿੰਦੇ ਵੀ ਬਸ ਢਿੱਡ ਭਰਨ ਦੇ ਵਾਸਤੇ ਇਹਨੂੰ ਪਾਣੀ ਢੋਣ ਤੋਂ ਬਗੈਰ ਹੋਰ ਕੋਈ ਕੰਮ ਵੀ ਨਹੀਂ ਕਰਨਾ ਆਉਂਦਾ, ਵੀ ਕੋਈ ਕੰਮ ਕਰਨਾ ਆਉਂਦਾ ਹੋਵੇ, ਕੋਈ ਕਿਰਤ ਕਰਨੀ ਆਉਂਦੀ ਹੋਵੇ, ਪੇਟ ਭਰਨ ਜੋਗਾ ਵੀ ਕੋਈ ਕਾਰਜ ਨਹੀਂ ਇਹ ਕਰ ਸਕਦਾ। ਜਾਂ ਪੇਟ ਭਰਨ ਲੋ ਕਾਰਜ ਠਾਨੈ, ਬਸ ਢਿੱਡ ਭਰਨ ਤੀਕਰ ਹੀ ਇਹਦਾ ਮਤਲਬ ਹੈ ਵੀ ਪਾਣੀ ਢੋਲਿਆ ਕਿਸੇ ਘਰੋਂ, 4 ਰੋਟੀ ਦੇ ਟੁੱਕ ਖਾ ਲਏ, ਉਸ ਤੋਂ ਵੱਧ ਇਹਨੂੰ ਕੁਝ ਨਹੀਂ ਆਉਂਦਾ। ਕਾਰੋ ਵਰਨ ਵਸਤਰ ਤਨ ਭਾਰੀ ਫਿਰ ਕਾਰੋ ਵਰਨ ਰੰਗ ਵੀ ਕਹਿੰਦੇ ਐਨ ਕਾਲਾ ਕਰੂਪ ਬਣਿਆ, ਧੁੱਪ 'ਚ ਪਾਣੀ ਢੋ ਢੋ ਕੇ, ਕੱਪੜੇ ਜਿਹੜੇ ਪਾਏ ਹੋਏ ਨੇ ਉਹ ਵੀ ਗੰਦੇ ਨੇ ਤੇ ਪਾਟੇ ਲੀਰਾਂ ਲੀਰ ਹੋਏ ਹਨ। ਜਿਨ ਪੜ੍ਹਤੀ ਨਰ ਨਹੀਂ ਨਿਹਾਰੀ ਕਹਿੰਦੇ ਵੀ ਇਹਨੇ ਪੜ੍ਹਨਾ ਲਿਖਣਾ ਦੇ ਕੀ ਸੀ, ਬੰਦੇ ਪੜ੍ਹਦੇ ਹੋਏ ਵੀ ਨਹੀਂ ਕਦੀ ਵੇਖੇ ਵੀ ਪੜ੍ਹਾਈ ਕਿੱਥੇ ਹੁੰਦੀ ਹੈ ਤੇ ਕਿਵੇਂ ਹੁੰਦੀ ਹੈ। ਇਹਨੇ ਵਿਦਿਆ ਪੜ੍ਹਦੇ ਹੋਏ ਵੀ ਮਨੁੱਖ ਨਹੀਂ ਸੀ ਕਦੀ ਵੇਖੇ, ਇੰਨਾ ਇਹ ਮੂਰਖ ਹੈ। ਆਪ ਪੜਨ ਤੋ ਜਾਣਹਿ ਕਹਾ ਆਪ ਤਾਂ ਇਹਨੇ ਕਹਿੰਦੇ ਅੱਖਰ ਕੋਈ ਪੜ੍ਹਨਾ ਕਿੱਥੇ ਜਾਣਨਾ ਸੀ। ਲਹ ਕਰੂਪ ਮਤ ਮੂਰਖ ਮਹਾ ਬਹੁਤ ਹੀ ਸਰੀਰ ਕਰਕੇ ਵੀ ਕਰੂਪ ਹੋਇਆ ਫਿਰਦਾ, ਇਹਦੇ ਮਤ ਕਰਕੇ ਵੀ ਮਹਾ ਹੀ ਮੂਰਖ ਹੈ ਛੱਜੂ ਝੀਵਰ। ਦੇਖ ਗਹਿ ਬਾਹ ਗਇਓ ਸਮਝਾਈ ਉਹਦੀ ਬਾਹ ਫੜ ਕੇ ਇਸ ਪੰਡਤ ਨੇ ਉਹਨੂੰ ਸਮਝਾ ਕੇ ਆਪਣੇ ਨਾਲ ਲੈ ਆਇਆ।
ਏਕ ਕਾਰਜ ਮੇਰੋ ਕਰ ਆਈ। ਉਹਨੂੰ ਇਹਨੇ ਸਮਝਾਇਆ ਹੈ ਵੀ ਇੱਕ ਮੇਰਾ ਕੰਮ ਹੈ ਤੇ ਮੇਰੇ ਨਾਲ ਚੱਲ ਕੇ ਉਹ ਕਰਕੇ ਆ ਜਾ। ਘਟਕਾ ਚਾਰਕ ਮਹਿ ਪੁਨ ਆਵਹੁ। ਤੇ 4 ਘੜੀਆਂ ਬਸ ਤੈਨੂੰ ਨਾਲ ਮੈਂ ਖੜੂ, 4 ਘੜੀਆਂ ਸਮਾਂ ਲੱਗੂਗਾ। ਫੇਰ ਆ ਗਿਆ ਪਾਣੀ ਪੂਣੀ ਦਾ ਜਿਹੜਾ ਢੋਣਾ ਹੈ ਉਸੇ ਤਰ੍ਹਾਂ ਲੋਕਾਂ ਦਾ ਢੋਈ ਜਾਵੀਂ ਤੂੰ। ਆਪਣੋ ਕਾਜ ਕਰਨ ਲੱਗ ਜਾਵਹੁ। ਤੇ ਫੇਰ ਆਪਣੇ ਕੰਮ ਵਿੱਚ ਉਸੇ ਤਰ੍ਹਾਂ ਲੱਗ ਜਾਵੀਂ। ਬਸ ਤੂੰ 4 ਘੜੀਆਂ ਪੰਡਤ ਕਹਿੰਦਾ ਮੇਰੇ ਨਾਲ ਚੱਲ, ਮੈਂ ਕਿਸੇ ਕੰਮ ਖੜਨਾ ਤੈਨੂੰ। ਇਨ ਕੈ ਸੰਗ ਲੀਏ ਚੱਲ ਆਏ। ਇਸ ਤਰ੍ਹਾਂ ਉਹ ਮਹਾਮੂਰਖ ਛੱਜੂ ਨੂੰ ਨਾਲ ਲੈ ਕੇ ਇਹ ਲਾਲ ਚੰਦ ਪੰਡਤ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੋਲ ਚੱਲ ਕੇ ਆ ਗਿਆ। ਸਿਰ ਸਤਿਗੁਰ ਬੈਠ ਸੁਹਾਇਓ। ਜਿੱਥੇ ਮਹਾਰਾਜ ਆਸਣ ਤੇ ਬੈਠੇ ਹੋਏ ਸ਼ੋਭਨੀਕ ਹੋ ਰਹੇ, ਸੋਹਣੇ ਫੱਬ ਰਹੇ ਹਨ। ਇਹ ਬੈਠਾਏ ਵੈਸਿਓ ਕਰ ਜਾਉ। ਇਹਨੂੰ ਪੰਡਤ ਬਿਠਾ ਕੇ ਨਾ ਉਸ ਸੱਜੂ ਮੂਰਖ ਨੂੰ ਮਹਾਰਾਜ ਦੇ ਨੇੜੇ ਦੇ ਬੜੇ ਚਾਅ ਨਾਲ ਬੈਠ ਗਿਆ। ਕਹਿੰਦਾ ਵੀ ਇਹਦੇ ਕੋਣ ਕਿਵੇਂ ਅਰਥ ਕਰਾ ਦੇਣਗੇ। ਇੱਕ ਤਾਂ ਇਹਨੂੰ ਬੋਲਣਾ ਹੀ ਨਹੀਂ ਆਉਂਦਾ, ਦੂਜਾ ਇਹ ਮਹਾਮੂਰਖ ਹੈ, ਇਹਦੇ ਕੋਲ ਅਰਥ ਨਹੀਂ ਹੋਣੇ ਤੇ ਮਹਾਰਾਜ ਸਾਹਿਬ ਦੀ ਹਾਨੀ ਹੋਵੇਗੀ। ਇਹ ਮਨ 'ਚ ਚਾਅ ਲੈ ਕੇ ਪੰਡਤ ਗੁਰਾਂ ਦੇ ਕੋਲ ਬੈਠ ਗਿਆ। ਕਿਸਮਤ ਚਾਹਤ ਪਿਖਨ ਪ੍ਰਭਾਉ। ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਹੈਰਾਨ ਹੋ ਕੇ ਪ੍ਰਭਾਵ ਵੇਖਣਾ ਚਾਹੁੰਦਾ ਵੀ ਇਹਨਾਂ ਨੇ ਕਹਿ ਕਿੱਦਾਂ ਦਿੱਤਾ ਵੀ ਜਿਹਨੂੰ ਮਰਜ਼ੀ ਲਾਇਆ ਉਹਦੇ ਕੋਲੋਂ ਹੀ ਅਰਥ ਕਰਾ ਦਿੰਦੇ ਆ। ਇਸ ਗੱਲ ਤੇ ਇਹ ਅਚਰਜ ਵੀ ਹੈ ਤੇ ਮਨ ਵਿੱਚ ਵੇਖਣ ਦਾ ਚਾਅ ਵੀ ਹੈ ਵੀ ਵੇਖੀਏ ਕਿੱਡਾ ਕੁ ਤੇਜ ਪ੍ਰਤਾਪ ਹੈ, ਕਿੰਨਾ ਕੁ ਪ੍ਰਭਾਵ ਹੈ 8ਵੇਂ ਪਾਤਸ਼ਾਹ ਦਾ। ਚਿਤਵਤ ਪ੍ਰਸ਼ਨ ਰਿਧੀ ਬੜ ਗਾਢੀ। ਤੇ ਚਿਤਵਤ ਪ੍ਰਸ਼ਨ ਹਿਰਦੇ ਬੜ ਗਾਢੇ, ਕਹਿੰਦੇ ਵੀ ਬਹੁਤ ਹੀ ਇਹ ਚਿੱਤ ਵਿੱਚ ਉਹ ਸਵਾਲ ਜੇ ਚੇਤੇ ਕਰ ਰਿਹਾ ਵੀ ਜਦੋਂ ਮਹਾਰਾਜ ਕਹਿਣਗੇ ਤੇ ਮੈਂ ਸਵਾਲ ਕਰਾਂਗਾ, ਆ ਫਲਾਨਾ ਸ਼ਲੋਕ ਉਚਾਰਾਂਗਾ, ਫਿਰ ਇਹਨੂੰ ਕਹਾਂਗਾ ਵੀ ਅਰਥ ਸੁਣਾ। ਇਹ ਝੀਵਰ ਕੀ ਬੁੱਧ ਕਿਉਂ ਬਾਢੀ। ਤੇ ਨਾਲੇ ਕਹਿੰਦਾ ਮੈਂ ਵੇਖਦਾ ਵੀ ਇਹ ਝੀਵਰ ਜਿਹੜਾ ਇਹਦੀ ਤਾਂ ਮਾਤੀ ਹੈ ਨਹੀਂ, ਇਹਨੂੰ ਤਾਂ ਅਕਲ ਹੀ ਕੋਈ ਨਹੀਂ ਹੈ। ਇਹ ਵੀ ਵੇਖਦਾ ਵੀ ਇਹਦੀ ਅਕਲ ਗੁਰੂ ਸਾਹਿਬ ਕਿਵੇਂ ਵਧਾਉਂਦੇ ਹਨ। ਸ੍ਰੀ ਹਰਿਕ੍ਰਿਸ਼ਨ ਜਾਨ ਮਨ ਕੀਰੀ। ਉਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਪੰਡਤ ਦੇ ਮਨ ਦੀ ਗੱਲ ਜਾਣ ਕਰਕੇ ਵੀ ਇਹ ਹੁਣ ਵੇਖਿਆ ਚਾਹੁੰਦਾ ਹੈ ਵੀ ਅਰਥ ਕਿਵੇਂ ਹੁੰਦੇ ਗੀਤਾ ਦੇ। ਕਿਰਪਾ ਦ੍ਰਿਸ਼ ਝੀਵਰ ਦੇਸ਼ ਹੇਰੀ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਉਹ ਸੱਜੂ ਝਿਉਰ ਦੇ ਵੱਲ ਕਿਰਪਾ ਭਰੀ ਨਿਗਾਹ ਦੇ ਨਾਲ ਵੇਖਣਾ ਕੀਤਾ। ਐਦਾਂ ਵੀ ਭਜਨ ਆਉਂਦਾ ਵੀ ਮਹਾਰਾਜ ਦੇ ਹੱਥ ਦੇ ਵਿੱਚ ਇੱਕ ਸਿਟੀ ਸੀ, ਇੱਕ ਛੋਟਾ ਜਿਹਾ ਸੋਟਾ ਸੀ ਮਹਾਰਾਜ ਦੇ ਹੱਥ ਦੇ ਵਿੱਚ, ਤੇ ਉਹ ਸਿਟੀ ਮਹਾਰਾਜ ਸਾਹਿਬ ਨੇ ਇਹਦੇ ਸਿਰ ਦੇ ਨਾਲ ਸੁਹਾਈ ਤੇ ਮਹਾਰਾਜ ਦੀ ਕਿਰਪਾ ਨਾਲ ਉਦੋਂ ਹੀ ਕਪਾੜ ਖੁੱਲ੍ਹ ਗਏ। ਸਿਟੀ ਸੁਹਾਈ, ਮਹਾਰਾਜ ਨੇ ਕਿਰਪਾ ਦੀ ਨਿਗਾਹ ਨਾਲ ਤੱਕਿਆ। ਕੁਝ ਵੀ ਹੋਵੇ ਗੱਲ ਕੀ, ਮਹਾਰਾਜ ਨੇ ਰਹਿਮਤ ਕਰਕੇ ਇਸ ਮੂਰਖ ਦੇ, ਇਸ ਝੀਵਰ ਛੱਜੂ ਦੇ ਕਪਾੜ ਖੋਲ ਦਿੱਤੇ। ਮੁਖ ਮੁਸਕਾਵਤ ਬਾਕ ਬਖਾਨਾ। ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਦੋਂ ਰਹਿਮਤ ਕਰ ਦਿੱਤੀ ਉਸ ਸੱਜੂ ਦੇ ਉੱਤੇ ਤਾਂ ਆਪਣੇ ਮੁਖਾਰ ਬਿੰਦ ਤੋਂ ਮੁਸਕਰਾਉਂਦੇ ਹੋਏ ਪੰਡਤ ਨੂੰ ਕਹਿਣ ਲੱਗੇ, ਪਰਮ ਮਨੋਰਥ ਜਿਮ ਉਰ ਠਾਨਾ। ਮਹਾਰਾਜ ਕਹਿਣ ਲੱਗੇ, ਹੇ ਸੱਜੂ, ਆ ਪੰਡਤ ਜਿਹੜਾ ਤੈਨੂੰ ਲੈ ਕੇ ਆਇਆ, ਇਹਨੇ ਮਨ ਵਿੱਚ ਵੀ ਜਿਹੜਾ ਮਨੋਰਥ ਰੱਖਿਆ ਨਾ, ਇਹਦੇ ਮਨ ਵਿੱਚ ਜੋ ਵੀ ਸਵਾਲ ਹੈ ਸੋ ਤੈ ਬੂਝਨ ਕਰ ਕੈ ਅਵਹੂੰ। ਮਹਾਰਾਜ ਕਹਿੰਦੇ ਇਹਦੇ ਮਨ ਦੇ ਸਵਾਲ ਹੁਣੇ ਹੀ ਬੁੱਝ ਕੇ, ਹੁਣੇ ਹੀ ਸਮਝ ਕਰਕੇ ਸ਼ੰਕਤ ਪੁੱਤਰ ਦੇਹੁ ਸਭ ਹੂੰ। ਤੇ ਇਹਦੇ ਜਿੰਨੇ ਵੀ ਸ਼ੰਕੇ ਹਨ, ਜਿੰਨੇ ਵੀ ਸਵਾਲ ਨੇ, ਉਹਨਾਂ ਸਾਰਿਆਂ ਦੇ ਉੱਤਰ ਤੇ ਵੇਖੋ ਪੰਡਤ ਦੇ ਬੋਲਣ ਤੱਕ ਵੀ ਮਹਾਰਾਜ ਨੇ ਗੱਲ ਨਹੀਂ ਕੀਤੀ। ਸਤਿਗੁਰਾਂ ਦੇ ਬਚਨ ਹੀ ਇਹ ਕਰ ਦਿੱਤਾ ਵੀ ਇਹ ਪੰਡਤ ਦੇ ਮਨ ਵਿੱਚ ਹੀ ਜਿਹੜੇ ਸਵਾਲ ਨੇ, ਸੱਜੂ ਨੂੰ ਮਹਾਰਾਜ ਨੇ ਰਹਿਮਤ ਕਰਕੇ ਕਿਰਪਾ ਕਰਕੇ ਕਹਿੰਦੇ ਇਸ ਪੰਡਤ ਦੇ ਮਨ ਵਿੱਚ ਹੀ ਜਿਹੜੇ ਮਨੋਰਥ ਨੇ, ਜਿਹੜੇ ਸ਼ੰਕੇ ਇਹ ਉਠਾ ਰਿਹਾ, ਜੋ ਸੋਚ ਰਿਹਾ ਹੈ, ਉਹਨਾਂ ਸਾਰਿਆਂ ਦੇ ਤੂੰ ਉੱਤਰ ਦੇਣਾ ਕਰ। ਸਮਾਧਾਨ ਕਰ ਨੀਕੇ ਆਗੂ। ਤੇ ਚੰਗੀ ਤਰ੍ਹਾਂ ਸਮਾਧਾਨ ਕਰ, ਇਹਨੂੰ ਚੰਗੀ ਤਰ੍ਹਾਂ ਇਹਦੇ ਸ਼ੰਕੇ ਨਿਵਰਤ ਕਰ, ਵਧੀਆ ਢੰਗ ਦੇ ਨਾਲ। ਸਤਿਗੁਰੂ ਕਹਿੰਦੇ ਇਹਦੇ ਮਨ ਦੇ ਸਵਾਲਾਂ ਦੇ ਉੱਤਰ ਦੇ। ਸੁਧ ਹੋਏ ਸੁਨਤ ਮਨ ਬੰਕੂ। ਜਿਨ੍ਹਾਂ ਨੂੰ ਸੁਣ ਕੇ ਇਹਦਾ ਮਨ ਜਿਹੜਾ ਟੇਢਾ ਹੋਇਆ ਫਿਰਦਾ ਹੈ ਨਾ, ਇਹ ਸਿੱਧਾ ਹੋ ਜਾਵੇ, ਸਰਲ ਹੋ ਜਾਵੇ, ਮਨ ਨਿਰਮਲ ਹੋ ਜਾਵੇ। ਹੇ ਸੱਜੂ, ਇਸ ਤਰ੍ਹਾਂ ਤੂੰ ਇਹਨੂੰ ਉੱਤਰ ਦੇਣਾ ਕਰ ਇਹਦੇ ਸਵਾਲਾਂ ਦੇ। ਦੋਹਰਾ ਸ਼ਾਸਤਰਗ ਝੀਵਰ ਬਨਿਓ। ਉਸ ਵੇਲੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਚਨ ਕਹੇ, ਸ਼ਾਸਤਰਗ ਧੀਵਰ ਬਣਿਓ, ਕਹਿੰਦੇ ਉਹ ਝਿਉਰ ਜਿਹੜਾ ਸੀ ਉਸੇ ਵੇਲੇ ਵੱਡੇ ਸ਼ਾਸਤਰਾਂ ਦਾ ਗਿਆਤਾ ਵਿਦਵਾਨ ਬਣ ਗਿਆ। 10ਵੇਂ ਪਾਤਸ਼ਾਹ ਨੇ ਵੀ ਬਚਨ ਲਿਖੇ ਹਨ ਨਾ, ਮੂਕ ਉਚਰੈ
ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਜਦੋਂ ਰੱਬ ਕਿਰਪਾ ਕਰਦੇ ਅੰਨਿਆਂ ਨੂੰ ਦਿਖਣ ਲੱਗ ਪੈਂਦਾ, ਬੋਲਿਆਂ ਨੂੰ ਸੁਣ ਲੱਗ ਪੈਂਦਾ, ਗੁੰਗੇ ਬੋਲਦੇ ਨੇ, ਪਿੰਗਲਾ ਪਹਾੜ ਲੰਘ ਜਾਂਦਾ ਹੈ, ਪਿੰਗਲ ਪਰਬਤ ਪਾਰ ਪਰੇ, ਖਲ ਚਤੁਰ ਬਕੀਤਾ। ਮੂਰਖ ਕਹਿੰਦੇ ਵੀ ਬੜਾ ਸਿਆਣਾ ਵਿਦਵਾਨ ਬਣ ਜਾਂਦਾ ਹੈ ਜੇ ਮਾਲਕ ਦੀ ਸਾਧ ਸੰਗਤ ਦੀ ਗੁਰਾਂ ਦੀ ਕਿਰਪਾ ਹੋਵੇ ਤਾਂ। ਤੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਰਹਿਮਤ ਹੋਈ ਤੇ ਸਾਧ ਸੰਗਤ ਜੀ, ਇਹ ਜਿਹੜਾ ਮਹਾ ਮੂਰਖ ਵੱਡਾ ਮੂਰਖ ਸੀ, ਉਹ ਝੀਵਰ ਵੱਡਾ ਵਿਦਵਾਨ ਗੁਰਾਂ ਦੀ ਰਹਿਮਤ ਕਰਕੇ ਹੀ ਬਣ ਗਿਆ। ਸੁਰ ਬਾਣੀ ਕਹਿਤਾਹੀ, ਉਸੇ ਵੇਲੇ ਗੁਰਾਂ ਦੇ ਕੋਲੋਂ ਸੁਣ ਕੇ ਸੁਰ ਬਾਣੀ, ਜਿਹੜੀ ਦੇਵਤਿਆਂ ਦੀ ਬਾਣੀ ਬੋਲੀ, ਭਾਵ ਸੰਸਕ੍ਰਿਤ ਬੋਲੀ ਦੇ ਵਿੱਚ ਪੰਡਤ ਦੇ ਤਾਈਂ ਕਹਿਣ ਲੱਗਾ। ਕਸਮਿਨ ਸ਼ਾਸਤਰ ਪਰ ਬ੍ਰਿਤ ਦੇਜ, ਕਹਿਣ ਲੱਗਾ, ਹੇ ਪੰਡਤ ਕਸਮਿਨ ਸ਼ਾਸਤਰ ਪ੍ਰਵਿਰਤ ਦਿਜ, ਹੇ ਪੰਡਤ ਕਿਹੜੇ ਸ਼ਾਸਤਰ ਵਿੱਚ ਪ੍ਰਵਿਰਤ ਹੋਵਾਂ, ਦੱਸ ਕਿਹੜੇ ਗ੍ਰੰਥ ਦਾ ਤੂੰ ਸਵਾਲ ਕਰਕੇ ਉੱਤਰ ਲੈਣਾ ਚਾਹੁੰਦਾ ਹੈ, ਕਿਹੜੇ ਗ੍ਰੰਥ ਦੇ ਨਾਲ, ਕਿਹੜੇ ਸ਼ਾਸਤਰ 'ਚ ਵੇਦਾਂਤ ਸ਼ਾਸਤਰ ਹੈ, ਪਤੰਜਲ ਸ਼ਾਸਤਰ ਹੈ, ਨਿਆਏ ਸ਼ਾਸਤਰ ਹੈ, ਸਾਂਖ ਸ਼ਾਸਤਰ ਹੈ, ਇਤਿਆਦਿਕ ਦੱਸ ਕਿਹੜੇ ਸ਼ਾਸਤਰ ਦੀ ਚਰਚਾ ਪਹਿਲਾਂ ਕਰਨੀ ਹੈ। ਇਹ ਸੱਜੂ ਝੀਵਰ ਨੇ ਬ੍ਰਾਹਮਣ ਨੂੰ ਸਵਾਲ ਕੀਤਾ, ਪੰਡਤ ਨੂੰ, ਵੀ ਤੂੰ ਬੋਲ ਕੇ ਦੱਸ ਵੀ ਕਿਹੜੇ ਗ੍ਰੰਥ ਤੋਂ ਆਪਾਂ ਚਰਚਾ ਸ਼ੁਰੂ ਕਰੀਏ। ਪੂਰਬ ਮੁਝ ਪਾਹੀ, ਹਾਂ, ਜਿਹੜਾ ਵੀ ਤੇਰਾ ਉਹ ਸਵਾਲ ਹੈ, ਕਹੋ ਪੂਰਬ ਮੁਝ ਪਾਹੇ, ਮੈਨੂੰ ਪਹਿਲਾਂ ਹੀ ਇਹ ਗੱਲ ਦੱਸ ਦੇਣਾ ਕਰ, ਹੇ ਬ੍ਰਾਹਮਣ ਕਿਸ ਸ਼ਾਸਤਰ ਦੇ ਵਿੱਚੋਂ ਤੂੰ ਸਵਾਲ ਪੁੱਛ ਕੇ ਉੱਤਰ ਚਾਹੁੰਦਾ ਹੈ। ਇਤਿਆਦਿਕ ਸੁਰ ਗਿਰਾ ਬਖਾਨੀ, ਇਤਿਆਦਿਕ ਜਦੋਂ ਦੇਵਤਿਆਂ ਦੀ ਬੋਲੀ ਸੰਸਕ੍ਰਿਤ ਬੋਲੀ, ਉਸ ਵਿਦਵਾਨ ਪੰਡਤ ਦੇ ਸਾਹਮਣੇ ਉਸ ਸੱਜੂ ਨੇ ਬੋਲਣਾ ਕੀਤੀ ਹੈ। ਬੁੱਧ ਮਹਾਨੇ, ਇਸ ਤਰ੍ਹਾਂ ਕਹਿੰਦੇ ਵੀ ਸੰਸਕ੍ਰਿਤ ਨੂੰ ਫਟਾਫਟ ਬੋਲ ਰਿਹਾ ਜਿਵੇਂ ਕੋਈ ਬਹੁਤਾ ਵੱਡਾ ਵਿਦਵਾਨ ਹੋਵੇ, ਬਹੁਤ ਹੀ ਵੱਡੀ ਮੱਤ ਹੋਵੇ, ਬਹੁਤ ਹੀ ਸਿਆਣਪ ਹੋਵੇ ਪੜ੍ਹਾਈ ਕਰਕੇ। ਪ੍ਰਸ਼ਨ ਵਿਪਰ ਮਨ ਜੀ, ਤੇ ਪਹਿਲਾਂ ਤਾਂ ਜਦੋਂ ਇਹ ਸਵਾਲ ਕੀਤਾ ਇਸਨੇ ਤਾਂ ਪੰਡਤ ਤਾਂ ਢਿੱਲਾ ਜਿਹਾ ਹੋ ਗਿਆ ਵੀ ਮੈਂ ਤਾਂ ਮੂਰਖ ਜਿਹਾ ਲੈ ਕੇ ਆਇਆ ਸੀ, ਇਹਦੇ ਸੰਸਕ੍ਰਿਤ ਵੀ ਬੋਲਣ ਲੱਗ ਪਿਆ, ਮੈਂ ਤਾਂ ਇੱਕ ਗ੍ਰੰਥ ਦੀ ਗੀਤਾ ਦੀ ਗੱਲ ਕੀਤੀ, ਇਹ ਮੈਨੂੰ ਕਹਿੰਦਾ ਵੀ ਤੂੰ ਦੱਸ ਕਿਹੜੇ ਸ਼ਾਸਤਰ ਦੇ ਵਿੱਚ ਪਹਿਲਾਂ ਸਵਾਲ ਕਰਨਾ ਹੈ। ਤੇ ਫਿਰ ਪੰਡਤ ਤਾਂ ਹੈਰਾਨ ਜਿਹਾ ਹੋਇਆ, ਉਹਦੇ ਕੋਲ ਤਾਂ ਕੁਝ ਬੋਲਿਆ ਹੀ ਨਹੀਂ ਗਿਆ। ਪਰ ਸ਼ੰਕਾ ਪ੍ਰਸ਼ਨ ਵਿਪਰ ਮਨ ਜਈ, ਉਹ ਪੰਡਤ ਦੇ ਮਨ ਵਿੱਚ ਜਿੰਨੇ ਸ਼ੰਕੇ ਸਨ, ਜਿੰਨੇ ਉਹ ਸਵਾਲ ਪੁੱਛਣ ਦੇ ਲਈ ਆਪਣੇ ਅੰਦਰ ਤਿਆਰੀ ਕਰੀ ਬੈਠਾ ਸੀ, ਕਰੀ ਆਪਨ ਉੱਤਰ ਦੇਈ। ਤੇ ਕਹਿੰਦੇ ਵੀ ਉਹ ਚੰਗੇ ਢੰਗ ਦੇ ਨਾਲ ਆਪੇ ਹੀ ਉਹ ਸਵਾਲ ਪੰਡਤ ਦੇ ਕਰਕੇ, ਵੀ ਪੰਡਤ ਜੀ ਤੁਹਾਡਾ ਆਹ ਸਵਾਲ ਹੈ ਨਾ, ਮਨ ਵਿੱਚ ਇਹੀ ਸੋਚ ਰਹੇ ਹੋ ਨਾ, ਤੇ ਆ ਵੀ ਫਿਰ ਸੱਜੂ ਝੀਵਰ ਉਹਦਾ ਉੱਤਰ ਦੇਈ ਜਾ ਰਿਹਾ, ਉਹਦੇ ਸਵਾਲ ਵੀ ਆਪ ਹੀ ਕਹੀ ਜਾ ਰਿਹਾ ਮਨ ਵਿੱਚੋਂ ਬੁੱਝ ਕੇ, ਤੇ ਉਹਨਾਂ ਦੇ ਉੱਤਰ ਵੀ ਆਪ ਹੀ ਪੰਡਤ ਨੂੰ ਦੇਈ ਜਾ ਰਿਹਾ ਏ। ਸ਼ੰਕਾ ਦਸਕ ਹਤੀ ਦੇ ਮਨ ਮੈਂ, ਕਹਿੰਦੇ ਵੀ 10 ਤਰ੍ਹਾਂ ਦੇ ਸਵਾਲ ਰੱਖੇ ਸਨ ਯਾਦ ਕਰਕੇ ਮਨ ਵਿੱਚ ਪੰਡਤ ਨੇ, ਵੀ ਆ ਸਭ ਤੋਂ ਔਖੇ ਪ੍ਰਸ਼ਨ, ਇਹਦਾ ਉੱਤਰ ਨਹੀਂ ਦਿੱਤਾ ਜਾਣਾ। ਪੰਡਤ ਤਾਂ 10 ਸਵਾਲ ਮਨ ਵਿੱਚ ਔਖੇ ਔਖੇ ਯਾਦ ਕਰੀ ਫਿਰਦਾ ਸੀ। ਤੈਨ ਵੀਸਕ ਭਾਖੀ ਤੇ ਸਿਨ ਮੈਂ, ਤੇ ਪੰਡਤ ਦੇ ਬੋਲਣ ਤੋਂ ਬਗੈਰ ਹੀ ਉਸ ਸਿਨ, ਉਸ ਸੱਜੂ ਝੀਵਰ ਨੇ ਮਹਾਰਾਜ ਦੀ ਕਿਰਪਾ ਦੇ ਨਾਲ 20 ਸ਼ਲੋਕ ਆਪ ਹੀ ਮੁਖੋਂ ਉਚਾਰੇ, ਔਖੇ ਔਖੇ, ਤੇ ਆਪ ਹੀ ਉਹਨਾਂ ਦੇ ਉੱਤਰ ਕਹਿ ਕਰਕੇ ਪੰਡਤ ਨੂੰ ਸੁਣਾ ਦਿੱਤੇ। ਬ੍ਰਿੰਦ ਮਸੰਦ ਸ਼ੁਭਟ ਸਭ ਜੁਗਤ, ਤੇ ਕਹਿੰਦੇ ਬਹੁਤੇ ਮਸੰਦ ਖਲੋਤੇ ਸਨ, ਗੁਰੂ ਕੇ ਸੂਰਮੇ ਉੱਥੇ ਖਲੋਤੇ ਹੋਏ ਵੇਖ ਰਹੇ ਨੇ। ਹੇਰ ਹੇਰ ਬਿਸਮਤ ਚਿਤ ਹੋਵਤ, ਵੇਖ ਵੇਖ ਕੇ ਸਾਰੇ ਚਿੱਤ ਵਿੱਚ ਬੜੇ ਅਚਰਜ ਹੋ ਰਹੇ ਨੇ, ਵੀ ਆਦੇ ਮੂਰਖ ਜਿਹਾ ਲੱਭ ਕੇ ਪੰਡਤ ਲੈ ਕੇ ਆਇਆ ਸੀ, ਇਹ ਕਿਵੇਂ ਉੱਤਰ ਦੇਈ ਜਾਂਦਾ, ਉਹਦੇ ਮਨ ਦੇ ਸਵਾਲ ਬੁੱਝ ਕੇ ਦੱਸੀ ਜਾਂਦਾ ਏ। ਵਡ ਪਠਤ ਵੇਦ ਕੀ ਬਾਤ, ਇਹ ਤਾਂ ਬੜੇ ਵੱਡੇ ਵੱਡੇ ਗਿਆਨ ਦੀਆਂ ਬਾਤਾਂ ਪੜ੍ਹ ਰਿਹਾ ਹੈ, ਵੱਡੇ ਵੱਡੇ ਗਿਆਨ ਦੇ ਬਚਨ ਸ਼ਲੋਕ ਕਹਿ ਕੇ ਅਰਥ ਕਰ ਰਿਹਾ ਏ। ਤਨ ਮਲੀਨ ਕੋ ਜਾਤ ਸਨਾਤ, ਸਰੀਰ ਕਹਿੰਦੇ ਦਾ ਮਲੀਨ ਹੈ, ਲੋਕਾਂ ਦੀ ਨਿਗਾਹ ਦੇ ਵਿੱਚ ਇਹਦੀ ਨੀਵੀਂ ਜਾਤ ਹੈ, ਕੋਈ ਇਹਨੂੰ ਨੇੜੇ ਨਹੀਂ ਬੈਠਣ ਦਿੰਦਾ ਆਪਣੇ ਮੰਜੇ ਤੇ। ਨਹਿ ਦੇ ਜਬਰ ਕੋ ਬੋਲਣ ਦਿਓ, ਪਰ ਵੇਖੋ ਸਿੱਖ ਹੈਰਾਨ ਇਸ ਕਰਕੇ ਤਾਂ ਹੈਗਾ ਹੀ ਆ ਵੀ ਇਹ ਸਵਾਲ ਉੱਤਰ ਦੇ ਰਿਹਾ, ਪਰ ਜ਼ਿਆਦੀ ਹੈਰਾਨੀ ਇਸ ਕਰਕੇ ਆ ਵੀ ਪੰਡਤ ਨੇ ਤਾਂ ਸਵਾਲ ਮੂੰਹ ਦੇ ਕਰਕੇ ਪੁੱਛਿਆ ਹੀ ਨਹੀਂ ਕੁਝ ਹਾਲੇ, ਉਹਨੇ ਤੇ ਬੋਲ ਕੇ ਆਖਿਆ ਹੀ ਨਹੀਂ ਵੀ ਆਹ ਸ਼ਲੋਕ ਦੇ ਅਰਥ ਦੱਸੋ।
ਉਹਨੇ ਤਾਂ ਜਿਹੜੀ ਮਨ 'ਚ ਵਿਉਂਤ ਬਣਾਈ ਸੀ ਉਹ ਅੰਦਰੋਂ ਹੀ ਬੁੱਝ ਕੇ ਬਿਨਾਂ ਪੰਡਤ ਦੇ ਬੋਲਿਆ ਹੀ ਸੱਜੂ ਝੀਵਰ ਨੇ ਸਾਰੇ ਹੀ ਉੱਤਰ ਦੇ ਦਿੱਤੇ ਸਵਾਲਾਂ ਦੇ। ਸੁਨਤ ਬਲੋਕਤ ਦੂਸ਼ਣ ਭਇਓ। ਆਪਾਂ ਇਸ ਨੂੰ ਕਥਾ ਕਰਦੇ ਆ, ਅਰਥ ਕਰਦੇ ਆ ਗੀਤਾ ਦੇ ਸਬਤ ਸ਼ਲੋਕੀ ਗੀਤਾ ਦੇ ਅਰਥ ਕਹਿੰਦੇ ਆ ਹੋਇਆ ਬੜੀ ਸਰਲਤਾ ਦੇ ਨਾਲ ਸੁਣ ਕੇ ਵੇਖ ਕਰਕੇ ਚੁੱਪ ਹੀ ਹੋ ਗਏ ਸਾਰੇ। ਪ੍ਰਸ਼ਨ ਵੀ ਕਛੂ ਉਚਾਰ। ਤੇ ਪੰਡਤ ਜਿਹੜਾ ਸੀ ਉਹਨੇ ਤਾਂ ਪ੍ਰਸ਼ਨ ਵੀ ਕੋਈ ਬੋਲ ਕੇ ਉਚਾਰ ਕੇ ਕਿਹਾ ਨਹੀਂ ਸੱਜੂ ਦੇ ਤਾਈ। ਵਿਦਿਆ ਬਾਦ ਜਿਸ ਬੜੋ ਅਫਾਰ। ਜਿਹਨੂੰ ਆਪਣੀ ਵਿਦਿਆ ਦਾ ਬੜਾ ਵੱਡਾ ਹੰਕਾਰ ਸੀ, ਆਫਰਿਆ ਹੀ ਫਿਰਦਾ ਸੀ, ਭਗਾਨੇ ਵਾਂਗੂ ਫੁੱਲਿਆ ਹੀ ਫਿਰਦਾ ਸੀ ਵੀ ਮੈਂ ਬੜਾ ਵਿਦਵਾਨ ਆ। ਜਾਗੀ ਪੂਰਵ ਭਾਗ ਵਿਸਾਲਾ। ਕਹਿੰਦੇ ਵੀ ਇਹਦਾ ਕੋਈ ਪਿਛਲਾ ਭਾਗ ਚੰਗਾ ਅੱਗੇ ਆ ਗਿਆ, ਉਹ ਪੰਡਤ ਦੇ ਭਾਗ ਜਾਗ ਪਏ। ਨਮਰ ਮਨਤੀ ਦਿਸ ਕਲ। ਉਸੇ ਵੇਲੇ ਫੇਰ ਇਹ ਬਸ ਨਿਮਰ ਹੀ ਹੋ ਗਿਆ, ਨਿਮਰਤਾ ਜੀ ਆ ਗਿਆ ਵੀ ਹੁਣ ਇਹ ਤੋਂ ਪਰੇ ਕੀ ਹੁਣ ਕੋਈ ਪਰਖ ਹੋ ਸਕਦੀ ਹੈ। ਵੀ ਇੱਕ ਤਾਂ ਮੈਂ ਸਵਾਲ ਬੋਲ ਕੇ ਕਹਿੰਦਾ ਤਾਂ ਮੈਨੂੰ ਤਾਂ ਪਤਾ ਸੀ ਵੀ ਇਹਨੂੰ ਕੁਝ ਆਉਂਦਾ ਨਹੀਂ ਹੈ, ਉੱਤਰ ਦੇ ਨਹੀਂ ਸੀ ਸਕਦਾ, ਪਰ ਫੇਰ ਵੀ ਜੇ ਮੈਂ ਸਵਾਲ ਕਹਿੰਦਾ ਉੱਤਰ ਦਿੰਦਾ ਤੇ ਫੇਰ ਵੀ ਮੈਂ ਮੰਨਦਾ ਵੀ ਚਲੋ ਕੁਝ ਗੱਲ ਤਾਂ ਹੈ, ਪਰ ਇਹ ਤਾਂ ਗੱਲ ਹੀ ਕਹਿੰਦਾ ਹੋਰ ਹੀ ਬਣ ਗਈ। ਮੈਨੂੰ ਤਾਂ ਬੋਲਣ ਦਾ ਮੌਕਾ ਨਹੀਂ ਦਿੱਤਾ। ਜੋ ਮੈਂ ਮਨ 'ਚ ਸੋਚੀ ਗਿਆ ਉਹ ਸਾਰੇ ਸ਼ਲੋਕ ਉਚਾਰ ਕੇ ਅਰਥ ਕਰੀ ਗਿਆ। ਇਹ ਗੁਰੂ ਸਾਹਿਬ ਦੀ ਕਿਰਪਾ ਹੀ ਵਰਤੀ ਹੈ। ਉਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨੀ ਡਿੱਗ ਪਿਆ ਪੰਡਤ। ਹੱਥ ਜੋੜ ਕਰ ਪਰਿਉ ਅਗਰੀ। ਹੱਥ ਜੋੜ ਲਏ ਮਹਾਰਾਜ ਦੇ ਚਰਨਾਂ ਦੇ ਅੱਗੇ ਲੰਮਿਆਂ ਪੈ ਗਿਆ, ਸਤਿਗੁਰਾਂ ਦੇ ਅੱਗੇ ਹੀ ਡਿੱਗ ਪਿਆ। ਪ੍ਰੇਮ ਕਰ ਭਾਰੀ। ਬਹੁਤਾ ਪ੍ਰੇਮ ਜਾਗ ਪਿਆ, ਡੰਡੇ ਵਾਂਗ ਸਿੱਧਿਆਂ ਲੰਮੇ ਪੈ ਕੇ ਮਹਾਰਾਜ ਦੇ ਚਰਨ ਫੜ ਲਏ ਇਸ ਲਾਲ ਚੰਦ ਪੰਡਤ ਨੇ। ਬੋਲਿਓ ਮਹਿਮਾ ਲਖੀ ਅਨੂਪ। ਬੋਲਿਆ ਹੈ ਮਹਾਰਾਜ ਮੈਂ ਤੁਹਾਡੀ ਉਪਮਾ ਤੋਂ ਰਹਿਤ ਮਹਾਨਤਾ ਮਹਿਮਾ ਜਾਣ ਲਈ ਹੈ। ਮੈਂ ਭੁੱਲ ਗਿਆ ਜਿਹੜਾ ਕਹਿ ਬੈਠਾ ਵੀ ਨਾਮ ਹੀ ਵੱਡਾ ਹੈ ਜਾਂ ਕੁਝ ਆਉਂਦਾ ਵੀ ਹੈ, ਪਰ ਤੁਹਾਡੀ ਤਾਂ ਮਹਿਮਾ ਮਹਾਰਾਜ ਮੈਂ ਕ੍ਰਿਸ਼ਨ ਤੋਂ ਵੀ ਜ਼ਿਆਦੀ ਜਾਣ ਲਈ ਹੈ। ਸ੍ਰੀ ਹਰਿ ਕ੍ਰਿਸ਼ਨ ਸੋ ਕ੍ਰਿਸ਼ਨ ਸਰੂਪ। ਮਹਾਰਾਜ ਸਾਹਿਬ ਮੈਂ ਕ੍ਰਿਸ਼ਨ ਨੂੰ ਆਪਣਾ ਆਦਰਸ਼ ਮੰਨਦਾ ਰਿਹਾ, ਹੁਣ ਮੈਨੂੰ ਤਾਂ ਤੁਸੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹਦਾ ਹੀ ਸਰੂਪ ਜਾਪਦੇ ਹੋ। ਮੈਨੂੰ ਤੁਹਾਡੇ ਦਰਸ਼ਨ ਹੋ ਗਏ ਨੇ, ਬਸ ਇਹੀ ਮੇਰੇ ਲਈ ਕ੍ਰਿਸ਼ਨ ਹੋ ਗਿਆ। ਭੇਦ ਨਾ ਫੁਰਤ ਮੋਹਿ ਮਨ ਮਾਹੀ। ਹੁਣ ਮਹਾਰਾਜ ਮੇਰੇ ਮਨ 'ਚ ਕੋਈ ਭੇਦ ਦਾ ਫੁਰਨਾ ਹੀ ਨਹੀਂ ਰਹਿ ਗਿਆ, ਇੱਕ ਰੂਪ ਹੀ ਜਾਣਦਾ ਹਾਂ ਤੁਹਾਡੇ ਤਾਈਂ। ਇਹੀ ਜੋਤ ਤੁਮ ਹੋ ਅਨ ਨਾਹੀ। ਆ ਉਹੀ ਰੱਬੀ ਜੋਤ ਹੀ ਹੋ ਤੁਸੀਂ ਮਹਾਰਾਜ, ਕੁਝ ਵੱਖਰੇ ਨਹੀਂ। ਮੈਂ ਤਾਂ ਐਵੇਂ ਭੁੱਲ ਗਿਆ ਵਿਦਿਆ ਦੇ ਹੰਕਾਰ ਵਿੱਚ ਜੋ ਤੁਹਾਡੇ ਤੇ ਉਂਗਲ ਰੱਖ ਬੈਠਾ। ਭਵ ਸਾਗਰ ਤੇ ਮੋਹਿ ਉਧਾਰ। ਕਿਰਪਾ ਕਰੋ ਮਹਾਰਾਜ ਮੈਨੂੰ ਭੁੱਲੇ ਨੂੰ ਸੰਸਾਰ ਸਮੁੰਦਰ ਦੇ ਵਿੱਚੋਂ ਤਾਰ ਲਵੋ। ਕਰਨ ਬਿਰਧ ਸੰਧਾਰ। ਆਪਣੇ ਧਰਮ ਦੀ ਸੁਭਾਅ ਦੀ ਸੰਭਾਲ ਕਰੋ, ਜੋ ਤੁਸੀਂ ਪਾਪੀਆਂ ਨੂੰ ਵੀ ਬਖਸ਼ਣ ਵਾਲਾ ਸੁਭਾਅ ਰੱਖਦੇ ਹੋ, ਮੇਰੇ ਤੇ ਵੀ ਮਹਾਰਾਜ ਤਰਸ ਕਰ ਲਵੋ। ਬੋਲੀ ਸਤਿਗੁਰੂ ਅਨੂਪ। ਆਏ ਪੰਡਤ ਨੂੰ ਬੇਨਤੀਆਂ ਕਰਦਿਆਂ ਸੁਣ ਕੇ ਆ ਸੁੰਦਰ ਸਰੂਪ ਉਪਮਾ ਤੋਂ ਰਹਿਤ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬੋਲੇ। ਤਮ ਜਾਤੀ ਤੁਮ ਦੇ ਜਰੂਪ। ਆਏ ਚੰਗੀ ਤਰ੍ਹਾਂ ਵੇਖਣਾ ਚਾਹੁੰਦੇ ਵੀ ਹੰਕਾਰਤਾ ਨਹੀਂ ਇਹਦੇ 'ਚ। ਕਹਿੰਦੇ ਪੰਡਤ ਜੀ ਤੁਹਾਡੀ ਉੱਚੀ ਜਾਤ ਹੈ, ਤੁਸੀਂ ਪੰਡਤ ਹੋ, ਕਿੱਡਾ ਸੋਹਣਾ ਤੁਹਾਡਾ ਰੂਪ ਹੈ। ਵਨ ਸਬਿਧ ਕਿਉ ਅਨੁਚਿਤ ਅਠਾਨਾ। ਤੇ ਫੇਰ ਵੱਡੇ ਤੁਸੀਂ ਵਿਦਿਆ ਦੇ ਵਿੱਚ ਪੜ੍ਹੇ ਲਿਖੇ ਵਿਦਵਾਨ ਹੋ, ਸਾਡੇ ਅੱਗੇ ਮੱਥਾ ਨਾ ਟੇਕੋ। ਤੁਸੀਂ ਬ੍ਰਾਹਮਣ ਉੱਚੀ ਜਾਤ ਹੈ ਤੁਹਾਡੀ, ਤੁਸੀਂ ਪੰਡਤ ਹੋ ਵੱਡੇ, ਤੁਹਾਡੇ ਵਰਗਾ ਪੜ੍ਹਿਆ ਲਿਖਿਆ ਕੋਈ ਨਹੀਂ ਹੈ। ਤੇ ਫਿਰ ਆ ਉਚਿਤ ਅਨਯੋਗ ਜਿਹੜੀ ਗੱਲ ਉਚਿਤ ਨਹੀਂ ਹੈ, ਜਿਹੜੀ ਗੱਲ ਯੋਗ ਨਹੀਂ, ਠੀਕ ਨਹੀਂ ਹੈ, ਸਾਨੂੰ ਮੱਥਾ ਨਾ ਟੇਕਣਾ ਕਰੋ। ਸਿਮਰਨ ਸਤਨਾਮ ਮਨ ਮਾਨੋ। ਆ ਜੇ ਤੁਹਾਡੀ ਕੋਈ ਇੱਛਾ ਹੀ ਹੈ ਤਾਂ ਜਾਓ ਸਤਨਾਮ ਦਾ ਸਿਮਰਨ ਕਰਿਆ ਕਰੋ, ਹੋਰ ਨਾ ਕੁਝ ਬੋਲੋ। ਸੋਨ ਦੇ ਜਨੇ ਘਰ ਸੂਤ ਉਤਾਰਾ। ਜਦੋਂ ਮਹਾਰਾਜ ਨੇ ਕਿਹਾ ਨਾ ਵੀ ਤੁਸੀਂ ਬ੍ਰਾਹਮਣ ਉੱਚੀ ਜਾਤ ਦੇ ਵਿਦਵਾਨ ਹੋ, ਵੀ ਸਾਡੇ ਅੱਗੇ ਕੋ ਮੱਥਾ ਟੇਕਦੇ, ਇਹਨੇ ਗਲ ਵਿੱਚ ਜਿਹੜਾ ਜਨੇਊ ਪਹਿਨਿਆ ਹੋਇਆ ਸੀ ਉਹ ਵੀ ਗਲ ਵਿੱਚੋਂ ਲਾ ਕੇ ਸਿੱਟ ਦਿੱਤਾ। ਮੈਂ ਸਿੱਖ ਰਾਵਰੀ ਦੁਆਰਾ। ਕਹਿੰਦਾ ਮਹਾਰਾਜ ਆ ਲਓ ਜਨੇਊ ਕਰਕੇ ਹੀ ਮੈਂ ਉੱਚੀ ਜਾਤ ਦਾ ਬ੍ਰਾਹਮਣ ਬਣਿਆ, ਮੈਂ ਜਨੇਊ ਹੀ ਲਾ ਕੇ ਸੁੱਟ ਦਿੱਤਾ। ਮੈਂ ਤਾਂ ਹੁਣ ਤੁਹਾਡਾ ਸਿੱਖ ਬਣਨਾ ਚਾਹੁੰਦਾ, ਆਪ ਜੀ ਦੇ ਦਰ ਤੇ ਡਿੱਗ ਪਿਆ ਹਾਂ। ਨਹੀਂ ਜਾਤ ਕੋ ਮਦ ਮੁਝ ਰਹਿਓ। ਮਹਾਰਾਜ ਮੇਰੇ ਹੁਣ ਮਨ ਵਿੱਚ ਜਾਤ ਦਾ ਹੰਕਾਰ ਨਹੀਂ ਕੋਈ ਰਹਿ ਗਿਆ ਤੁਹਾਡੀ ਕਿਰਪਾ ਨਾਲ। ਏਕਾ ਸੁਰੂ ਤੁਮ
ਤੁਮਰੋ ਗਹਿਓ। ਇੱਕ ਤੁਹਾਡਾ ਹੀ ਹੁਣ ਆਸਰਾ ਮਹਾਰਾਜ ਮੈਂ ਲਿਆ, ਤੁਹਾਡੀ ਸ਼ਰਨ ਪਕੜ ਲਈ ਹੈ। ਕੌਣ ਗੁਰ ਨੇ ਵਰਜਿਓ ਤਿਮ ਰਹਿਆ। ਇਹਨੇ ਜਦੋਂ ਜਨੇਊ ਲਾ ਕੇ ਸੁੱਟਿਆ ਮਹਾਰਾਜ ਨੇ ਫਿਰ ਵਰਜਣਾ ਕੀਤਾ ਵੀ ਇਦਾਂ ਨਾ ਕਰ, ਤੂੰ ਬ੍ਰਾਹਮਣ ਹੈ, ਆਪਣਾ ਆਨੰਦ ਵਿੱਚ ਰਹਿ, ਵੀ ਆਪਣਾ ਜਨੇਊ ਪਾਈ ਰੱਖ। ਸਿਮਰੋ ਸਤਨਾਮ ਗਤ ਚਹੀਐ। ਤੇ ਜੇ ਤੂੰ ਮੁਕਤੀ ਚਾਹੁੰਦਾ ਹੈ ਤੇ ਆਪਣਾ ਸਿਮਰਨ ਕਰਿਆ ਕਰ, ਸੰਗਤ ਕਰਿਆ ਕਰ। ਨਹਿ ਮਨ ਬਾਰੰਬਾਰੀ। ਪਰ ਪੰਡਤ ਅਸਲ ਵਿੱਚ ਅੰਦਰੋਂ ਨਿਮਰਤਾਵਾਨ ਹੋ ਚੁੱਕਾ ਸੀ, ਪੜ੍ਹਾਈ ਤੇ ਜਾਤ ਦਾ ਹੰਕਾਰ ਛੱਡ ਕੇ। ਕਹਿੰਦਾ ਨਾ ਮਹਾਰਾਜ ਮੈਂ ਹੁਣ ਜਨੇਊ ਦੇ ਬੰਧਨਾਂ 'ਚ ਨਹੀਂ ਬੱਝਣਾ। ਵਾਰ-ਵਾਰ ਕਹੀ ਜਾਂਦਾ ਬਖਸ਼ ਲੋ ਬਖਸ਼ ਲੋ, ਹੋਰ ਕੋਈ ਗੱਲ ਨਹੀਂ ਮੰਨਦਾ ਵੀ ਤੁਹਾਡੇ ਦਰ ਤੋਂ ਬਗੈਰ ਹੁਣ ਮੈਂ ਕਿਤੇ ਨਹੀਂ ਜਾਣਾ। ਕਹਿ ਕਹੀ ਮੈਂ ਸ਼ਰਨ ਤੁਮਹਾਰੀ। ਹਾਂ, ਲਾਲ ਚੰਦ ਪੰਡਤ ਕਹਿੰਦਾ ਸਤਿਗੁਰੂ ਸਾਰੇ ਦਰ ਛੱਡ ਕੇ ਮੈਂ ਤੁਹਾਡੀ ਸ਼ਰਨ ਗ੍ਰਹਿਣ ਕਰ ਲਈ ਐ। ਸਤਿਗੁਰ ਨੇ ਚਰਨ ਬਖਾਰੀ। ਉਸ ਵੇਲੇ ਫਿਰ ਇਹਦੀ ਨਿਮਰਤਾ ਵੇਖੀ ਤੇ ਸਿੱਖ ਬਣਾਉਣ ਦੀ ਬੇਨਤੀਆਂ ਕਰਦਾ ਸੀ। ਮਹਾਰਾਜ ਨੇ ਆਪਣੇ ਚਰਨ ਧੋਤੇ। ਆਹੁਰ ਲਈ ਭਇਓ ਅਨੁਸਾਰੀ। ਲਾਲ ਚੰਦ ਪੰਡਤ ਨੇ ਚਰਣਾ ਅੰਮ੍ਰਿਤ ਛਕ ਕੇ ਅੰਮ੍ਰਿਤ ਛਕ ਕੇ ਤੇ ਸਿੱਖ ਬਣ ਗਿਆ ਮਹਾਰਾਜ ਸਾਹਿਬ ਜੀ ਦਾ। ਪਰਮਾਰਥ ਮਗ ਨਦਰੀ ਆਇਓ। ਗੁਰਾਂ ਦੀ ਆਗਿਆ ਦੇ ਅਨੁਸਾਰੀ ਹੋ ਗਿਆ ਤੇ ਪਰਮਾਰਥ ਪਰਮ ਅਰਥ ਵੱਡੀ ਪ੍ਰਾਪਤੀ ਜੋ ਵਾਹਿਗੁਰੂ ਦੀ ਪ੍ਰਾਪਤੀ ਦਾ ਮਾਰਗ ਹੈ ਉਹ ਸਾਰਾ ਇਹਨੂੰ ਅੰਮ੍ਰਿਤ ਛਕਦੇ ਹੀ ਸੁੱਝ ਆਇਆ। ਗੁਰੂ ਮਹਾਤਮ ਕੋ ਲਖ ਪਾਇਓ। ਤੇ ਗੁਰੂ ਮਹਾਰਾਜ ਦਾ ਵੱਡਾ ਮਹਾਤਮ ਇਹਨੇ ਜਾਣ ਲਿਆ ਵੀ ਗੁਰੂ ਸਾਹਿਬ ਦੀ ਮਹਾਨਤਾ ਅਦਕ ਤੋਂ ਅਦਕ ਹੈ। ਇਸ ਤਰ੍ਹਾਂ ਇਹ ਲਾਲ ਚੰਦ ਜਿਹੜਾ ਵਿਦਿਆ ਦੇ ਜਾਤ ਦੇ ਹੰਕਾਰ ਕਰਕੇ ਲੋਕਾਂ ਦੀ ਨਰਾਦਰੀ ਕਰਦਾ ਸੀ, ਮਹਾਰਾਜ ਸਾਹਿਬ ਨੇ ਇਹਦਾ ਹੰਕਾਰ ਹੀ ਭੰਨ ਕੇ ਰੱਖ ਦਿੱਤਾ। ਉਹ ਗੁੰਗੇ ਦੇ ਕੋਲੋਂ, ਉਹ ਮੂਰਖ ਦੇ ਕੋਲੋਂ ਗੀਤਾ ਦੇ ਅਰਥ ਕਰਾ ਦਿੱਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਨੇ। ਤੇ ਐਸੇ ਅਰਥ ਕਰਾਏ ਵੀ ਇਹਦੇ ਮਨ ਦੇ ਵਿੱਚ ਹੀ ਸਵਾਲ ਸੀ, ਜ਼ਬਾਨ ਤੇ ਬੋਲਣ ਤੋਂ ਪਹਿਲਾਂ ਹੀ ਉਹ ਸਵਾਲ ਵੀ ਆਪੇ ਕਹਿ ਕੇ ਦੇ ਅਰਥ ਕੀਤੇ। ਸੋ ਇਹ ਸਾਧ ਸੰਗਤ ਇਤਿਹਾਸਕ ਪ੍ਰਸੰਗ ਹੈ ਤੇ ਗੁਰਬਾਣੀ ਦੀਆਂ ਪੰਕਤੀਆਂ ਇਸ ਪ੍ਰਸੰਗ ਦੀ ਗਵਾਹੀ ਨੇ। ਪਰ ਸੰਗਤ ਦੀ ਜਾਣਕਾਰੀ ਲਈ ਕੁਝ ਐਸੇ ਮੂਰਖ ਲੋਕ ਨੇ, ਉਹ ਕਹਿੰਦੇ ਵੀ ਨਹੀਂ ਅਸਲ ਦੇ ਵਿੱਚ ਉਹ ਜਿਹੜਾ ਝੀਵਰ ਸੀ ਉਹ ਪੰਡਤਾਂ ਦੇ ਪਾਣੀ ਭਰਦਾ ਸੀ, ਉਹਨਾਂ ਕੋਲ ਸੁਣਦਾ ਹੁੰਦਾ ਸੀ ਤੇ ਉਹਨੇ ਯਾਦ ਕਰ ਲਏ ਸਨ ਤੇ ਉਹਨੇ ਤਾਂ ਅਰਥ ਸੁਣਾ ਦਿੱਤੇ ਨੇ। ਵੇਖੋ ਸਿੱਖ ਕਥਾਕਾਰ ਇਹ ਗੱਲ ਕਹਿੰਦੇ ਆ, ਪਰ ਉਹਨਾਂ ਨੂੰ ਜੇ ਪੁੱਛੀਏ ਵੀ ਚਲੋ ਮੰਨ ਲੈਂਦੇ ਆ ਵੀ ਉਹਨੇ ਅਰਥ ਪੰਡਤਾਂ ਕੋਲ ਸੁਣ ਕੇ ਸਿੱਖੇ ਹੋਣਗੇ, ਫਿਰ ਇਹਦੇ ਨਾਲ ਗੁਰੂ ਦੀ ਕੀ ਵਡਿਆਈ ਹੋਈ। ਉਹਨੇ ਤਾਂ ਇਹ ਕਿਹਾ ਸੀ ਨਾ ਵੀ ਤੁਹਾਡਾ ਨਾਮ ਵੱਡਾ ਮੈਂ ਤਾਂ ਮੰਨੂ ਜੇ ਤੁਸੀਂ ਗੀਤਾ ਦੇ ਅਰਥ ਕਰਕੇ ਸੁਣਾਓ। ਤੇ ਪੰਡਤ ਫਿਰ ਉੱਥੇ ਰਹਿੰਦਾ ਸੀ ਪਜੋਖਰੇ, ਉਹਨੂੰ ਨਹੀਂ ਪਤਾ ਵੀ ਇਹ ਸਾਡੇ ਆਉਂਦਾ ਜਾਂਦਾ ਵੀ ਇਹ ਪੜ੍ਹਿਆ ਹੋਊਗਾ ਨੇ ਉਹ ਬੰਦਾ ਹੀ ਲਿਆਉਣਾ ਸੀ। ਇਸ ਕਰਕੇ ਇਹ ਅਸ਼ਰਧਕ ਗੱਲਾਂ ਜਿਹੜੀਆਂ ਨੇ ਨਾ ਬੜੀਆਂ ਕਰਦੇ ਨੇ ਲੋਕ, ਮਹਾਰਾਜ ਦੇ ਇਤਿਹਾਸ 'ਤੇ ਉਂਗਲਾਂ ਰੱਖਦੇ ਹਨ, ਸ਼ਰਧਾ ਹੀ ਕੋਈ ਨਹੀਂ ਹੈ। ਇਹ ਪਾਤਸ਼ਾਹ ਸਾਧ ਸੰਗਤ ਗੁੰਗਿਆਂ ਨੂੰ ਬੁਲਾ ਦੇਣ, ਬੋਲਿਆਂ ਨੂੰ ਸੁਣਾ ਦੇਣ, ਪਿੰਗਲਿਆਂ ਦਾ ਪਿੰਗਲ ਦੂਰ ਕਰ ਦੇਣ, ਜਿਹਨੂੰ ਚਾਹਣ ਮੂਰਖ ਤੋਂ ਵਿਦਵਾਨ ਬਣਾ ਦੇਣ, ਜਿਹਨੂੰ ਚਾਹਣ ਵਿਦਵਾਨ ਤੋਂ ਮੂਰਖ ਕਰ ਦੇਣ, ਤੰਦਰੁਸਤੋਂ ਪਿੰਗਲੇ ਕਰ ਦੇਣ, ਚੰਗੇ ਭਲੇ ਸੁਣਦੇ ਨੂੰ ਬੋਲਾ ਕਰ ਦੇਣ, ਜ਼ੁਬਾਨ ਬੰਦ ਪਾ ਦੇਣ। ਇਹ ਗੁਰੂ ਦੇ ਪਰਮੇਸ਼ਰ ਦੇ ਵਾਸੀ ਆ ਸਾਰਾ ਕੁਝ। ਇਸ ਕਰਕੇ ਨਿਵ ਕੇ ਹੀ ਰਹਿਣਾ ਚਾਹੀਦਾ, ਭਰੋਸੇ 'ਚ ਹੀ ਰਹਿਣਾ ਚਾਹੀਦਾ ਹੈ ਤੇ ਗੁਰੂ ਸਾਹਿਬ ਦੇ ਸਿਦਕ ਰੱਖੇ ਜਿਹੜਾ ਸਿੱਖ, ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਉਹਨੂੰ ਜ਼ਰੂਰ ਨਿਹਾਲ ਕਰਦੇ ਨੇ। ਜਿਵੇਂ ਵੇਖੋ ਮਾਨੀ ਹੰਕਾਰੀ ਪੰਡਤ ਨੂੰ ਨਿਹਾਲ ਕੀਤਾ, ਛੱਜੂ ਝੀਵਰ ਜਿਹਨੂੰ ਲੋਕ ਮੂਰਖ ਕਹਿੰਦੇ ਸਨ ਉਹਨੂੰ ਮਹਾਰਾਜ ਨੇ ਪੰਡਤ ਕਰ ਦਿੱਤਾ, ਵਿਦਵਾਨ ਕਰ ਦਿੱਤਾ, ਉਹਨੂੰ ਗੁਣੀ ਗਿਆਨੀ ਸਿੱਖੀ ਦਾ ਪ੍ਰਚਾਰਕ ਮਹਾਰਾਜ ਨੇ ਬਣਾ ਦਿੱਤਾ। ਇਹ ਪਾਤਸ਼ਾਹ ਦੀਆਂ ਰਹਿਮਤਾਂ ਨੇ। ਸਤਿਗੁਰੂ ਸਾਹਿਬ ਦੀ ਮਹਾਨਤਾ ਨੂੰ ਦਰਸਾਉਂਦਾ ਹੋਇਆ ਇਹ ਪ੍ਰਸੰਗ, ਜਿਹਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ਣੀ ਗੁਰੂ ਸਾਹਿਬ ਸੰਗਤ ਬਖਸ਼ਣਹਾਰ ਹੈ। ਤਬ ਸਤਿਗੁਰ ਕੀ ਚਰਨ ਬਖਾਰੀ, ਪਾਹੁਲ ਲਈ ਭਇਓ ਅਨੁਸਾਰੀ। ਪਰਮਾਰਥ ਮਗ ਨਦਰੀ ਆਇਓ, ਗੁਰੂ ਮਹਾਤਮ ਕੋ ਲਖ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਗੋਬਿੰਦ, ਹੈ ਗੋਪਾਲ, ਹੈ ਦਇਆਲ ਲਾਲ, ਪ੍ਰਾਨਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰਾਥ ਅਗਮ ਪੂਰਨ।
ਮੋਹਿ ਮਇਆ ਧਾਰ ਅੰਧਕੂਪ ਮਹਾ ਭਿਆਨ ਨਾਨਕ ਪਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਕਥਾ ਨਿਤਾ ਪ੍ਰਤ ਹੋਤ ਹੈ ਸੁਨਹਿ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ ਮੋਖ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰੈ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਦਾ ਕਰ ਸੇਵੰਦ ਵਾਹਿਗੁਰੂ ਪਾਰ ਪਾਰਿ ਉਤਾਰਨ ਹੈ ਜੋ ਸ਼ਰਦਾ ਕਰ ਸੇਵੰਦ ਵਾਹਿਗੁਰੂ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।